ਸਤਿ ਸ਼੍ਰੀ ਅਕਾਲ ਤੇ ਨਮਸਤੇ ਅਤੇ ਜੀ ਆਇਆਂ ਸਾਰਿਆਂ ਨੂੰ। ਤੁਹਾਡਾ ਨਿੱਘਾ ਸਵਾਗਤ ਹੈ ਅੱਜ ਦੇ ਸਾਡੇ ਆਈਕਨ ਸਹਾਇਤਾ ਫੋਰਮ ਦੇ ਵਿੱਚ। ਤੁਹਾਡੀ ਸਿਹਤ ਤੁਹਾਡੇ ਹੱਥਾਂ ਦੇ ਵਿੱਚ। ਸਟ੍ਰੋਕ ਨੂੰ ਰੋਕਣਾ ਅਤੇ ਇਸ ਦਾ ਪ੍ਰਬੰਧ ਕਰਨਾ। ਮੇਰਾ ਨਾਮ ਹਰਮਨ ਹੈ ਤੇ ਮੈਂ ਆਈਕਨ ਤੋਂ ਹਾਂ। ਮੈਂ ਇੱਕ ਰਿਸਰਚ ਅਸਿਸਟੈਂਟ ਦੇ ਤੌਰ ਤੇ ਆਈਕਨ ਦੇ ਨਾਲ ਕੰਮ ਕਰਦੀ ਹਾਂ। ਤੇ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਲੈਂਡ ਐਕਨੋਲਜ ਕਰਨਾ ਮੰਗਦੀ ਹਾਂ ਵੀ ਸਾਡਾ ਆਈਕਨ ਦਾ ਆਫਿਸ ਟ੍ਰੈਡੀਸ਼ਨਲ ਐਂਸੈਸਟਰਲ ਅਤੇ ਅਨਸੀਡਡ ਟੈਰੀਟੋਰੀ ਤੇ ਆ, ਜੋ ਕਿ ਸਕੁਆਮਿਸ਼, ਸਲੇਵਰਟੂਥ ਅਤੇ ਮਸਕੁਇਮ ਲੋਕਾਂ ਦੀ ਜ਼ਮੀਨ ਹੈ। ਬਹੁਤ ਜਾਣੇ ਤੁਸੀਂ ਆਲਰੇਡੀ ਜਾਣਦੇ ਹੋਗੇ। ਸਾਡੇ ਚੀਫ ਮੈਡੀਕਲ ਆਫਿਸਰ ਆਈਕਨ ਦੇ ਹੈਗੇ ਆ ਡਾਕਟਰ ਗੁਲਜ਼ਾਰ ਚੀਮਾ। ਤੁਹਾਨੂੰ ਪਤਾ ਵੀ ਇਹ ਬਹੁਤ ਸਾਲਾਂ ਤੋਂ ਸਰੀ ਦੇ ਵਿੱਚ ਇੱਕ ਫੈਮਿਲੀ ਡਾਕਟਰ ਦੇ ਤੌਰ ਤੇ ਕੰਮ ਕਰ ਰਹੇ ਹਨ। ਨਾਲੇ ਇਹਨਾਂ ਨੇ ਮੈਨੀਟੋਬਾ ਦੇ ਵਿੱਚ ਵੀ ਪ੍ਰੈਕਟਿਸ ਕੀਤਾ ਹੈਗਾ ਆ। ਤੇ ਫਿਰ ਇਹਨਾਂ ਨੇ ਆਪਣੇ ਪੜ੍ਹਾਈ ਇੰਡੀਆ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਨਿਊਫੀਲੈਂਡ ਯੂਨੀਵਰਸਿਟੀ ਨਾਲੇ ਸਾਸਕਟੂਨ ਦੇ ਯੂਨੀਵਰਸਿਟੀ ਹਸਪੀਟਲ ਦੇ ਵਿੱਚ ਉਹਨਾਂ ਨੇ ਟ੍ਰੇਨਿੰਗ ਲਈ ਸੀਗੀ। ਨਾਲੇ ਡਾਕਟਰ ਚੀਮਾ ਪਹਿਲੇ ਵਿਅਕਤੀ ਹਨ ਕੈਨੇਡਾ ਦੇ ਵਿੱਚ MLA ਇਲੈਕਟ ਹੋਣ ਲਈ ਜੋ ਇੰਡੀਆ ਦੇ ਜੰਪਲ ਸਨ। ਸੋ ਫਿਰ ਹੁਣ ਮੈਂ ਡਾਕਟਰ ਚੀਮਾ ਨੂੰ ਦਊਂਗੀ ਤੇ ਉਹ ਇੰਟਰੋਡਕਸ਼ਨ ਕਰੂਗੀ ਆਈਕਨ ਤੇ ਨਾਲੇ ਆਪਣੇ ਪ੍ਰੈਜੈਂਟੇਸ਼ਨ ਸ਼ੁਰੂ ਕਰੂਗੇ। ਹਾਂਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ। ਮੈਂ ਜਿਹੜਾ ਸਾਡਾ ਪ੍ਰੋਜੈਕਟ ਇੰਟਰਕਲਚਰਲ ਆਨਲਾਈਨ ਹੈਲਥ ਨੈਟਵਰਕ, ਇਹਦੇ ਬਾਰੇ ਇੱਕ ਦੋ ਮਿੰਟ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਤੁਹਾਨੂੰ ਮੈਂ ਐਕਸਪਲੇਨ ਕਰਨਾ ਚਾਹੁੰਦਾ ਕਿ ਇਹ ਜਿਹੜਾ ਪ੍ਰੋਜੈਕਟ ਪਿਛਲੇ ਕੋਈ 10 ਸਾਲ ਤੋਂ ਜ਼ਿਆਦਾ ਟਾਈਮ ਦੇ ਵਿੱਚ ਅਸੀਂ ਇਹ ਐਸਟੈਬਲਿਸ਼ ਕੀਤਾ ਸੀ। ਸਾਡੇ ਇਸ ਪ੍ਰੋਗਰਾਮ ਦੇ ਇੰਚਾਰਜ ਨੇ ਡਾਕਟਰ ਕੈਂਡਲ ਹੋ, ਜਿਹੜੇ ਕਿ ਪ੍ਰੋਫੈਸਰ ਆਫ ਮੈਡੀਸਨ ਨੇ ਤੇ ਡਿਜੀਟਲ ਐਮਰਜੈਂਸੀ ਮੈਡੀਸਨ ਦੇ ਉਹ ਨੇ ਪ੍ਰੋਫੈਸਰ। ਤੇ ਉਹਨਾਂ ਦੀ ਛਤਰਛਾਇਆ ਥੱਲੇ ਪ੍ਰੋਗਰਾਮ ਐਸਟੈਬਲਿਸ਼ ਹੋਇਆ ਸੀ। ਉਹ ਸਾਡੇ ਮੇਨ ਲੀਡ ਨੇ। ਮੈਂ ਸਾਊਥ ਏਸ਼ੀਅਨ ਕਮਿਊਨਿਟੀ ਵੱਲੋਂ ਮੈਂ ਆਪਣੀ ਸਾਈਡ ਵੱਲੋਂ ਲੀਡ ਕਰਨਾ। ਤੇ ਜਿਹੜਾ ਇਹ ਪ੍ਰੋਜੈਕਟ ਇਹਦਾ ਮਕਸਦ ਇਹ ਸੀ ਕਿ ਜਿਹੜੀਆਂ ਐਥਨਿਕ ਕਮਿਊਨਿਟੀ ਨੇ, ਖਾਸ ਕਰਕੇ ਜਿਹੜਾ ਸਾਊਥ ਏਸ਼ੀਅਨ ਭਾਈਚਾਰਾ, ਪੰਜਾਬੀ ਬੋਲਣ ਵਾਲੇ, ਹਿੰਦੀ ਬੋਲਣ ਵਾਲੇ, ਉਰਦੂ ਸਮਝਣ ਵਾਲੇ ਤੇ ਜਿਹੜੇ ਇੰਡੀਜਨਸ ਲੋਕ ਨੇ, ਉਹਨਾਂ ਵਾਸਤੇ ਪ੍ਰੋਗਰਾਮ ਐਸਟੈਬਲਿਸ਼ ਕੀਤਾ ਜਾਏ ਤੇ ਕੇਅਰ ਗਿਵਰਸ ਵਾਸਤੇ। ਕਿਉਂਕਿ ਜਿਉਂ-ਜਿਉਂ ਸਾਡੀ ਜਦੋਂ ਉਮਰ ਵੱਧਦੀ ਹੈ ਜਾਂ ਉਸ ਤਰ੍ਹਾਂ ਵੀ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਜਿਹੜੀਆਂ ਕਰੋਨਿਕ ਜਿਹੜੀਆਂ ਮੈਡੀਕਲ ਕੰਡੀਸ਼ਨਸ ਨੇ, ਜਿਹੜੀਆਂ ਕਿ ਜਿਸ ਤਰ੍ਹਾਂ ਕਿ ਡਾਇਬਟੀਜ਼ ਜਾਂ ਕਿਡਨੀ ਪ੍ਰੋਬਲਮ ਜਾਂ ਸਟ੍ਰੋਕ ਜਾਂ ਇਸ ਤੋਂ ਇਲਾਵਾ ਜਿਹੜਾ ਹੋਰ ਵੀ ਜਿਹੜੀਆਂ ਕਰੋਨਿਕ ਕੰਡੀਸ਼ਨਸ ਨੇ, ਉਹਨਾਂ ਨੂੰ ਮੈਨੇਜ ਕਰਨਾ ਬੜਾ ਇੰਪੋਰਟੈਂਟ, ਕਿਉਂਕਿ ਸੈਲਫ ਮੈਨੇਜਮੈਂਟ ਬੜੀ ਇੰਪੋਰਟੈਂਟ ਹੈ। ਆਪਾਂ ਸਾਰੇ ਅਸੀਂ ਪੇਸ਼ੈਂਟਸ ਨੂੰ ਦੇਖਦੇ ਹਾਂ, ਪੇਸ਼ੈਂਟਸ ਵਾਸਤੇ ਬੜਾ ਕੰਮ ਕਰਨੇ ਆ, ਪਰ ਫਿਰ ਵੀ ਸਾਰੀਆਂ ਗੱਲਾਂ ਵਿੱਚ ਜਿਹੜਾ ਨਾ ਤੁਹਾਨੂੰ ਚਾਹੀਦਾ ਆਪ ਅਸੀਂ ਸਿਖਾਉਂਦੇ ਹਾਂ। ਤੇ ਮੈਂ ਸਮਝਦਾ ਪਿਛਲੇ 10 ਸਾਲਾਂ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਪ੍ਰੋਗਰਾਮ ਕੀਤੇ ਨੇ। ਮੋਸਟਲੀ ਅਸੀਂ ਫਿਜ਼ੀਕਲ ਪ੍ਰੋਗਰਾਮ ਕੀਤੇ ਨੇ। ਕੋਵਿਡ ਕਰਕੇ ਇਸ ਵਾਰੀ ਜਿਹੜਾ ਪ੍ਰੋਗਰਾਮ ਫਿਜ਼ੀਕਲੀ ਨਹੀਂ ਹੋ ਸਕਦਾ, ਆਨਲਾਈਨ ਕਰਨੇ ਪਿਆ। ਜਿਹੜਾ ਪ੍ਰੋਗਰਾਮ ਹੈ ਤੁਸੀਂ ਇਹਨੂੰ 3 ਜਗ੍ਹਾ ਤੇ ਹੋਰ ਵਾਚ ਕਰਦੇ ਪਿਓ। ਸੋ ਮੈਂ ਸਮਝਦਾ ਵੀ ਇਸ ਪ੍ਰੋਗਰਾਮ ਦੇ ਨਾਲ ਅਸੀਂ ਜਿਹੜਾ ਕਮਿਊਨੀਕੇਸ਼ਨ ਵਧਾਇਆ ਪੇਸ਼ੈਂਟ ਵਾਸਤੇ, ਫੈਮਲੀਜ਼ ਵਾਸਤੇ, ਕੇਅਰ ਗਿਵਰ ਵਾਸਤੇ। ਤੇ ਇਹ ਪ੍ਰੋਵਿੰਸ ਇਸ ਪ੍ਰੋਗਰਾਮ ਨੂੰ ਫੰਡ ਕਰਦਾ। ਸ਼ੁਰੂ ਤੋਂ ਸਾਡੇ ਨਾਲ ਬੜੇ ਡਾਕਟਰ ਜੁੜੇ ਨੇ, ਜਿਹੜੇ ਕਿ ਜਿਸ ਤਰ੍ਹਾਂ ਆਪਣੇ ਡਾਕਟਰ ਜੈਨ, ਡਾਕਟਰ ਲੀਨਾ ਜੈਨ, ਨਾਲ ਆਪਣੇ ਡਾਕਟਰ ਪ੍ਰਗਟ ਸਿੰਘ ਬੁਰਜੀ, ਤੇ ਉਸ ਤੋਂ ਇਲਾਵਾ ਪ੍ਰੀਤੀ ਸੂਰੀ, ਹੋਰ ਡਾਕਟਰ ਨੇ ਵੀ ਸਾਰਿਆਂ ਨੇ ਆਪਣਾ ਟਾਈਮ ਦੇ ਕੇ ਇਸ ਪ੍ਰੋਗਰਾਮ ਨੂੰ ਐਸਟੈਬਲਿਸ਼ ਕੀਤਾ। ਅਸੀਂ ਸਾਰੇ ਵਲੰਟੀਅਰ ਹਾਂ। ਸੋ ਮੈਂ ਸਮਝਦਾ ਵੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਕਿ ਅਸੀਂ ਪੰਜਾਬੀ ਜਾਂ ਸਾਊਥ ਏਸ਼ੀਅਨ ਭਾਈਚਾਰੇ ਤੱਕ ਇਨਫੋਰਮੇਸ਼ਨ ਪਹੁੰਚਾ ਰਹੇ ਹਾਂ। ਸੋ ਮੈਂ ਸਮਝਦਾ ਕਿ ਇਹ ਸਾਰਿਆਂ ਨੂੰ ਐਕਸਪਲੇਨ ਕਰਨਾ ਕਿ ਜਿਹੜਾ ਪ੍ਰੋਗਰਾਮ ਹੈ ਇਹ ਪ੍ਰੋਵਿੰਸ ਫੰਡ ਕਰਦਾ। ਤੇ ਇਸ ਪ੍ਰੋਗਰਾਮ ਦੇ ਸਾਡਾ ਫੋਕਸ ਹੁੰਦਾ ਜੋ ਪ੍ਰੋਵਿੰਸ ਜਾਂ ਮਿਨਿਸਟਰੀ ਆਫ ਹੈਲਥ ਦਾ ਜਿਹੜਾ ਉਹਨਾਂ ਦਾ ਮੇਨ ਆਬਜੈਕਟਿਵ ਹੈ ਕਿ ਹੈਲਥੀ ਐਟ ਹੋਮ ਨੂੰ ਅਸੀਂ ਪ੍ਰਮੋਟ ਕਰਨੇ ਹਾਂ। ਤੇ ਇਸ ਕਰਕੇ ਜਿਹੜਾ ਇਸ ਵਾਰੀ ਅਸੀਂ ਸਟ੍ਰੋਕ ਬਾਰੇ ਗੱਲ ਕਰਨੀ ਹੈ ਤੇ ਤੁਹਾਡੇ ਨਾਲ ਅੱਗੇ ਜਾ ਕੇ ਮੈਂ ਹੋਰ ਕਰਾਂਗਾ। ਸਾਡੇ ਕੋਲ ਅੱਜ ਬਹੁਤ ਸਾਰੇ ਪ੍ਰੈਜੈਂਟੇਸ਼ਨ ਵਾਸਤੇ ਸਾਡੇ ਕੋਲ ਡਾਕਟਰਸ ਆਏ ਨੇ, ਨਵੇਂ ਡਾਕਟਰਸ ਨੇ ਜੁਆਇਨ ਕੀਤਾ। ਤੇ ਅਸੀਂ ਟਰਾਈ ਕਰਾਂਗੇ ਪੰਜਾਬੀ, ਹਿੰਦੀ ਤੇ ਇੰਗਲਿਸ਼ ਵਿੱਚ ਤੁਹਾਨੂੰ ਐਕਸਪਲੇਨ ਕਰੀਏ। ਸੋ ਫਿਰ ਮੈਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਜੁਆਇਨ ਕਰਦੇ ਪਏ ਹੋ। ਮੁਸ਼ਕਲ ਹੈ, ਅਸੀਂ ਸਮਝਦੇ ਹਾਂ ਕਿ ਕੋਵਿਡ ਦੇ ਵਿੱਚ ਕਈ ਵਾਰੀ ਨਹੀਂ ਤੁਹਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ, ਤੁਸੀਂ ਨਹੀਂ ਕਨੈਕਟ ਕਰ ਸਕਦੇ। ਪਰ ਗੁਰੂ ਨਾਨਕ ਸਿੱਖ ਟੈਂਪਲ ਤੇ ਆਪਣਾ ਜਿਹੜਾ ਮੰਦਿਰ ਹੈ ਲక్ష్ਮੀ ਨਾਰਾਇਣ 140 ਤੇ
ਉੱਥੇ ਤੁਸੀਂ ਜੁਆਇਨ ਕਰਕੇ ਤੇ ਉੱਥੇ ਹੱਬ ਬਣਾਏ ਨੇ ਤੇ ਉਸ ਤੁਸੀਂ ਵਾਚ ਕਰ ਸਕਦੇ ਹੋ। ਸੋ ਲੈਸ ਵਰਕ, ਲੈਸ ਆਪਾਂ ਉੱਤੇ ਕਰੀਏ ਫੋਕਸ ਤੇ ਅਗਲੇ ਕੰਮ ਦੀ ਫਿਰ ਆਪਾਂ ਗੱਲਬਾਤ ਕਰੀਏ। ਸਾਰਿਆਂ ਦਾ ਬਹੁਤ ਧੰਨਵਾਦ। ਤੇ ਅਖੀਰ ਦੇ ਵਿੱਚ UBC ਦਾ ਡਿਪਾਰਟਮੈਂਟ ਆਫ ਮੈਡੀਸਨ ਦਾ ਡਾਕਟਰ ਕੈਂਡਲ ਹੋ ਜਿਹੜੇ ਕਿ ਇਸ ਨੂੰ ਲੀਡ ਕਰਦੇ ਪਏ। ਥੈਂਕ ਯੂ। ਅੱਜ ਦੇ ਮੰਚ ਤੇ ਸ਼ੁਰੂਆਤੀ ਟਿੱਪਣੀਆਂ ਪ੍ਰਦਾਨ ਕਰਨ ਦੇ ਮੌਕੇ ਲਈ ਤੁਹਾਡਾ ਧੰਨਵਾਦ। ਸਟ੍ਰੋਕ ਨੂੰ ਕਿਸ ਤਰ੍ਹਾਂ ਰੋਕਣਾ ਅਤੇ ਉਸ ਦਾ ਕਿਸ ਤਰ੍ਹਾਂ ਪ੍ਰਬੰਧ ਕਰਨਾ ਹੈ, ਤੁਹਾਡੀ ਸਿਹਤ ਤੁਹਾਡੇ ਹੱਥ ਵਿੱਚ ਹੈ। ਮੈਂ ਲਿੰਜ਼ੀ ਆਰਟਸਕॉट ਸਿਹਤ ਮੰਤਰਾਲੇ ਦੇ ਪ੍ਰਾਇਮਰੀ ਕੇਅਰ ਡਿਵੀਜ਼ਨ ਦੇ ਅੰਦਰ ਪ੍ਰਾਇਮਰੀ ਕੇਅਰ ਕੁਆਲਿਟੀ ਦੀ ਡਾਇਰੈਕਟਰ ਹਾਂ। ਮੈਂ ਲੈਕਾਂਗ ਅਤੇ ਉਹਨਾਂ ਲੋਕਾਂ ਨੂੰ ਜੋ ਪਰੰਪਰਾਗਤ ਖੇਤਰ ਤੇ ਹਨ ਉਹਨਾਂ ਦਾ ਸਨਮਾਨ ਅਤੇ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਸਾਚਿਨ ਤੇ ਸਾਚਿਨ ਲੋਕਾਂ ਦੇ ਨਾਲ ਸਾਂਗਹੀ ਤੇ ਸਕੁਆਈ ਮਾਊਂਟੇਨ ਵਿੱਚ ਸਥਿਤ ਹਾਂ, ਜਿਨ੍ਹਾਂ ਦਾ ਜ਼ਮੀਨ ਨਾਲ ਇਤਿਹਾਸਿਕ ਰਿਸ਼ਤਾ ਅੱਜ ਵੀ ਜਾਰੀ ਹੈ। ਮੈਂ ਵਿਕਟੋਰੀਆ ਵਿੱਚ ਸਥਿਤ ਮੈਟਿਸ ਚਾਰਟਰ ਕਮਿਊਨਿਟੀ ਦਾ ਵੀ ਸਨਮਾਨ ਕਰਨਾ ਚਾਹੁੰਦੀ ਹਾਂ। ਪੇਸ਼ੈਂਟਸ ਐਜ਼ ਪਾਰਟਨਰਸ, ਜੋ ਕਿ ਮੇਰੇ ਤੋਂ ਬਿਨਾਂ ਮੇਰੇ ਬਾਰੇ ਕੁਝ ਵੀ ਨਹੀਂ ਦੇ ਉਦੇਸ਼ ਦੇ ਉੱਪਰ ਆਧਾਰਿਤ ਹੈ। ਸਾਡਾ ਮੰਨਣਾ ਹੈ ਕਿ ਮਰੀਜ਼ਾਂ ਨੂੰ ਉਹਨਾਂ ਦੇ ਪਰਿਵਾਰਾਂ, ਸਿਹਤ ਸੰਭਾਲ ਪ੍ਰਦਾਤਾ ਅਤੇ ਕਮਿਊਨਿਟੀ ਪਾਰਟਨਰਸ ਨੂੰ ਹੈਲਥ ਕੇਅਰ ਵਿੱਚ ਸ਼ਾਮਲ ਕਰਨਾ ਨਾ ਸਿਰਫ ਸਹੀ ਕੰਮ ਹੈ, ਬਲਕਿ ਸਿਹਤ ਪ੍ਰਣਾਲੀ ਅਤੇ BC ਦੇ ਲੋਕਾਂ ਨੂੰ ਸਿਹਤਮੰਦ ਬਣਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਵੀ ਹੈ। ਪੇਸ਼ੈਂਟਸ ਐਜ਼ ਪਾਰਟਨਰਸ ਦੇ ਰੂਪ ਵਿੱਚ 10 ਸਾਲਾਂ ਤੋਂ ਵੱਧ ਵਿੱਚ ਸਮੇਂ ਲਈ ਫੰਡਡ ਆਈਕਨ ਵਿੱਚ ਡਾਕਟਰ ਕੈਂਡਲ ਹੋ, ਜੋ ਕਿ ਕਾਰਜਕਾਰੀ ਨਿਰਦੇਸ਼ਕ ਦੇ ਰੂਪ ਵਿੱਚ ਸਾਰੇ ਸਮੇਂ ਲਈ ਉਹਨਾਂ ਨੇ ਸਹਿਯੋਗ ਕੀਤਾ ਹੈ। ਜਦੋਂ ਆਈਕਨ ਸ਼ੁਰੂ ਹੋਇਆ ਸੀ ਤਾਂ ਉਹ ਗੰਭੀਰ ਬਿਮਾਰੀਆਂ ਦੇ ਪ੍ਰਬੰਧਨ ਬਾਰੇ ਸਿਖਾਉਣ ਲਈ ਸੈਂਕੜੇ ਲੋਕਾਂ ਨੂੰ ਇਕੱਠੇ ਲਿਆਏ ਅਤੇ ਸਾਲਾਂ ਤੋਂ ਆਈਕਨ ਨੇ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਉਹਨਾਂ ਵਿਸ਼ਿਆਂ ਬਾਰੇ ਉਹਨਾਂ ਦੀ ਪਹਿਲੀ ਭਾਸ਼ਾ ਵਿੱਚ ਲੋਕਾਂ ਨਾਲ ਗੱਲ ਕਰਨ ਲਈ ਲਿਆਉਣਾ ਜਾਰੀ ਰੱਖਿਆ ਜਿਨ੍ਹਾਂ ਬਾਰੇ ਉਹ ਜਾਣਨਾ ਚਾਹੁੰਦੇ ਸਨ। ਅੱਜ ਦਾ ਹੈਲਥ ਮੰਚ ਬਹੁਤ ਸਾਰੇ ਪੇਸ਼ਕਾਰੀਆਂ ਨੂੰ ਇਕੱਠਾ ਕਰਦਾ ਹੈ, ਜਿਨ੍ਹਾਂ ਦਾ ਉਦੇਸ਼ ਸਟ੍ਰੋਕ ਬਾਰੇ ਸਾਡੀ ਸਮਝ ਅਤੇ ਗਿਆਨ ਅਤੇ ਉਹਨਾਂ ਨੂੰ ਰੋਕਣ ਤੇ ਪ੍ਰਬੰਧਨ ਲਈ ਉਪਲਬਧ ਸਰੋਤਾਂ ਨੂੰ ਵਧਾਉਣਾ ਹੈ। ਮਹੱਤਵਪੂਰਨ ਤੌਰ ਤੇ ਉਹ ਸਰੋਤ ਅਤੇ ਰਣਨੀਤੀਆਂ ਪ੍ਰਦਾਨ ਕਰਨਗੇ ਜਿਨ੍ਹਾਂ ਦੀ ਵਰਤੋਂ ਤੁਸੀਂ ਅਤੇ ਤੁਹਾਡੇ ਪਰਿਵਾਰ ਨੂੰ ਤਾਕਤਵਰ ਬਣਾਉਣ ਅਤੇ ਤੁਹਾਡੇ ਜੀਵਨ ਦੀ ਗੁਣਵੱਤਾ ਨੂੰ ਅਨੁਕੂਲ ਬਣਾਉਣ ਲਈ ਕੀਤੀ ਜਾ ਸਕਦੀ ਹੈ। ਮੇਰੇ ਲਈ ਅੱਜ ਦਾ ਵਿਸ਼ਾ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਮੇਰੇ ਪਰਿਵਾਰਕ ਮੈਂਬਰਾਂ ਵਿੱਚ ਸਟ੍ਰੋਕ ਹੋਇਆ ਸੀ। ਅੱਜ ਦੀ ਜਾਣਕਾਰੀ ਅਤੇ ਸਰੋਤਾਂ ਤੱਕ ਪਹੁੰਚਣ ਦੇ ਨਾਲ ਅਸਲ ਵਿੱਚ ਮੈਂ ਉਹਨਾਂ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਵਧੇਰੇ ਸ਼ਕਤੀਸ਼ਾਲੀ ਮਹਿਸੂਸ ਕਰਦੀ ਹਾਂ ਕਿ ਉਹ ਭਵਿੱਖ ਦੇ ਸਟ੍ਰੋਕ ਨੂੰ ਰੋਕਣ ਲਈ ਕੀ ਕਰ ਸਕਦੇ ਹਨ। ਮੈਂ ਸਾਨੂੰ ਇਕੱਠੇ ਲਿਆਉਣ ਲਈ ਆਈਕਨ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਇਹ ਇੱਕ ਬਹੁਤ ਮਹੱਤਵਪੂਰਨ ਚਰਚਾ ਹੈ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਾਅਦ ਵਿੱਚ ਆਪਣੇ ਸਰੋਤਾਂ ਦੀ ਜਾਂਚ ਕਰਨ ਲਈ ਸੱਦਾ ਦਿੰਦੀ ਹਾਂ। ਹੋਰ ਸਰੋਤਾਂ ਅਤੇ ਤੁਹਾਡੇ ਪਰਿਵਾਰ ਲਈ ਹੋਰ ਮੁਫਤ ਵਿਦਿਅਕ ਸਮਾਗਮਾਂ ਦੇ ਲਈ ਤੁਸੀਂ ਸਾਡੀ ਵੈਬਸਾਈਟ patientpartners.ca ਤੇ ਵੀ ਜਾ ਸਕਦੇ। ਮੈਂ ਅੱਜ ਸਾਡੇ ਪੇਸ਼ਕਾਰੀਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਤੁਹਾਡੇ ਸਮੇਂ ਦੀ ਕਦਰ ਕਰਦੀ ਹਾਂ ਅਤੇ ਹੋਰ ਸਿੱਖਣ ਦੀ ਉਮੀਦ ਕਰਦੀ ਹਾਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਜਿਹੜਾ ਅੱਜ ਦਾ ਸਾਡਾ ਟੌਪਿਕ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਮੈਨੇਜਿੰਗ ਸਟ੍ਰੋਕ ਬਾਰੇ ਗੱਲ ਕਰਨੀ ਹੈ ਕਿਉਂਕਿ ਓਵਰਵਿਊ ਇਹਦਾ ਕਰਨਾ ਕਿ ਤੁਸੀਂ ਪਹਿਲਾਂ ਦੀ ਪਛਾਣ ਕਿਸ ਤਰ੍ਹਾਂ ਕਰਨੀ ਹੈ, ਇਹਦੇ ਜਿਹੜੇ ਲੱਛਣ ਕਿਹੜੇ ਹੋਣਗੇ, ਕਿਸ ਤਰੀਕੇ ਨਾਲ ਇਹਦੀ ਪ੍ਰੈਜੈਂਟੇਸ਼ਨ ਹੁੰਦੀ ਹੈ, ਇਹਦਾ ਡਾਇਗਨੋਸਿਸ ਕਿਸ ਤਰ੍ਹਾਂ ਕਰਨਾ ਹੈ, ਟ੍ਰੀਟਮੈਂਟ ਕੀ ਹੋਣੀ ਹੈ। ਤੇ ਅੱਜ ਤੁਹਾਨੂੰ ਅਸੀਂ ਟਿਪਸ ਦਿਆਂਗੇ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜੇ ਇਹਦੇ ਉਹਨਾਂ ਸਾਰੇ ਰਿਸਕ ਫੈਕਟਰ ਨੂੰ ਕੰਟਰੋਲ ਕਰ ਸਕਦੇ ਹੋ। ਡਾਈਟ ਤੁਹਾਡੀ ਕਿਸ ਤਰ੍ਹਾਂ ਹੈਲਪ ਕਰ ਸਕਦੀ ਹੈ। ਤੇ ਫਿਰ ਅਸੀਂ ਅਖੀਰ ਦੇ ਵਿੱਚ ਇਹ ਵੇਖਾਂਗੇ ਕਿ ਤੁਹਾਨੂੰ ਇਹੋ ਜਿਹੇ ਟੂਲ ਦਿਆਂਗੇ ਕਿ ਜਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਵੀ ਅਸਿਸਟ ਕਰ ਸਕਦੇ ਹੋ, ਕੇਅਰ ਗਿਵਰਸ ਵਾਸਤੇ ਵੀ ਠੀਕ ਹੈ ਤੇ ਹੈਲਥ ਕੇਅਰ ਪ੍ਰੋਫੈਸ਼ਨਲਸ ਵਾਸਤੇ ਵੀ ਠੀਕ ਹੈ। ਇਹ ਸਾਡਾ ਅੱਜ ਦਾ ਪ੍ਰੋਗਰਾਮ ਹੋਏਗਾ। ਜਿਹੜਾ ਕੱਲ ਦਾ ਪ੍ਰੋਗਰਾਮ ਹੋਣਾ ਉਹ ਥੋੜਾ ਜਿਹਾ ਅਸੀਂ ਡੀਪਰ ਜਾਵਾਂਗੇ ਵੀ ਸਟ੍ਰੋਕ ਕੀ ਹੈ, ਉਹਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਤੇ ਸਟ੍ਰੋਕ ਤੁਹਾਡੀ ਜਿਹੜੀ ਇਹਨਾਂ ਮਾਨਸਿਕ ਰੋਗਾਂ ਨੂੰ ਕਿਸ ਤਰੀਕੇ ਨਾਲ ਇੰਪੈਕਟ ਕਰਦਾ
ਤੇ ਜਿਹੜੀਆਂ ਤੁਹਾਡੀਆਂ ਐਬਿਲਿਟੀਜ਼ ਨੇ ਉਹਨੂੰ ਕਿਸ ਤਰ੍ਹਾਂ ਮੈਕਸਿਮਾਈਜ਼ ਕਰਨਾ ਤੇ ਰੀਹੈਬਿਲਿਟੇਸ਼ਨ ਦੇ ਵਾਸਤੇ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਨਾ। ਤੁਹਾਨੂੰ ਕੋਈ ਪ੍ਰੈਕਟੀਕਲ ਟ੍ਰਿਪਸ ਦੇਵਾਂਗੇ ਕਿ ਜਿਹੜੇ ਕਮਿਊਨਿਟੀ ਵਿੱਚ ਰਿਸੋਰਸਿਸ ਨੇ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਤਾਂ ਕਿ ਤੁਸੀਂ ਜਿਨ੍ਹਾਂ ਨੂੰ ਸਟ੍ਰੋਕ ਹੋਇਆ ਜਾਂ ਜਿਨ੍ਹਾਂ ਦੀਆਂ ਫੈਮਲੀਜ਼ ਉਹਨਾਂ ਨੂੰ ਹੈਲਪ ਕਰਦੀਆਂ ਪਈਆਂ ਨੇ ਜਾਂ ਜਿਹੜੇ ਹੈਲਥ ਕੇਅਰ ਪ੍ਰੋਵਾਈਡਰਸ ਨੇ ਉਹਨਾਂ ਵਾਸਤੇ ਸਰਵਿਸਿਜ਼ ਪ੍ਰੋਵਾਈਡ ਹੋਣ ਤਾਂ ਕਿ ਉਹਨਾਂ ਦੀ ਜਾਨ ਸੌਖੀ ਰਹੇ ਤੇ ਆਪਣੇ ਆਪ ਨੂੰ ਘਰ ਦੇ ਵਿੱਚ ਮੈਨੇਜ ਕਰ ਸਕਣ। ਇਹ ਸਾਡਾ ਆਬਜੈਕਟਿਵ ਹੈ ਅੱਜ ਦੇ ਪ੍ਰੋਗਰਾਮ ਦਾ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਮੇਰਾ ਨਾਮ ਹੈ ਹਾਂਜੀ ਮੇਰਾ ਨਾਮ ਹੈ ਡਾਕਟਰ ਗੁਲਜ਼ਾਰ ਚੀਮਾ। ਮੈਂ ਸਰੀ ਵਿੱਚ ਪ੍ਰੈਕਟਿਸ ਕਰਨਾ। ਮੈਂ ਫੈਮਿਲੀ ਮੈਡੀਸਨ ਦੀ ਮੇਰੀ ਪ੍ਰੈਕਟਿਸ ਹੈ ਕੋਈ 27 ਸਾਲ ਤੋਂ। ਤੇ ਉਸ ਮੇਰੀ ਪ੍ਰੈਕਟਿਸ ਦੇ ਵਿੱਚ ਮੈਂ ਪ੍ਰੈਕਟਿਸ ਕਰਨ ਦੇ ਨਾਲ ਨਾਲ ਮੈਂ ਡਾਕਟਰ ਕੈਂਡਲ ਹੋਰ ਨਾਲ ਕੋਈ 11 ਸਾਲਾਂ ਤੋਂ ਇਨਵੋਲਵ ਹਾਂ। ਪ੍ਰੋਗਰਾਮ ਨੂੰ ਮੈਂ ਗਾਈਡ ਕੀਤਾ ਤੇ ਮੈਂ ਤੁਹਾਨੂੰ ਅੱਜ ਇਹਦੇ ਬਾਰੇ ਨਾ ਮੈਂ ਸਟ੍ਰੋਕ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ। ਹਾਂਜੀ ਤੇ ਜਿਹੜੇ ਸਾਡੇ ਨੈਕਸਟ ਸਪੀਕਰ ਹੋਣਗੇ ਉਹ ਡਾਕਟਰ ਸੱਜਲ ਜੈਨ ਹੋਣਗੇ ਜਿਹੜੇ ਕਿ ਆਪਣੇ ਇੰਟਰਨਲ ਮੈਡੀਸਨ ਦੇ ਸਪੈਸ਼ਲਿਸਟ ਨੇ, ਉਹ ਗੱਲ ਕਰਨਗੇ। ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਹੋਣਗੇ ਪ੍ਰੀਤੀ ਸੂਰੀ, ਇਹ ਸਾਡੇ ਰਜਿਸਟਰਡ ਡਾਈਟੀਸ਼ੀਅਨ ਨੇ। ਇਹ ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਐਕਸਪਲੇਨ ਕੀਤਾ ਵੀ ਕਿ ਸਾਡੇ ਨਾਲ ਸ਼ੁਰੂ ਤੋਂ ਇਨਵੋਲਵ ਨੇ ਨਾ, ਸਾਡੀ ਹਰ ਕੰਮ ਦੇ ਵਿੱਚ ਆ ਕੇ ਮਦਦ ਬਹੁਤ ਕੀਤੀ ਹੈ। ਫਿਰ ਉਸ ਤੋਂ ਬਾਅਦ ਫਿਰ ਡਾਕਟਰ ਕੈਂਡਲ ਹੋ ਜਿਹੜੇ ਕਿ ਸਾਡੇ ਐਮਰਜੈਂਸੀ ਫਿਜ਼ੀਸ਼ੀਅਨ ਨੇ, ਲੀਡ ਨੇ ਇਸ ਕੰਮ ਦੇ ਵਿੱਚ। ਤੇ ਮੈਂ ਸਮਝਦਾ ਵੀ ਉਹਨਾਂ ਨੇ ਇਸ ਕੰਮ ਨੂੰ ਲੀਡ ਕਰਕੇ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਇਨਵੋਲਵ ਕਰਨ ਦੇ ਵਿੱਚ ਬਹੁਤ ਮਦਦ ਕੀਤੀ। ਉਸ ਤੋਂ ਇਲਾਵਾ ਹੁਣ ਮੇਰੀ ਵਾਰੀ ਆ ਗਈ ਕਿ ਮੈਂ ਤੁਹਾਨੂੰ ਦੱਸਾਂ ਕਿ ਮੈਂ ਆਪਣੀ ਪ੍ਰੈਜੈਂਟੇਸ਼ਨ ਕਰਾਂਗਾ। ਤੇ ਸਟ੍ਰੋਕ ਕੀ ਹੈ? ਸਟ੍ਰੋਕ ਜਿਹੜਾ ਨਾ, ਹੁਣ ਦੇਖੋ ਇਹ ਥੋੜੇ ਸ਼ਬਦਾਂ ਵਿੱਚ ਮੈਂ ਐਕਸਪਲੇਨ ਕਰਨ ਦੀ ਟਰਾਈ ਕਰਾਂਗਾ ਕਿ ਸਟ੍ਰੋਕ ਕੀ ਹੈ ਕਿ ਜਿਹੜੀਆਂ ਦਿਮਾਗ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਨੇ ਉਹਨਾਂ ਦਾ ਬਲੌਕੇਜ ਹੋਣਾ, ਉਹਨਾਂ ਦੇ ਵਿੱਚ ਜਾਂ ਬਲੌਕ ਹੋਣਾ ਜਾਂ ਉਹਨਾਂ ਵਿੱਚ ਪੂਰਾ ਬਲੱਡ ਫਲੋ ਨਹੀਂ ਕਰਨਾ। ਜਦੋਂ ਬਲੱਡ ਫਲੋ ਨਹੀਂ ਹੁੰਦਾ ਤੇ ਉਦੋਂ ਜਿਹੜਾ ਨਾ ਇਹਦੀਆਂ ਉਹ ਖੂਨ ਦੀਆਂ ਨਾੜੀਆਂ ਬੰਦ ਹੋਣ ਕਰਕੇ ਜਿੱਥੇ ਜਿੱਥੇ ਨਾੜੀ ਦਾ ਅਸਰ ਹੁੰਦਾ ਬੰਦ ਹੋਣ ਦੇ ਨਾਲ, ਉਸੇ ਹਿਸਾਬ ਨਾਲ ਹੀ ਉਹ ਤੁਹਾਨੂੰ ਉਹਦੀ ਪ੍ਰੈਜੈਂਟੇਸ਼ਨ ਹੁੰਦੀ ਹੈ। ਸੋ 3-4 ਗੱਲਾਂ ਬਹੁਤ ਇੰਪੋਰਟੈਂਟ ਨੇ ਵੀ ਇਹਦੇ ਸਾਈਨ ਆਫ ਸਟ੍ਰੋਕ ਕੀ ਨੇ ਆ, ਸਟ੍ਰੋਕ ਦੇ ਲੱਛਣ ਕੀ ਨੇ। ਪਹਿਲੀ ਗੱਲ ਤੇ ਹੈ ਕਿ ਆਪਣੇ ਪੇਪਰ ਪੈਨ ਲੈ ਕੇ ਤੇ ਨੋਟ ਕਰ ਲਓ ਵੀ ਆਪਾਂ ਫਾਸਟ ਜਿਹੜਾ ਨਾ ਉਸ ਤੇ ਫੋਕਸ ਕਰਨਾ। ਐਫ ਜਿਹੜਾ ਨਾ ਪਹਿਲਾ ਹੁੰਦਾ ਕਿ ਫੇਸ ਡ੍ਰੌਪਿੰਗ ਦਾ, ਚਿਹਰੇ ਦਾ ਝੁਕਣਾ ਇੱਕ ਸਾਈਡ ਤੇ। ਫਿਰ ਜਾਂ ਇਹ ਹੁੰਦਾ ਆਰਮ ਦੀ ਵੀਕਨੈਸ ਹੋਣੀ, ਤੁਹਾਡੀ ਬੋਡੀ ਦੇ ਵਿੱਚ ਇੱਕ ਸਾਈਡ ਤੇ ਵੀਕਨੈਸ ਆ ਰਹੀ ਹੈ। ਅਗਲਾ ਐਸ ਹੁੰਦਾ ਸਪੀਚ ਦੀ ਡਿਫਿਕਲਟੀ, ਬੋਲਣ ਦੀ ਮੁਸ਼ਕਲ ਆ ਰਹੀ ਹੈ। ਤੇ ਫਿਰ ਜਦੋਂ ਤੁਹਾਨੂੰ ਇਹ 3 ਚੀਜ਼ਾਂ ਤੁਸੀਂ ਵਾਚ ਕਰਦੇ ਪਏ ਹੋ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ, ਤੇ ਤੁਹਾਨੂੰ ਉਹ ਬਿਲਕੁਲ ਬੰਦਾ ਜਾਂ ਕੋਈ ਇਨਸਾਨ ਤੁਹਾਡੇ ਸਾਹਮਣੇ ਠੀਕ ਬੈਠੇ ਸੀ, ਇਹਨਾਂ ਵਿੱਚੋਂ ਕੋਈ ਵੀ ਗੱਲ ਆ ਰਹੀ ਤੇ ਤੁਹਾਨੂੰ ਚਾਹੀਦਾ ਕਿ 911 ਨੂੰ ਉਸ ਸਮੇਂ ਤੇ ਫੋਨ ਕਰੋ। ਕਿਉਂਕਿ ਜਿਹੜਾ ਇਹਦੇ ਜਿਹੜੇ ਵੀਕਨੈਸ ਜਿਹੜੀ ਹੈ ਨਾ, ਉਹ ਬੜਾ ਇੰਪੋਰਟੈਂਟ ਪਾਰਟ ਹੈ। ਨਮਨੈਸ ਹੋਣੀ ਫੇਸ ਦੇ ਵਿੱਚ, ਆਪਣੀ ਤੁਹਾਡੀ ਆਰਮ ਦੇ ਵਿੱਚ ਤੁਹਾਡੀ ਸੈਂਸੇਸ਼ਨ ਨਾ ਹੋਏ, ਲੈਗ ਦੇ ਵਿੱਚ ਸੈਂਸੇਸ਼ਨ ਘੱਟ ਜੇ, ਤੇ ਇਹ ਮੋਸਟਲੀ ਹੁੰਦਾ ਵਨ ਸਾਈਡ ਆਫ ਦੀ ਬੋਡੀ ਦੇ ਵਿੱਚ ਹੀ। ਫਿਰ ਹੁੰਦਾ ਵੀ ਤੁਹਾਨੂੰ ਤੁਸੀਂ ਬੈਠੇ ਹੋ ਕਿਸੇ ਨਾਲ ਕਨਵਰਸੇਸ਼ਨ ਕਰਦੇ ਪਏ ਹੋ, ਗੱਲ ਕਰਦਿਆਂ ਤੁਹਾਨੂੰ ਉਹਨਾਂ ਦੀ ਗੱਲ ਨਾ ਸਮਝ ਆਏ ਤੇ ਤੁਸੀਂ ਉਹ ਕਨਫਿਊਜ਼ ਜੇ ਤੁਹਾਨੂੰ ਜਾਪਣ, ਤੇ ਇਹਦਾ ਮਤਲਬ ਵੀ ਉਹਨਾਂ ਨੂੰ ਸਟ੍ਰੋਕ ਹੋ ਰਿਹਾ। ਜਾਂ ਉਹ ਬੈਠੇ ਉਹਨਾਂ ਨੂੰ ਦੇਖਣ ਵਿੱਚ ਕੋਈ ਪ੍ਰੋਬਲਮ ਆ ਜਾਏ, ਜਿਸ ਤਰ੍ਹਾਂ ਕਿ ਬਿਲਕੁਲ ਵੇਖ ਨਾ ਸਕਣ ਤੇ ਉਹਨਾਂ ਦਾ ਵਿਜ਼ਨ ਜਿਹੜਾ ਨਾ ਇੱਕ ਅੱਖ ਦੀ ਦੇ ਨਾਲ ਹੋ ਸਕਦਾ, ਦੋਨਾਂ ਅੱਖਾਂ ਵਿੱਚ ਵੀ ਪ੍ਰੋਬਲਮ ਆ ਸਕਦੀ ਹੈ। ਸੋ ਜਿਹੜਾ ਨੈਕਸਟ ਜਿਹੜਾ ਹੁੰਦਾ ਕਿ ਜਿਸ ਤਰ੍ਹਾਂ ਤੁਹਾਨੂੰ ਇੱਕਦਮ ਚੱਕਰ ਆਏ ਜਾਂ ਤੁਹਾਡਾ ਬੈਲੈਂਸ ਨਹੀਂ ਠੀਕ ਰਿਹਾ, ਤੁਹਾਡੀ ਕੋਆਰਡੀਨੇਸ਼ਨ ਨਹੀਂ ਠੀਕ ਰਹੀ, ਤੇ ਜਾਂ ਹੁੰਦਾ ਵੀ ਤੁਸੀਂ ਬਿਲਕੁਲ ਬੈਠੇ ਹੋ, ਉੱਠਣ ਲੱਗੇ ਹੋ, ਕਿਸੇ ਪਾਸੇ ਜਾ ਰਹੇ ਹੋ ਤੇ ਤੁਹਾਡੀ ਮੂਵਮੈਂਟਸ ਜਿਹੜੀਆਂ ਨਾ ਉਹ ਠੀਕ ਨਹੀਂ ਹੋ ਰਹੀ, ਜਾਂ ਤੁਹਾਡਾ ਇੱਕਦਮ ਹੀ ਤੁਹਾਡਾ ਕੌਨਸ਼ੀਅਸ ਲੈਵਲ ਘਟ ਗਿਆ, ਤੁਹਾਨੂੰ ਬੇਹੋਸ਼ੀ ਪਾਣਾ ਹੋ ਗਿਆ। ਤੁਹਾਡੇ ਸਾਹਮਣੇ ਜਿਹੜਾ ਬੈਠਾ ਉਹ ਕਹਿ ਰਿਹਾ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ, ਇਹਨਾਂ ਨੂੰ ਘਬਰਾਹਟ ਹੋ ਗਈ ਹੈ ਤੇ ਇਹ ਡਿੱਗਣ ਲੱਗੇ ਨੇ। ਉਹ ਵੀ ਫਿਰ ਨੈਕਸਟ ਹੁੰਦਾ ਕਿ ਕਈ ਵਾਰੀ ਕਈਆਂ ਨੂੰ ਬਹੁਤ ਹੈਡੇਕ ਹੁੰਦੀ ਹੈ, ਬਹੁਤ ਜ਼ੋਰ ਨਾਲ, ਖਾਸ ਕਰਕੇ ਇੱਕਦਮ ਹੀ ਪਹਿਲਾਂ ਤੁਹਾਨੂੰ ਕਦੀ ਹੈਡੇਕ ਨਹੀਂ ਹੋਈ ਤੇ ਮੋਸਟਲੀ ਜਿਹੜੀ ਹੈਡੇਕ ਹੈ ਨਾ ਲੋਅਰ ਪਾਰਟ ਦੇ ਵਿੱਚ ਹੋਏ ਤੇ ਜਿਹਦੇ ਨਾਲ ਤੁਹਾਨੂੰ
ਬਿਲਕੁਲ ਤੁਸੀਂ ਸਹਾਰ ਨਾ ਸਕੋ। ਸੇ ਇਹ ਵੀ ਜਿਹੜਾ ਨਾ ਬੜਾ ਇੰਪੋਰਟੈਂਟ ਚੇਂਜ ਹੁੰਦਾ। ਫਿਰ ਨਾਲ ਕਈ ਵਾਰੀ ਹੁੰਦਾ ਕਿ ਤੁਹਾਨੂੰ ਕੋਈ ਜਿਸ ਤਰ੍ਹਾਂ ਤੁਹਾਡਾ ਦਿਲ ਖਰਾਬ ਹੋਏ, ਨਾਊਜ਼ੀਆ ਹੋ ਜੇ, ਉਲਟੀ ਵੀ ਆ ਸਕਦੀ ਹੈ। ਫਿਰ ਹੁੰਦਾ ਵੀ ਕਈ ਵਾਰੀ ਜ਼ਿਆਦਾ ਜਿਹੜੀ ਪੋਜੀਸ਼ਨ ਜੇ ਖਰਾਬ ਹੋ ਜੇ ਤੇ ਲਾਸ ਆਫ ਜਿਹੜਾ ਨਾ ਤੁਹਾਨੂੰ ਲਾਸ ਆਫ ਔਰ ਚੇਂਜ ਆਫ ਕੌਨਸਟੀਟਿਊਸ਼ਨਸ ਕਿ ਤੁਹਾਡੀ ਜਿਹੜੀ ਹੈ ਨਾ ਸੁਰਤ ਬਿਲਕੁਲ ਇੱਕਦਮ ਬਿਲਕੁਲ ਤੁਹਾਨੂੰ ਪਤਾ ਨਹੀਂ ਲੱਗਦਾ, ਜਾਂ ਤੁਸੀਂ ਫੇਂਟ ਕਰ ਜਾਂਦੇ ਹੋ, ਜਾਂ ਕਨਫਿਊਜ਼ਨ ਆ ਜਾਂਦਾ, ਜਾਂ ਤੁਹਾਡੇ ਜਿਹੜੇ ਨਾ ਹੱਥ ਪੈਰ ਉਹ ਕੰਮ ਨਹੀਂ ਕਰਦੇ ਪਏ, ਜਾਂ ਤੁਸੀਂ ਇੱਕਦਮ ਚਲੇ ਜਾਂਦੇ ਹੋ ਕੋਮਾ ਦੇ ਵਿੱਚ। ਇਹ ਤੇ ਨੇ ਜਦੋਂ ਮੇਜਰ ਸਟ੍ਰੋਕ ਤੁਹਾਨੂੰ ਹੋ ਰਿਹਾ, ਇਹ ਉਹਦੇ ਨੇ ਸਿੰਪਟਮ। ਜਿਹੜਾ ਸਟ੍ਰੋਕ ਜਾਂ ਬਲੋਕੇਜ ਕਰਕੇ ਹੋ ਰਿਹਾ ਜਾਂ ਬਲੀਡਿੰਗ ਕਰਕੇ ਹੋ ਰਿਹਾ, ਦੋਨਾਂ ਦੀ ਪ੍ਰੈਜੈਂਟੇਸ਼ਨ ਇਸੇ ਤਰੀਕੇ ਨਾਲ ਹੁੰਦੀ ਹੈ, ਐਕਸੈਪਟ ਜਿਹੜਾ ਹੈਡੇਕ ਹੈ ਨਾ ਉਹ ਜ਼ਿਆਦਾ ਹੁੰਦੀ ਹੈ ਜਿੱਥੇ ਕੋਈ ਜਿਹੜਾ ਦਿਮਾਗ ਦੇ ਵਿੱਚ ਬਲੀਡਿੰਗ ਹੋਈ ਹੋਏ। ਪਰ ਕਈ ਵਾਰੀ ਤੁਸੀਂ ਵੇਖਿਆ ਹੋਣਾ ਜਾਂ ਸੁਣਿਆ ਵੀ ਹੋਣਾ, ਕਈ ਲੋਕੀ ਕਹਿਣਗੇ ਮੈਨੂੰ ਛੋਟਾ ਹੋਇਆ ਸੀ ਸਟ੍ਰੋਕ, ਜਿਹੜਾ ਕਿ ਜਿਹਨੂੰ ਆਪਾਂ ਕਿ ਉਹਨੂੰ ਕਹਿੰਦੇ ਆ ਵੀ ਜਿਹੜੀ ਦਿਮਾਗ ਦੇ ਵਿੱਚ ਬਲੱਡ ਸਪਲਾਈ ਹੈ ਥੋੜੇ ਸਮੇਂ ਵਾਸਤੇ ਜਾਂ ਬਲੋਕੇਜ ਕਰਕੇ ਜਾਂ ਬਲੀਡਿੰਗ ਕਰਕੇ ਹੋ ਕੇ ਫਿਰ ਆਪਣੇ ਆਪ ਉਹਦੀ ਰਿਕਵਰੀ ਹੋ ਜੇ, ਉਹਨੂੰ ਆਪਾਂ ਛੋਟਾ ਸਟ੍ਰੋਕ ਕਹਿੰਦੇ ਆ। ਜਿਹੜਾ ਛੋਟਾ ਸਟ੍ਰੋਕ ਹੈ ਨਾ, ਇਹਦੇ ਵਿੱਚ ਸਿੰਪਟਮ ਉਹੋ ਜਿਹੀਆਂ ਨੇ ਗੱਲਾਂ, ਲੱਛਣ ਉਸੇ ਹਿਸਾਬ ਨਾਲ ਦੀ ਪ੍ਰੈਜੈਂਟੇਸ਼ਨ ਹੈ ਕਿ ਤੁਹਾਨੂੰ ਜਿਹੜਾ ਨਾ ਵੀਕਨੈਸ ਹੋਣੀ, ਫਟੀਗ ਹੋਣੀ, ਤੁਹਾਡੇ ਵਿਜ਼ਨ 'ਚ ਫਰਕ ਪੈਣਾ, ਇੱਕ ਸਾਈਡ ਤੇ ਤੁਹਾਨੂੰ ਵੀਕਨੈਸ ਆ ਰਹੀ ਹੈ, ਤੁਹਾਡਾ ਫੇਸ ਜਿਹੜਾ ਡ੍ਰੌਪ ਕੀਤਾ, ਇੱਕਦਮ ਕੋਆਰਡੀਨੇਸ਼ਨ 'ਚ ਫਰਕ ਆ ਗਿਆ। ਸੋ ਇਹ ਪਰ ਇਹ ਹੁੰਦਾ ਵੀ ਇਹ ਬਹੁਤ ਘੱਟ ਦੇਰ ਤੱਕ ਲਾਸਟ ਕਰਦਾ, ਇੱਕਦਮ ਹੀ ਸਮਝ ਲਓ ਵੀ ਕਈ ਵਾਰੀ 15-20 ਮਿੰਟਾਂ 'ਚ ਬੈਠੇ ਬੈਠੇ ਹੋ ਜਾਂਦਾ ਬੰਦਾ ਠੀਕ, ਕਈ ਵਾਰੀ ਅੱਧਾ ਘੰਟਾ ਜਾਂ ਕਈ ਵਾਰੀ 24 ਘੰਟੇ ਦੇ ਵਿੱਚ। ਸੋ ਸ਼ਾਰਟ ਟਰਮ ਦਾ ਹੁੰਦਾ, ਯੂਜਲੀ ਇਹ ਕੁਛ ਮਿੰਟ ਤੋਂ ਲੈ ਕੇ 24 ਘੰਟੇ ਤੱਕ ਇਹਦੀ ਪ੍ਰੈਜੈਂਟੇਸ਼ਨ ਹੁੰਦੀ ਹੈ। ਪਰ ਇਹਦਾ ਹੁੰਦਾ ਕਿ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਜਦੋਂ ਤੁਸੀਂ ਸਮਝਦੇ ਹੋ ਤੁਹਾਨੂੰ ਜਾਂ ਤੁਹਾਡੇ ਨਾਲ ਕੋਈ ਬੈਠਾ ਜਾਂ ਤੁਹਾਡੇ ਘਰ ਦੇ ਵਿੱਚ, ਉਹ ਇੰਪੋਰਟੈਂਟ ਗੱਲ ਹੁੰਦੀ ਹੈ ਕਿ ਤੁਸੀਂ ਉਸੇ ਵਕਤ ਹੀ ਤੁਹਾਨੂੰ ਜਿਹੜਾ ਨਾ ਕੰਟੈਕਟ ਕਰਨਾ ਚਾਹੀਦਾ ਐਮਰਜੈਂਸੀ ਨੂੰ। ਉਹਦੇ ਬਾਰੇ ਅੱਗੇ ਜਾ ਕੇ ਤੁਹਾਨੂੰ ਐਕਸਪਲੇਨ ਕਰਾਂਗੇ ਕਿ ਕਿਉਂਕਿ ਜਿਹੜਾ ਟਾਈਮਿੰਗ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ ਸਟ੍ਰੋਕ ਦੇ ਵਿੱਚ ਜਾਂ ਜਿਹੜਾ ਛੋਟੇ ਸਟ੍ਰੋਕ ਦੇ ਵਿੱਚ ਵੀ। ਜਿਹੜੀ ਡੈਫੀਨੇਸ਼ਨ ਹੈ ਮੋਸਟਲੀ ਅਸੀਂ ਕਹਿੰਦੇ ਹਾਂ ਵੀ 24 ਆਵਰ ਦੇ ਵਿੱਚ ਜਿਹੜਾ ਠੀਕ ਹੋ ਜੇ ਉਹਨੂੰ ਆਪਾਂ ਛੋਟਾ ਸਟ੍ਰੋਕ ਕਹਿੰਦੇ ਹਾਂ ਜਾਂ TIAs ਕਹਿੰਦੇ ਹਾਂ। ਜਿਹੜਾ ਕਿਉਂ ਹੁੰਦਾ, ਕਿਉਂਕਿ ਜਦੋਂ ਵੀ ਬਲੱਡ ਫਲੋ ਕਿਸੇ ਵੀ ਸਾਡੇ ਦਿਮਾਗ ਦੇ ਵਿੱਚ ਜਦੋਂ ਉਹ ਘਟ ਜਾਂਦਾ, ਆਈਦਰ ਬਲੀਡਿੰਗ ਕਰਕੇ ਜਾਂ ਫਿਰ ਉਹ ਬੰਦ ਹੋਣ ਕਰਕੇ, ਬਲੋਕੇਜ ਹੋਣ ਕਰਕੇ, ਜਿਹੜੇ ਹਿੱਸਾ ਬ੍ਰੇਨ ਦਾ ਮਰਦਾ ਉਹਦੀ ਪ੍ਰੈਜੈਂਟੇਸ਼ਨ ਬੋਡੀ ਵਿੱਚ ਹੁੰਦੀ ਹੈ। ਜੇ ਸਪੋਜ਼ ਵੀ ਜਿਹੜੇ ਹਿੱਸੇ ਅਸਰ ਪੈਣਾ ਉਹਦੇ ਨਾਲ ਹੀ ਤੁਹਾਡੀ ਅੱਖਾਂ ਤੇ ਅਸਰ ਪੈਣਾ, ਵਿਜ਼ਨ ਤੇ, ਤੁਹਾਡੀ ਮੂਵਮੈਂਟ ਤੇ, ਤੁਹਾਡੀ ਕੋਆਰਡੀਨੇਸ਼ਨ ਤੇ। ਸੋ ਇਹ ਸਾਰੇ ਵਾਰਨਿੰਗ ਸਾਈਨ ਨੇ ਵੀ ਤੁਸੀਂ ਇਸ ਚੀਜ਼ ਬਾਰੇ ਧਿਆਨ ਰੱਖੋ, ਕਿਉਂ ਅਲਟੀਮੇਟਲੀ ਹੁੰਦਾ ਕਿ ਦੋ ਗੱਲਾਂ ਦਾ ਤੁਸੀਂ ਵੀ ਸੁਣਿਆ ਹੋਣਾ, ਸਾਰੇ ਕਹਿਣਗੇ ਵੀ ਮੈਨੂੰ ਤੇ ਮੇਰੇ ਤੇ ਬਲੌਕ ਹੋਇਆ ਸੀ, ਕਈ ਕਹਿਣਗੇ ਮੇਰੇ ਤੇ ਬਲੀਡਿੰਗ ਹੋਈ ਸੀ। ਪਰ ਜਿਹੜਾ ਬਲੌਕ ਵਾਲਾ ਨਾ, ਜਦੋਂ ਤੁਹਾਡੀ ਬਲੱਡ ਸਪਲਾਈ ਤੁਹਾਡੇ ਬ੍ਰੇਨ ਨੂੰ ਨਹੀਂ ਜਾਂਦੀ ਕਿਸੇ ਵੀ ਕਾਰਨ ਕਰਕੇ, ਉਹ ਕਈ ਕਾਰਨ ਨੇ, ਬਲੱਡ ਦਾ ਥਿਕ ਹੋ ਜੇ ਜਾਂ ਤੁਹਾਡੇ ਵਿੱਚ ਐਂਬੋਲਿਜ਼ਮ ਬਣ ਜੇ। ਤੁਸੀਂ ਸੁਣਿਆ ਹੋਣਾ ਵੀ ਜਿਹੜੇ ਲੋਕਾਂ ਨੂੰ ਕਈ ਵਾਰੀ ਬਲੱਡ ਥਿਨਰ ਦੇਣੇ ਹੁੰਦੇ ਆ, ਉਹਨਾਂ ਦਾ ਖੂਨ ਹੁੰਦਾ ਥੋੜਾ ਜਿਹਾ ਸੰਘਣਾ, ਉਹਦੇ ਕਰਕੇ ਫਿਰ ਹੁੰਦਾ ਵੀ ਕਈ ਵਾਰੀ ਤੁਹਾਡੀ ਜਿਹੜੀਆਂ ਆਰਟਰੀਜ਼ ਨੇ ਇਹ ਬਲੌਕ ਹੋਣ। ਕਈ ਵਾਰੀ ਹੁੰਦਾ ਵੀ ਤੁਹਾਡੇ ਹਾਰਟ ਦੇ ਵਿੱਚ ਪ੍ਰੋਬਲਮ ਹੈ, ਤੁਹਾਨੂੰ ਕੰਜਸਟ ਆਫ ਹਾਰਟ ਫੇਲਿਅਰ, ਤੁਹਾਡਾ ਹਾਰਟ ਜਿਹੜਾ ਪੂਰੀ ਤਰ੍ਹਾਂ ਫੰਕਸ਼ਨ ਨਹੀਂ ਕਰਦਾ ਪਿਆ ਤੇ ਬਲੱਡ ਪੂਰਾ ਫਲੋ ਨਹੀਂ ਕਰਦਾ ਪਿਆ। ਬਲੱਡ ਜਿਹੜਾ ਜਦੋਂ ਦਿਮਾਗ ਨੂੰ ਪੂਰਾ ਫਲੋ ਨਹੀਂ ਕਰਦਾ, ਇਹਨਾਂ ਕਾਰਨਾਂ ਕਰਕੇ ਉਹਨੂੰ ਆਪਾਂ ਕਹਿੰਦੇ ਆ ਵੀ ਬਲੋਕੇਜ ਕਰਕੇ। ਦੂਜਾ ਹੁੰਦਾ ਹੈਮਰੇਜਿਕ, ਜਿਹੜਾ ਕਿ ਬਲੀਡਿੰਗ ਕਰਕੇ ਹੁੰਦਾ। ਉਹਦੇ 3-4 ਮੇਨ ਕਾਰਨ ਨੇ, ਉਹਦੇ ਵਿੱਚੋਂ ਸਭ ਤੋਂ ਜਿਹੜਾ ਹੁੰਦਾ ਕਿ ਜਿਹੜੀ ਬਾਹਰ ਬਲੀਡਿੰਗ ਹੋ ਜਾਏ ਜਾਂ ਸੱਟ ਲੱਗੇ, ਜਾਂ ਕਈ ਵਾਰੀ ਹੁੰਦਾ ਵੀ ਬਚਪਨ ਤੋਂ ਹੀ ਸਾਡੇ ਦਿਮਾਗ ਦੇ ਵਿੱਚ ਕਈ ਨਾੜੀਆਂ ਹੁੰਦੀਆਂ ਨੇ ਬੜੀਆਂ ਕਮਜ਼ੋਰ, ਉਹ ਪਤਾ ਨਹੀਂ ਲੱਗਦਾ ਕਿਸੇ ਨੂੰ, ਫਿਰ ਉਹ ਹੌਲੀ ਹੌਲੀ ਕਿਸੇ ਵੀ ਕਾਰਨ ਕਰਕੇ ਕਮਜ਼ੋਰ ਹੋਣ ਦੇ ਨਾਲ ਉਹ ਫਟ ਜਾਣ ਤੇ ਫਿਰ ਉਹਨੂੰ ਆਪਾਂ ਉਹਦੇ ਨਾਲ ਬਲੀਡਿੰਗ ਕਰਕੇ ਵੀ ਸਟ੍ਰੋਕ ਹੋ ਸਕਦਾ। ਸੋ ਇਹ ਜਿਹੜੀਆਂ ਨਾ ਗੱਲਾਂ, ਸੋ ਦੋਨਾਂ ਨੂੰ ਸੈਪਰੇਟ ਕਰਨਾ ਬੜਾ ਇੰਪੋਰਟੈਂਟ ਹੈ, ਕਿਉਂਕਿ ਜਿਹੜੀ ਇਨੀਸ਼ੀਅਲ ਟ੍ਰੀਟਮੈਂਟ ਹੈ ਨਾ ਉਹ ਬਹੁਤ ਕ੍ਰੂਸ਼ੀਅਲ ਹੈ, ਖਾਸ ਕਰਕੇ ਛੋਟੇ ਸਟ੍ਰੋਕ ਲਈ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ। ਪਹਿਲਾਂ ਹੁੰਦਾ ਜਿਹੜੀ ਬਲੀਡਿੰਗ ਹੈ ਤੇ ਜਿਹੜਾ ਉਹਦੇ ਕਰਕੇ ਵੇਖਣਾ ਪੈਂਦਾ, ਪਹਿਲਾਂ ਹੈਡੇਕ ਹੁੰਦੀ ਹੈ, ਫਿਰ ਹੁੰਦਾ ਵੀ ਤੁਹਾਡਾ ਇੱਕਦਮ ਹੀ ਜਿਹੜੀ ਤੁਹਾਡੀ ਜਿਹੜੀ ਬੇਹੋਸ਼ੀਪਨ ਬਹੁਤ ਜਲਦੀ ਆਉਂਦਾ, ਤੇ ਉਹਦੇ ਨਾਲ ਹੁੰਦਾ ਕਿ ਤੁਸੀਂ ਪਹਿਲਾਂ ਤੁਹਾਨੂੰ ਕੋਈ ਪਤਾ ਨਹੀਂ, ਕੋਈ ਪ੍ਰੋਬਲਮ ਨਹੀਂ ਸੀ ਹੋਈ, ਤੁਹਾਡੇ ਕੋਈ ਪ੍ਰੀ ਡਿਸਪੋਜ਼ਿੰਗ ਫੈਕਟਰ ਨਹੀਂ ਹੈਗੇ। ਸੋ ਇਹ ਬਲੀਡਿੰਗ ਕਰਕੇ ਕਾਰਨ ਹੁੰਦਾ। ਜਿਹੜਾ ਬਲੋਕੇਜ ਕਰਕੇ ਹੁੰਦਾ ਮੋਸਟਲੀ ਸਲੋ ਚੱਲਦਾ,
ਵੀ ਥੋੜਾ ਜਿਹਾ ਬਲੋਕੇਜ ਹੋਇਆ, ਤੁਹਾਨੂੰ ਥੋੜੀ ਬਹੁਤੀ ਵੀਕਨੈਸ ਆਈ, ਤੇ ਫਿਰ ਉਹਦੇ ਵਿੱਚੋਂ ਹੈਡੇਕ ਬਹੁਤ ਘੱਟ ਹੁੰਦੀ ਹੈ। ਮੈਂ ਹੈਡੇਕ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ। ਇਹ ਸਿਰ ਦਰਦ ਆਮ ਨਹੀਂ ਵੀ ਸਿਰ ਤੇ ਹੋ ਗਈ, ਕਿਸੇ ਪਰੇਸ਼ਾਨੀ ਕਰਕੇ ਹੋ ਗਈ। ਇਹ ਹੈਡੇਕ ਹੁੰਦੀ ਹੈ ਬੜੀ, ਇੱਥੇ ਹੈਡ ਦੇ ਮਗਰਲੇ ਬੰਨੇ ਬੜੇ ਜ਼ੋਰ ਨਾਲ ਹੋਏ ਹੈਡ। ਫਿਰ ਜਿਹੜਾ ਹੁੰਦਾ ਕਿ ਜਿਹੜਾ ਤੁਹਾਡਾ ਕੋਈ ਤੁਹਾਡੀ ਤੁਹਾਡਾ ਉਹਦਾ ਤੁਹਾਡੀ ਹਿਸਟਰੀ ਹੁੰਦੀ ਹੈ, ਕੋਈ ਹਾਈ ਬਲੱਡ ਪ੍ਰੈਸ਼ਰ ਦੀ, ਕੋਈ ਤੁਹਾਡੀ ਡਾਇਬਟੀਜ਼ ਦੀ, ਕੋਈ ਕਿਡਨੀ ਪ੍ਰੋਬਲਮਸ ਦੀ, ਜਾਂ ਕਿਤੇ ਨਾ ਕਿਤੇ ਤੁਹਾਡੀ ਜਿਹੜੀਆਂ ਇਹ ਗੱਲਾਂ ਜਿਹੜੀਆਂ ਕਿ ਰਿਸਕ ਫੈਕਟਰ ਨੇ, ਉਹ ਮੈਂ ਉਹਦੇ ਬਾਰੇ ਗੱਲ ਕਰਨੀ ਚਾਹੁੰਦਾ। ਕਿਉਂਕਿ ਜਿਹੜਾ ਸਟ੍ਰੋਕ ਹੈ ਦੋਨਾਂ ਦੇ ਵਿੱਚ ਹੀ ਰੋਲ ਪਲੇ ਕਰਦਾ, ਪਰ ਮੋਸਟਲੀ ਜਿਹੜੀਆਂ ਰਿਸਕ ਫੈਕਟਰ ਨੇ ਇਹ ਜ਼ਿਆਦਾ ਜਿਨ੍ਹਾਂ ਦਾ ਖੂਨ ਘਟਦਾ ਦਿਮਾਗ ਨੂੰ, ਜਿਹੜੀਆਂ ਨਾੜੀਆਂ ਬਲੌਕ ਹੁੰਦੀਆਂ, ਇਹ ਗੱਲਾਂ ਉਹਨਾਂ ਵਾਸਤੇ ਜ਼ਿਆਦਾ ਇੰਪੋਰਟੈਂਟ ਨੇ। ਜਿਸ ਤਰ੍ਹਾਂ ਕਿ ਬਲੱਡ ਪ੍ਰੈਸ਼ਰ ਦੀ ਮੇਨਟੇਨ, ਹਾਈ ਬਲੱਡ ਪ੍ਰੈਸ਼ਰ ਹੋਏ, ਫਿਰ ਹੁੰਦਾ ਤੁਹਾਡੀ ਹਾਰਟ ਡਿਜ਼ੀਜ਼ ਹੋਏ, ਕੰਜਸਟਿਵ ਹਾਰਟ ਫੇਲਿਅਰ, ਇਸ ਤੋਂ ਇਲਾਵਾ ਤੁਹਾਡਾ ਇਸਕੀਮਿਕ ਹਾਰਟ ਡਿਜ਼ੀਜ਼ ਹੈ, ਤੁਹਾਡਾ ਹਾਰਟ ਅਟੈਕ ਹੋਇਆ ਜਾਂ ਤੁਹਾਨੂੰ ਸਟੰਟ ਪਿਆ। ਸੋ ਫਿਰ ਹੁੰਦਾ ਡਾਇਬਟੀਜ਼ ਜਿਹੜਾ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਕਿੰਨਾ ਕਾਮਨ ਹੈ। ਤੇ ਇਸ ਕਰਕੇ ਜਿਹੜੇ ਲੋਕ ਡਾਇਬਟੀਜ਼ ਨੂੰ ਨਹੀਂ ਕੰਟਰੋਲ ਕਰਦੇ, ਉਹਨਾਂ ਦੇ ਜ਼ਿਆਦਾ ਚਾਂਸਸ ਨੇ। ਜਿਹੜੇ ਲੋਕ ਸਮੋਕ ਬੜਾ ਕਰਦੇ ਨੇ, ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ। ਉਸ ਤੋਂ ਜਿਹੜਾ ਨੈਕਸਟ ਹੁੰਦਾ ਕਿ ਜਿਹਨਾਂ ਨੂੰ ਹਾਈ ਕੋਲੈਸਟਰੋਲ ਲੈਵਲ ਹੈ, ਜਿਹੜੇ ਅਸੀਂ ਮੇਨਟੇਨ ਨਹੀਂ ਕਰਦੇ ਸੀ। ਕਈ ਵਾਰੀ ਕਹਿੰਦੇ ਆ ਵੀ ਛੋਟੀ ਮੋਟੀ ਗੱਲ ਹੈ, ਮੈਂ ਇਸ ਚੀਜ਼ ਨੂੰ ਧਿਆਨ ਨਹੀਂ ਦੇਣਾ, ਉਹ ਕੋਲੈਸਟਰੋਲ ਵੀ ਜਿਹਨਾਂ ਦਾ ਜ਼ਿਆਦਾ, ਉਹ ਵੀ ਪ੍ਰੋਬਲਮ ਹੁੰਦੀ ਹੈ। ਫਿਰ ਜਾਂ ਜਿਹਨਾਂ ਨੂੰ ਛੋਟਾ ਸਟ੍ਰੋਕ ਹੋਇਆ ਹੋਵੇ, ਸਾਡੇ ਇਹ ਬੜੀ ਆਦਤ ਹੈ ਵੀ ਛੋਟੇ ਸਟ੍ਰੋਕ ਨੂੰ ਅਸੀਂ ਧਿਆਨ ਨਹੀਂ ਦਿੰਦੇ, ਕਿ ਉਹਨਾਂ ਕਹਿਣਾ ਕੋਈ ਗੱਲ ਨਹੀਂ, ਮੈਂ 2-4 ਘੰਟਿਆਂ 'ਚ ਠੀਕ ਹੋ ਗਿਆ। ਪਰ ਜੇ ਬਾਰ-ਬਾਰ ਛੋਟਾ ਸਟ੍ਰੋਕ ਹੁੰਦਾ ਤੇ ਇਹਦਾ ਮਤਲਬ ਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪ੍ਰੋਬਲਮ ਬਹੁਤ ਵੱਡੀ ਆ ਸਕਦੀ ਹੈ। ਫਿਰ ਨਾਲ ਇਹ ਵੀ ਨੋਟ ਕਰੋ ਕਿ ਜਿਹੜੀ ਫੈਮਿਲੀ ਹਿਸਟਰੀ ਹੈ ਸਟ੍ਰੋਕ ਦੀ ਹੋਏ, ਕਿਉਂਕਿ ਤੁਹਾਡੀ ਫੈਮਿਲੀ ਵਿੱਚ ਕਿਸੇ ਨੂੰ ਸਟ੍ਰੋਕ ਹੋਇਆ ਹੋਵੇ, ਉਹ ਇਸੇ ਕਰਕੇ ਤੁਹਾਨੂੰ ਫੈਮਿਲੀ ਡਾਕਟਰ ਹਮੇਸ਼ਾ ਪੁੱਛਦੇ ਨੇ ਵੀ ਤੁਹਾਡੀ ਫੈਮਿਲੀ ਵਿੱਚ ਨਹੀਂ ਕਿਸੇ ਨੂੰ ਸਟ੍ਰੋਕ ਹੋਗਾ। ਫਿਰ ਹੁੰਦਾ ਤੁਹਾਡਾ ਸਰੀਰ ਦਾ ਭਾਰਾਪਣ ਹੋਣਾ, ਮੋਟਾਪਾ ਹੋਣਾ, ਕਿਉਂਕਿ ਜਿਹਨਾਂ ਦਾ ਸਰੀਰ ਭਾਰਾ, ਉਹਨਾਂ ਦੀ ਕੋਲੈਸਟਰੋਲ ਦੀ ਵੀ ਨਾਲ ਇਸ਼ੂ, ਉਹਨਾਂ ਦਾ ਸ਼ੂਗਰ ਦਾ ਵੀ ਇਸ਼ੂ ਹੈ, ਤੇ ਉਹਦੇ ਨਾਲ ਮੈਟਾਬੋਲਿਕ ਸਿੰਡਰੋਮ ਹੋਣ ਦੇ ਨਾਲ ਇਹ ਤੁਹਾਡੇ ਜਿਹੜੇ ਨਾ ਇਹ ਪ੍ਰੀਡਿਸਪੋਜ਼ਿੰਗ ਫੈਕਟਰ ਹੈ। ਫਿਰ ਹੁੰਦਾ ਵੀ ਜਿਹੜਾ ਹਾਰਟ ਦਾ ਰੇਟ, ਤੁਸੀਂ ਨੋਟ ਜਦੋਂ ਵੀ ਜਾਓਗੇ ਤੁਹਾਡੇ ਡਾਕਟਰ ਨੇ ਪੁੱਛਣਾ ਵੀ ਤੁਸੀਂ ਆਪਣਾ ਮੈਡੀਸਨ ਲੈ ਰਹੇ ਕਿ ਨਹੀਂ ਲੈ ਰਹੇ, ਤੁਹਾਡਾ ਹਾਰਟ ਦਾ ਰੇਟ ਠੀਕ ਹੈ ਕਿ ਨਹੀਂ ਹੈ, ਤੁਹਾਨੂੰ ਚੈੱਕ ਕਰਨਗੇ। ਜਦੋਂ ਹਾਰਟ ਦਾ ਰੇਟ ਫਲਕਚੁਏਟ ਕਰਦਾ ਤੇ ਉਹਦੇ ਨਾਲ ਜੇ ਬਾਕੀ ਪ੍ਰੀਡਿਸਪੋਜ਼ਿੰਗ ਜਿਹੜੇ ਫੈਕਟਰ ਨੇ, ਉਹ ਫਿਰ ਜਿਹੜੇ ਨਾ ਉਹ ਫਿਰ ਸਾਡੇ ਆਰਟਰੀਜ਼ ਬਲੌਕ ਕਰਦੀਆਂ। ਸੋ ਉਹ ਵੀ ਤੁਹਾਨੂੰ ਵਾਚ ਕਰਨਾ ਪੈਣਾ। ਤੇ ਜਿਹੜੀਆਂ ਜਾਂ ਕੋਈ ਹਾਰਟ ਦੇ ਵਿੱਚ ਕੋਈ ਅਬਨੋਰਮੈਲਿਟੀਜ਼ ਹੋਣ, ਬਚਪਨ ਤੋਂ ਹੀ ਹੋਣ, ਜਿਸ ਤਰ੍ਹਾਂ ਕਿ ਤੁਹਾਡੇ ਹਾਰਟ ਦੇ ਵਿੱਚ ਕਈ ਤਰ੍ਹਾਂ ਦੇ ਨੁਕਸ ਹੋ ਸਕਦੇ ਨੇ। ਸੋ ਜ਼ਿਆਦਾ ਤੁਹਾਨੂੰ ਮੈਂ ਕਨਫਿਊਜ਼ ਨਹੀਂ ਕਰਨਾ ਚਾਹੁੰਦਾ। ਕੋਈ ਵੀ ਜਦੋਂ ਤੁਹਾਡੇ ਫੈਮਿਲੀ ਡਾਕਟਰ ਨੇ ਤੁਹਾਨੂੰ ਗੱਲ ਕਰਨੀ ਹੈ, ਉਹਨਾਂ ਦੀ ਗੱਲ ਧਿਆਨ ਨਾਲ ਸੁਣੋ। ਜਦੋਂ ਤੁਹਾਨੂੰ ਹਿਸਟਰੀ ਉਹ ਸਾਰਾ ਇਸ ਗੱਲ ਬਾਰੇ ਗੱਲ ਕਰਦੇ। ਫਿਰ ਹੁੰਦਾ ਵੀ ਏਜ ਦਾ ਬੜਾ ਵੱਡਾ ਫੈਕਟਰ ਹੈ ਕਿ 55 ਸਾਲ ਦੀ ਏਜ ਤੋਂ ਜ਼ਿਆਦਾ ਚਾਂਸਸ ਨੇ ਜ਼ਿਆਦਾ। ਤੇ ਪਰ ਕੋਈ ਇਸ ਟਾਈਮ ਤੇ ਵੇਖਿਆ ਗਿਆ ਕਿ ਜੇ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਹੈ, ਤੁਸੀਂ ਡਾਇਬਟੀਜ਼ ਆਪਣੀ ਮੈਨੇਜ ਨਹੀਂ ਕਰਦੇ ਪਏ, ਤੁਹਾਨੂੰ ਚੰਗੀ ਤਰ੍ਹਾਂ ਕੋਲੈਸਟਰੋਲ ਮੈਨੇਜ ਨਹੀਂ ਕੀਤਾ, ਤੇ ਚਾਂਸਸ ਤੁਹਾਡੇ ਅਰਲੀ ਵੀ ਹੋ ਸਕਦੇ। ਫਿਰ ਉਹਦੇ ਰਿਸਕ ਫੈਕਟਰ ਦੇ ਵਿੱਚ ਰੇਸ ਵੀ ਜਿਹੜੀ ਹੈ, ਜਿਹੜੇ ਅਫਰੀਕਨ ਅਮਰੀਕਨਸ ਨੇ ਉਹਨਾਂ ਦਾ ਜ਼ਿਆਦਾ ਚਾਂਸ ਹੈ। ਪਰ ਮੈਂ ਸਾਊਥ ਏਸ਼ੀਅਨ ਭਾਈਚਾਰੇ ਦੀ ਮੈਂ ਗੱਲ ਕਰਨੀ ਚਾਹੁੰਦਾ, ਸਾਡੇ ਲੋਕਾਂ ਵਿੱਚ ਵੀ ਜ਼ਿਆਦਾ ਹੈ, ਕਿਉਂਕਿ ਇੱਕ ਡਾਇਬਟੀਜ਼ ਦੀ ਪ੍ਰੋਬਲਮ ਜ਼ਿਆਦਾ, ਹਾਈ ਬਲੱਡ ਪ੍ਰੈਸ਼ਰ ਦੀ ਜ਼ਿਆਦਾ, ਸਟ੍ਰੈਸ ਦੀ ਬੜੀ ਪ੍ਰੋਬਲਮ ਹੈ। ਆਪਾਂ ਮੈਨੇਜਮੈਂਟ ਨਹੀਂ ਕਰਦੇ, ਆਪਾਂ ਵੇਟ ਕੰਟਰੋਲ ਨਹੀਂ ਕਰਦੇ। ਸੋ ਸਾਨੂੰ ਇਹ ਗੱਲਾਂ ਦਾ ਵੀ ਧਿਆਨ ਰੱਖਣਾ ਪੈਣਾ। ਫਿਰ ਹੁੰਦਾ ਕਿ ਜਿਹੜਾ ਸਟ੍ਰੋਕ ਹੈ ਬੰਦਿਆਂ ਵਿੱਚ ਜ਼ਿਆਦਾ, ਔਰਤਾਂ ਵਿੱਚ ਘੱਟ ਹੈ। ਪਰ ਜਿਹੜੀਆਂ ਲੇਡੀਜ਼ ਨੇ ਉਹਨਾਂ ਦੀ ਜ਼ਿਆਦਾ ਜਿਹੜੀਆਂ ਨੇ ਡੈਥ ਹੁੰਦੀ ਹੈ ਸਟ੍ਰੋਕ ਕਰਕੇ ਬੰਦਿਆਂ ਨਾਲੋਂ ਜ਼ਿਆਦਾ। ਜਿਹੜੇ ਬਾਕੀ ਜਿਹੜਾ ਨਾ, ਜਦੋਂ ਵੀ ਜਿਹੜਾ ਇੱਕ ਤੁਸੀਂ ਨੋਟ ਕਰੋ ਵੀ ਜਦੋਂ ਵੀ ਤੁਹਾਨੂੰ ਡਾਕਟਰ ਕੋਲ ਜਾਂਦੇ ਹੋ, ਪੁੱਛਦੇ ਹੁੰਦੇ ਵੀ ਪਹਿਲਾਂ ਤਾਂ ਨਹੀਂ ਕੋਈ ਪ੍ਰੋਬਲਮ ਆਈ, ਛੋਟਾ ਸਟ੍ਰੋਕ ਤੇ ਨਹੀਂ ਆਇਆ, ਕੋਈ ਵੀਕਨੈਸ ਤੇ ਨਹੀਂ ਆਈ। ਸੋ ਹਿਸਟਰੀ ਵੀ ਬੜੀ ਇੰਪੋਰਟੈਂਟ ਹੈ ਕਿ ਤੁਹਾਨੂੰ ਛੋਟਾ ਮੋਟੀ ਗੱਲ ਨਾ, ਉਹਨੂੰ ਛੋਟਾ ਮੋਟਾ ਨਾ ਸਮਝੋ, ਉਹ ਤੁਹਾਡਾ ਮੇਜਰ ਫਿਰ ਰਿਸਕ ਫੈਕਟਰ ਬਣ ਜਾਂਦਾ। ਫਿਰ ਇਹ ਵੀ ਕਰਦਾ ਵੀ ਜਿਹੜੀ ਫੈਮਿਲੀ ਵਿੱਚ ਜਿਹੜਾ ਜੈਨੇਟਿਕਸ ਤੇ ਉਹ ਵੀ ਰੋਲ ਬੜਾ ਪਲੇ ਕਰਦੇ ਨੇ। ਇਸੇ ਕਰਕੇ ਤੁਹਾਨੂੰ ਇਹ ਪੁੱਛਿਆ ਜਾਂਦਾ ਵੀ ਤੁਹਾਡੀ ਫੈਮਿਲੀ ਵਿੱਚ ਕਿਸੇ ਨੂੰ ਸਟ੍ਰੋਕ ਤੇ ਨਹੀਂ ਹੈਗਾ। ਫਿਰ ਮੈਂ ਸਮਝਦਾ ਵੀ ਜਿਹੜਾ ਆਹ ਵਾਲਾ ਪਾਰਟ ਹੈ ਅਖੀਰ ਵਾਲਾ, ਮੈਂ ਤੁਹਾਡੇ ਨਾਲ ਇਹਦੇ ਬਾਰੇ 2-3 ਗੱਲਾਂ ਮੈਂ ਸਾਂਝੀਆਂ ਕਰਨੀ ਚਾਹੁੰਦਾ। ਕਿ ਕਿਉਂਕਿ ਅਸੀਂ ਜਿਹੜੇ ਲੋਕ ਹਾਂ ਸਾਊਥ ਏਸ਼ੀਅਨ ਭਾਈਚਾਰੇ ਵਾਲੇ, ਇਹ ਹਰ ਸਾਲ ਸਤੰਬਰ ਅਕਤੂਬਰ ਦੇ ਵਿੱਚ ਕਾਫੀ ਲੋਕ ਇੰਡੀਆ ਨੂੰ ਕਰਦੇ ਜਾਂ ਪਾਕਿਸਤਾਨ ਨੂੰ ਕਰਦੇ ਨੇ ਵਿਜ਼ਿਟ। ਜਦੋਂ ਇਹ ਆਪਣੇ ਆਪ ਨੂੰ ਕਰਦੇ ਨੇ, ਜਾਂਦੇ ਨੇ, ਇਹਨਾਂ ਵਾਸਤੇ ਜਦੋਂ ਵਾਪਸ ਆਉਂਦੇ ਨੇ ਬੜੀਆਂ ਮੁਸ਼ਕਲਾਂ ਆਉਂਦੀਆਂ। ਪਰ ਜਾਂਦਿਆਂ ਹੋਇਆਂ ਵੀ ਜਿਨ੍ਹਾਂ ਨੂੰ ਸਟ੍ਰੋਕ ਹੈਗਾ,
ਮੇਕ ਸ਼ੋਰ ਕਿ ਤੁਹਾਡੇ ਕੋਲ ਇਨਫ ਮੈਡੀਸਨ ਹੋਵੇ ਕਿ ਜਿਹੜਾ ਤੁਹਾਨੂੰ ਐਟਲੀਸਟ 7 ਡੇਜ਼ ਵਾਸਤੇ ਤੁਹਾਡੇ ਕੋਲ ਮੈਡੀਸਨ ਹੋਵੇ, ਕਿਉਂਕਿ ਜੇ ਤੁਹਾਡਾ ਸਮਾਨ ਗੁਆਚ ਜੇ ਤੁਹਾਡੇ ਕੋਲੋਂ ਉੱਥੇ ਜਾ ਕੇ ਤੁਹਾਡਾ ਸਮਾਨ ਨਹੀਂ ਮਿਲਿਆ, ਤੁਹਾਨੂੰ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਆ ਗਈ, ਸੋ 2-4 ਦਿਨ ਦੀ ਹੋ ਸਕਦਾ ਲੇਟ ਹੋ ਸਕਦਾ, ਫਲਾਈਟ ਹੋ ਸਕਦੀ ਲੇਟ, ਸੋ 7 ਸਾਲ ਦੀ ਜਿਹੜੀ 7 ਦਿਨ ਦੀ ਜਿਹੜੀ ਮੈਡੀਸਨ ਹੈ ਨਾ, ਉਹਨੂੰ ਆਪਣਾ ਜਿਹੜਾ ਤੁਹਾਡੇ ਕੋਲ ਤੁਹਾਡਾ ਬੈਗ ਹੈ ਉਹਦੇ ਵਿੱਚ ਰੱਖੋ ਹਮੇਸ਼ਾ। ਫਿਰ ਜਿਹੜਾ ਇੱਕ, ਕਿਉਂਕਿ ਅਸੀਂ ਸਾਡੇ ਵਿੱਚ ਇੱਕ ਬੜੀ ਕਾਮਨ ਗੱਲ ਹੈ ਵੀ ਅਸੀਂ ਕਈ ਵਾਰੀ ਮਾਂ-ਬਾਪ ਨੂੰ ਪਲੇਨ ਤੇ ਬਿਠਾ ਕੇ ਤੇ ਗੁਆਂਢੀ ਨੂੰ ਕਹਿ ਦਿੰਦੇ ਆ ਵੀ ਤੁਸੀਂ ਇਹਨਾਂ ਦਾ ਵਾਚ ਕਰਨਾ, ਉਹ ਗਲਤ, ਉਹ ਠੀਕ ਹੈ ਵੀ ਤੁਸੀਂ ਉਹਨੂੰ ਕਹਿ ਦਿਓ, ਪਰ ਇਹ ਜ਼ਰੂਰ ਨਾਲ ਕੰਮ ਕਰੋ ਕਿ ਇਨਫੋਰਮੇਸ਼ਨ ਉਸ ਪੇਸ਼ੈਂਟ ਕੋਲੋਂ ਹੋਏ, ਜ਼ਰੂਰ ਕੰਟੈਕਟ ਨੰਬਰ ਹੋਏ ਇੱਕ ਮੋਸਟ ਰਿਸਪੌਂਸੀਬਲ ਪਰਸਨ ਦਾ, ਉਹਨਾਂ ਦਾ ਨਾਂ ਹੋਏ, ਉਹਨਾਂ ਦਾ ਫੋਨ ਨੰਬਰ ਹੋਏ, ਕਿਉਂਕਿ ਜੇ ਟਰੈਵਲ ਕਰਦੇ ਆ ਕੋਈ ਪ੍ਰੋਬਲਮ ਆਉਂਦੀ ਹੈ ਤੇ ਜਿਹੜੇ 에ਅਰਲਾਈਨ ਵਾਲੇ ਨੇ ਉਹਨਾਂ ਨੂੰ ਮੁਸ਼ਕਲ ਨਾ ਆਏ ਤੇ ਨਾਲੇ ਜਿਹੜਾ ਤੁਹਾਡਾ ਮਰੀਜ਼ ਹੈ ਉਹ ਠੀਕ ਰਹੇ, ਕਿਉਂਕਿ 에ਅਰਲਾਈਨਸ ਕਾਫੀ ਜ਼ਿਆਦਾ ਉੱਥੇ ਜਿਹੜੀ ਉਹਨਾਂ ਕੋਲ ਫਸਟ ਏਡ ਹੁੰਦੀ ਹੈ ਉਹ ਤਾਂ ਹੀ ਕਰ ਸਕਦੇ ਨੇ ਪ੍ਰੋਵਾਈਡ ਜੇ ਉਹਨਾਂ ਨੂੰ ਪਤਾ ਹੋਵੇ ਵੀ ਤੁਹਾਨੂੰ ਕੀ ਪ੍ਰੋਬਲਮ ਹੈਗੀ ਹੈ। ਸੋ ਇਹ ਜਿਹੜੀਆਂ ਇਸ ਨਤੀਜੇ ਆਪਾਂ ਸਟ੍ਰੋਕ ਨੂੰ ਰੋਕਣ ਵਾਸਤੇ ਜਿਹੜਾ ਥੀਮ ਹੈ ਸਾਡਾ ਵੀ ਇਹਨੂੰ ਆਪਾਂ ਮੈਨੇਜ ਕਰਨਾ, ਪਰ ਇਹਨੂੰ ਰੋਕਣ ਵਾਸਤੇ ਬੜੀਆਂ ਗੱਲਾਂ ਇੰਪੋਰਟੈਂਟ ਨੇ ਕਿ ਆਪਾਂ ਜਿਹੜੀਆਂ ਲੰਬੇ ਸਮੇਂ ਦੀਆਂ ਬਿਮਾਰੀਆਂ ਨੇ, ਸ਼ੂਗਰ ਦੀ ਪ੍ਰੋਬਲਮ ਜਿਸ ਤਰ੍ਹਾਂ ਸਾਨੂੰ ਬਹੁਤ ਜ਼ਿਆਦਾ, ਉਹਦੇ ਵਿੱਚ ਜਿਹੜੀ ਨਾ ਹੀਮੋਗਲੋਬਿਨ A1C ਆਪਾਂ ਬੜੇ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤਾ ਕਿ ਉਹਨੂੰ ਹਰ ਤੀਜੇ ਮਹੀਨੇ ਬਾਅਦ ਚੈੱਕ ਕਰੋ, ਰੈਗੂਲਰਲੀ ਕਰੋ ਚੈੱਕ, ਉਹਨੂੰ ਬਹਾਨਾ ਨਾ ਮਾਰੋ ਵੀ ਮੈਂ ਕੱਲ ਚਲਾ ਜਾਵਾਂਗਾ ਅਗਲੇ ਮਹੀਨੇ ਚੈੱਕ ਕਰਾਂਗਾ, ਉਹ ਕੰਮ ਨਹੀਂ ਕਰਨਾ ਚਾਹੀਦਾ। ਹਰ ਤੀਜੇ ਮਹੀਨੇ ਬਾਅਦ ਤੁਹਾਡਾ ਫੈਮਿਲੀ ਡਾਕਟਰ ਲਿਖ ਦਿੰਦਾ, ਉਹਨੂੰ ਚੈੱਕ ਕਰਾਓ। ਫਿਜ਼ੀਕਲ ਐਗਜ਼ਾਮੀਨੇਸ਼ਨ ਸਾਲ ਦੇ ਵਿੱਚ 1 ਜਾਂ 2 ਵਾਰੀ ਫਿਜ਼ੀਕਲ ਐਗਜ਼ਾਮੀਨੇਸ਼ਨ ਪੂਰਾ ਕਰਾਉਣਾ ਉਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜੇ ਤੁਹਾਨੂੰ ਉਹਦੇ ਵਿੱਚੋਂ ਪਤਾ ਲੱਗੇਗਾ ਵੀ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਕਿ ਨਹੀਂ, ਵੇਟ ਠੀਕ ਕਿ ਨਹੀਂ, ਤੁਹਾਡਾ ਹੋਰ ਵੀ ਜਿਹੜੀਆਂ ਮੁਸ਼ਕਲਾਂ ਨੇ ਤੁਹਾਡਾ ਡਾਕਟਰ ਤੁਹਾਨੂੰ ਦੱਸ ਸਕਦਾ। ਆਈ ਐਗਜ਼ਾਮੀਨੇਸ਼ਨ ਬਹੁਤ ਇੰਪੋਰਟੈਂਟ ਹੈ। ਕਈ ਵਾਰੀ ਆਈ ਐਗਜ਼ਾਮੀਨੇਸ਼ਨ, ਕਿਉਂਕਿ ਜਿਹੜੇ ਡਾਇਬੈਟਿਕ ਪੇਸ਼ੈਂਟ ਨੇ ਜਾਂ ਹਾਈ ਬਲੱਡ ਪ੍ਰੈਸ਼ਰ ਵਾਲੇ ਨੇ ਜਾਂ ਜਿਨ੍ਹਾਂ ਨੂੰ ਕੋਈ ਕੋਲੈਸਟਰੋਲ ਵਧਿਆ, ਉਹਨਾਂ ਵਾਸਤੇ ਐਗਜ਼ਾਮੀਨੇਸ਼ਨ ਇੰਪੋਰਟੈਂਟ ਹੈ। ਉਹ ਤੁਹਾਨੂੰ ਆਈਡੀਆ ਮਿਲ ਜਾਂਦਾ ਕਿ ਤੁਹਾਡੀਆਂ ਗੱਲਾਂ ਪੂਰੀਆਂ ਮੈਨੇਜ ਨਹੀਂ, ਤੇ ਤੁਹਾਨੂੰ ਮੈਨੇਜ ਕਰਨਾ ਚਾਹੀਦਾ। ਜਿਹੜਾ ਬਲੱਡ ਵਰਕ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ। ਅਸੀਂ ਕਈ ਵਾਰੀ ਕਹਿੰਦੇ ਆ ਵੀ ਛੋਟੀ ਮੋਟੀ ਗੱਲ ਹੈ, ਬਲੱਡ ਵਰਕ ਨਹੀਂ ਕਰਾਉਣਾ ਚਾਹੀਦਾ। ਮੇਨ ਜਿਹੜਾ ਤੁਹਾਡਾ ਬਲੱਡ ਟੈਸਟ ਹੈ ਉਹ ਕਰਾਇਆ ਕਰੋ ਐਟਲੀਸਟ 2 ਵਾਰੀ ਸਾਲ ਦੇ ਵਿੱਚ, ਜਿਹੜਾ ਕੰਪਲੀਟ ਬਲੱਡ ਕਾਊਂਟ, ਕੋਲੈਸਟਰੋਲ ਚੈੱਕ ਕਰਾਉਣਾ, ਜਿਹੜਾ ਟੋਟਲ ਕੋਲੈਸਟਰੋਲ ਤੇ ਚੰਗਾ ਤੇ ਮਾੜਾ ਕੋਲੈਸਟਰੋਲ ਚੈੱਕ ਕਰਨਾ, ਸ਼ੂਗਰ ਚੈੱਕ ਕਰਾਣੀ, ਕਿਡਨੀ ਫੰਕਸ਼ਨ ਚੈੱਕ ਕਰਾਣੇ, ਆਪਣੇ ਇਲੈਕਟ੍ਰੋਲਾਈਟ ਸੋਡੀਅਮ ਪੋਟਾਸ਼ੀਅਮ ਚੈੱਕ ਕਰਾਓ। ਤੇ ਇਹ ਜਿਹੜਾ ਨਾ ਬਹੁਤ ਹੀ ਕ੍ਰੂਸ਼ੀਅਲ ਹੈ ਕਿ ਇਹਨੂੰ ਚੈੱਕ ਕਰਾ ਕੇ ਤੇ ਆਪਣੇ ਕੋਲ ਰੈਕਡ ਰੱਖੋ, ਕਿਉਂਕਿ ਹੁਣ ਤੇ ਤੁਸੀਂ ਆਨਲਾਈਨ ਵੀ ਅਵੇਲੇਬਿਲਟੀ ਹੈਗੀ ਹੈ। BC ਗਵਰਨਮੈਂਟ ਨੇ ਸਾਰਾ ਸਿਸਟਮ ਬਹੁਤ ਚੰਗਾ ਤਿਆਰ ਕੀਤਾ, ਤੁਸੀਂ ਆਪਣੇ ਜਿਹੜਾ ਬਲੱਡ ਵਰਕ ਵਾਸ ਕਰ ਸਕਦੇ ਹੋ। ਫਿਰ ਤੁਸੀਂ ਰੈਗੂਲਰ ਆਪਣਾ ਬਲੱਡ ਪ੍ਰੈਸ਼ਰ ਜਿਹੜਾ ਘਰ ਚੈੱਕ ਕਰਨਾ, ਮੈਂ ਸਮਝਦਾ ਵੀ ਬੜਾ ਕ੍ਰੂਸ਼ੀਅਲ ਹੈ, ਕਿਉਂਕਿ ਕਈ ਵਾਰੀ ਵੇਖਿਆ ਗਿਆ ਵੀ ਕਈਆਂ ਫਾਰਮੇਸੀਆਂ ਵਿੱਚ ਹੁੰਦਾ ਚੈੱਕ ਕਰਨ ਵਾਸਤੇ, ਜਾਂ ਗੁਰੂ ਘਰ ਜਾਂ ਮੰਦਰਾਂ ਵਿੱਚ ਜਾਂ ਕਈ ਜਗ੍ਹਾ ਤੇ ਸੀਨੀਅਰ ਸੈਂਟਰ ਤੇ ਹੁੰਦਾ, ਪਰ ਬਲੱਡ ਪ੍ਰੈਸ਼ਰ ਦਾ ਚੈੱਕ ਕਰਨ ਦਾ ਟਾਈਮ ਬੜਾ ਇੰਪੋਰਟੈਂਟ ਹੈ। ਤੁਸੀਂ ਰਿਲੈਕਸ ਹੋ ਕੇ ਚੈੱਕ ਕਰਨਾ, ਤੁਸੀਂ ਇੱਕ ਵਾਰੀ ਰੋਜ਼ ਚੈੱਕ ਕਰੋ, ਬਾਰ-ਬਾਰ ਚੈੱਕ ਕਰਨ ਦਾ ਕੋਈ ਫਾਇਦਾ ਨਹੀਂ। ਜਾਂ ਤੁਸੀਂ ਜਦੋਂ ਚੈੱਕ ਕਰਨਾ ਉਸ ਤੋਂ ਪਹਿਲਾਂ ਤੁਹਾਡਾ ਡਾਈਟ ਨੂੰ ਵਾਚ ਕਰੋ, ਆਪਣਾ ਜੇ ਕਾਫੀ ਜਾਂ ਡਰਿੰਕ ਜਾਂ ਅਲਕੋਹਲ ਵਗੈਰਾ ਪੀਤੀ ਹੈ ਤਾਂ ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ, ਕਈ ਗੱਲਾਂ, ਪਰ ਆਪਣਾ ਜਿਹੜਾ ਰੈਗੂਲਰ ਬਲੱਡ ਪ੍ਰੈਸ਼ਰ ਚੈੱਕ ਕਰਨਾ ਬੜਾ ਕੀ ਹੈ, ਉਹਦਾ ਲਿਸਟ ਬਣਾਉਣੀ ਬੜੀ ਇੰਪੋਰਟੈਂਟ ਹੈ। ਚੰਗਾ ਇੰਸਟਰੂਮੈਂਟ ਲਓ, ਚੰਗੀ ਦੁਕਾਨ, ਚੰਗੀ ਫਾਰਮੇਸੀ ਤੋਂ ਜਾ ਕੇ ਉਹ ਲਓ ਕਿ ਜਿਹੜਾ ਤੁਹਾਨੂੰ ਫਿੱਟ ਹੋਏ। ਆਪਣਾ ਰਿਲੈਕਸ ਕਰਕੇ ਤੁਸੀਂ ਸਿੱਖੋ ਵੀ ਕਿਸ ਤਰੀਕੇ ਨਾਲ ਬਲੱਡ ਪ੍ਰੈਸ਼ਰ ਤੁਸੀਂ ਆਪਣਾ ਉਹਨੂੰ ਚੈੱਕ ਕਿਸ ਤਰ੍ਹਾਂ ਕਰਨਾ। ਬਾਕੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਾਂ ਨੂੰ ਕੋਲੈਸਟਰੋਲ ਮੈਨੇਜ ਕਰਨਾ ਪੈਣਾ, ਪਰ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਨਾ ਉਹ ਬਹੁਤ ਕ੍ਰੂਸ਼ੀਅਲ ਹੈ। ਐਟਲੀਸਟ ਅੱਧਾ ਘੰਟਾ ਦੇ ਵਾਕ ਕਰੋ, ਤੁਰੋ ਫਿਰੋ, ਘਰ ਦੇ ਵਿੱਚ ਆਪਣਾ ਕੰਮ ਕਰੋ, ਆਪਣੇ ਹੱਥ ਪੈਰ ਹਿਲਾਓ, ਉਹ ਬਹੁਤ ਬੈਠੇ ਵੀ ਤੁਸੀਂ ਐਕਟੀਵਿਟੀ ਕਰ ਸਕਦੇ ਹੋ। ਬਾਹਰ ਜਾ ਕੇ ਵਾਕ ਕਰਨਾ ਉਹ ਕਰੋ, ਥੋੜਾ ਬਹੁਤ ਐਕਸਰਸਾਈਜ਼ ਵੀ ਨਾਲ ਕਰੋ, ਥੋੜੇ ਬਹੁਤ ਮਸਲ ਦੀ ਸਟਰੈਂਥ ਵੀ ਕਰਨੀ ਪੈਣੀ ਹੈ ਬਿਲਡ। ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਬਹੁਤ ਹੀ ਇੰਪੋਰਟੈਂਟ ਨੇ ਤੁਹਾਡੇ ਵਾਸਤੇ ਕਿ ਐਕਟੀਵਿਟੀ, ਫਿਜ਼ੀਕਲ ਐਕਟੀਵਿਟੀ, ਬਾਡੀ ਨੂੰ ਐਕਟਿਵ ਰੱਖਣਾ ਬਹੁਤ ਇੰਪੋਰਟੈਂਟ ਹੈ, ਤਾਂ ਕਿ ਤੁਹਾਡਾ ਸ਼ੂਗਰ ਵੀ ਕੰਟਰੋਲ ਰਹੇ, ਬਲੱਡ ਪ੍ਰੈਸ਼ਰ ਤੇ ਵੀ ਫਰਕ ਪੈਂਦਾ, ਸਰਕੂਲੇਸ਼ਨ ਦੀ ਫਰਕ ਪੈਂਦਾ, ਤੁਹਾਡੇ ਮਾਨਸਿਕ ਰੋਗਾਂ ਤੇ ਵੀ, ਸਟ੍ਰੈਸ ਲੈਵਲ ਤੇ ਵੀ ਫਰਕ ਪੈਂਦਾ। ਫਿਰ ਆਪਣਾ ਜਿਹੜਾ ਵੇਟ, ਜੇ ਤੁਸੀਂ ਡਾਈਟ ਕਰੋਗੇ ਮੇਨਟੇਨ ਤੇ ਵੇਟ ਵੀ ਤੁਹਾਡਾ ਮੇਨਟੇਨ ਹੋਣਾ, ਵੇਟ ਮੇਨਟੇਨ ਹੋਏਗਾ ਤੇ ਬਾਕੀਆਂ ਚੀਜ਼ਾਂ ਤੇ ਵੀ ਅਸਰ ਪੈਣਾ। ਸੋ ਵੇਟ ਵੀ ਆਪਣਾ, ਉਹ ਤੁਹਾਡਾ ਭਾਰ ਜਿਹੜਾ ਨਾ ਉਹਨੂੰ ਵੀ ਕੰਟਰੋਲ ਕਰੋ, ਜਿਹੜਾ ਸਾਡਾ ਨਾ ਪੇਟ ਦਾ ਸਾਈਜ਼ ਉਹਨੂੰ ਵਾਚ ਕਰੋ।
ਕਿ ਜਿਹੜਾ ਪੇਟ ਦਾ ਸਾਈਜ਼ ਹੈ ਉਹ ਨਹੀਂ ਵਧਣਾ ਚਾਹੀਦਾ। ਕਈ ਵਾਰੀ ਕਹਿ ਦਿੰਦੇ ਵੀ ਮੇਰਾ ਭਾਰ ਤੇ ਠੀਕ ਹੈ, ਪਰ ਜੇ ਤੁਸੀਂ ਤੁਹਾਡਾ ਪੇਟ ਦਾ ਸਾਈਜ਼ ਦੇਖੋ ਤੇ ਉਹ ਠੀਕ ਨਹੀਂ ਹੁੰਦਾ। ਸੋ ਕਿਉਂਕਿ ਸਾਡੇ ਲੋਕਾਂ ਵਿੱਚ ਜਿਹੜਾ ਨਾ ਇੰਟਰਾ ਐਬਡੋਮੀਨਲ ਫੈਟ ਕਰਕੇ ਹੀ ਬੜੀਆਂ ਪ੍ਰੋਬਲਮਸ ਖੜੀਆਂ ਹੁੰਦੀਆਂ। ਬਾਕੀ ਹੁੰਦਾ ਵੀ ਜਦੋਂ ਵੀ ਤੁਹਾਡਾ ਫੈਮਿਲੀ ਡਾਕਟਰ ਤੁਹਾਡੇ ਕੋਈ ਸਪੈਸ਼ਲਿਸਟ ਦੀ ਅਪਾਇੰਟਮੈਂਟ ਬਣਾਉਂਦਾ ਤੇ ਉਹਨੂੰ ਫਾਲੋ ਕਰੋ। ਬਹਾਨੇ ਮਾਰਨ ਦੀ ਨਹੀਂ, ਕੋਈ ਉਹ ਗੱਲ ਠੀਕ ਨਹੀਂ ਹੈਗੀ। ਜਦੋਂ ਤੁਹਾਡੀ ਅਪਾਇੰਟਮੈਂਟ ਬਣੀ ਹੈ, ਤੁਹਾਨੂੰ ਇਨਫੋਰਮੇਸ਼ਨ ਜਦੋਂ ਤੁਹਾਡੇ ਕੋਲ ਹੁੰਦੀ ਹੈ ਤਾਂ ਹੋ ਸਕਦਾ ਤੁਹਾਨੂੰ ਕਾਰਡੀਓਲੋਜਿਸਟ ਕੋਲ ਭੇਜਣ ਜਾਂ ਇੰਟਰਨਿਸਟ ਕੋਲ ਭੇਜਣ, ਜਾਂ ਜੇ ਤੁਹਾਡਾ ਕਿਡਨੀ ਤੇ ਪ੍ਰੋਬਲਮ ਆ ਰਹੀ ਹੈ ਕਿਡਨੀ ਸਪੈਸ਼ਲਿਸਟ ਕੋਲ ਭੇਜਣ। ਜਿਹੜੀਆਂ ਡਾਇਲਿਸਿਸ ਦੀਆਂ ਕਲੀਨਿਕ ਨੇ ਉਹਨਾਂ ਨੂੰ ਫਾਲੋ ਅਪ ਕਰਨਾ। ਸੋ ਫਾਲੋ ਅਪ ਬਹੁਤ ਹੀ ਕ੍ਰੂਸ਼ੀਅਲ ਹੈ। ਬਾਕੀ ਹੁੰਦਾ ਕਿ ਤੁਸੀਂ ਜਦੋਂ ਵੀ ਕੋਈ ਵੀ ਇਹ ਪ੍ਰੋਬਲਮ ਆਉਂਦੀ ਹੈ ਕਮਿਊਨਿਟੀ ਦੇ ਵਿੱਚ, ਤੁਹਾਡੇ ਵਾਸਤੇ ਹੈਗੀਆਂ ਨੇ ਬੜੀਆਂ ਸਰਵਿਸਿਜ਼। ਜਿਹੜਾ ਪ੍ਰੋਵਿੰਸ ਆਪਣਾ BC ਦੇ ਵਿੱਚ ਜਿਹੜਾ ਮਿਨਿਸਟਰੀ ਆਫ ਹੈਲਥ ਹੈ ਉਹ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕਰਦੇ ਨੇ। ਕਾਫੀ ਇਨਫੋਰਮੇਸ਼ਨ ਤੁਹਾਡੇ ਡਾਕਟਰ ਕੋਲ ਹੁੰਦੀ ਹੈ, ਪਰ ਹੋਮ ਕੇਅਰ ਬਹੁਤ ਇੰਪੋਰਟੈਂਟ ਹੈ। ਆਪਾਂ ਕੱਲ ਨੂੰ ਇਹਦੇ ਬਾਰੇ ਹੋਰ ਗੱਲ ਕਰਾਂਗੇ ਕਿ ਜਦੋਂ ਤੁਸੀਂ ਘਰ ਆਉਣਾ ਹਸਪੀਟਲ ਤੋਂ ਬਾਅਦ ਜਿਹੜੀ ਤੁਹਾਡੀ ਟੀਮ ਨੇ ਤੁਹਾਨੂੰ ਐਕਸਪਲੇਨ ਕਰਨਾ, ਸੋਸ਼ਲ ਵਰਕਰ ਨੇ, ਆਕੂਪੇਸ਼ਨਲ ਥੈਰੇਪਿਸਟ ਨੇ, ਉਹ ਸਾਰੀਆਂ ਪ੍ਰੋਗਰਾਮ ਕਮਿਊਨਿਟੀ ਦੇ ਵਿੱਚ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਜਿਹੜੀਆਂ ਨੇ ਉਹਨਾਂ ਤੁਹਾਨੂੰ ਹੈਲਪ ਕਰਨੀ ਹੈ। ਹੈਲਪਲਾਈਨ ਤੋਂ ਨਾ ਸੰਗੋ, ਡਰਨ ਦੀ ਕੋਈ ਗੱਲ ਨਹੀਂ। ਕਦੀ ਵੀ ਹੈਲਪ ਤੋਂ ਤੇ ਸਾਰੀਆਂ ਜਿਹੜੇ ਸਾਰੇ ਪ੍ਰੋਗਰਾਮ ਨੇ ਤੁਹਾਡੇ ਸਾਹਮਣੇ ਹੈਗੇ, ਤੁਸੀਂ ਬਾਅਦ 'ਚ ਇਹਨਾਂ ਨੂੰ ਕਰ ਸਕਦੇ ਹੋ। ਫਿਰ ਮੈਂ ਜਿਹੜਾ ਅਗਲਾ ਜਿਹੜਾ ਤੁਸੀਂ ਕਰ ਸਕਦੇ ਹੋ ਘਰ, ਕਿਉਂਕਿ ਕੋਵਿਡ ਦੇ ਵਿੱਚ ਜਾ ਨਹੀਂ ਸੀ ਸਕਿਆ ਲੋਕਾਂ ਕੋਲ ਬਾਹਰ, ਪੇਸ਼ੈਂਟ ਨਹੀਂ ਸੀ ਬਾਹਰ ਆਉਂਦੇ, ਘਰ ਹੀ ਸਨ। ਉਹਨਾਂ ਨੇ ਆਪਣਾ ਜਿਹੜਾ ਰੈਗੂਲਰ ਬਲੱਡ ਸ਼ੂਗਰ ਆਪਣਾ ਚੈੱਕ ਕਰੋ, ਪਰ 5-6 ਵਾਰੀ ਨੂੰ ਰੋਜ਼, ਉਹਦਾ ਕੋਈ ਫਾਇਦਾ ਨਹੀਂ ਹੋਣਾ। 1-2 ਵਾਰੀ ਚੈੱਕ ਕਰੋ, ਜਦੋਂ ਤੁਹਾਡਾ ਸਟੇਬਲ ਹੋ ਗਿਆ ਸ਼ੂਗਰ, ਫਿਰ ਤੁਸੀਂ 1 ਵਾਰੀ ਜਾਂ 2 ਵਾਰੀ ਹਫਤੇ 'ਚ ਵੀ ਕਰ ਲਓ, ਉਹ ਵੀ ਫਾਇਦਾ। ਪਰ ਬਾਰ-ਬਾਰ ਨਹੀਂ। ਵੀ ਮੈਂ ਕਈ ਵਾਰੀ ਦੇਖਿਆ ਲੋਕੀ ਕਹਿਣਗੇ ਮੈਂ 3 ਵਾਰੀ ਚੈੱਕ ਕਰਨਾ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਸੋ ਬਲੱਡ ਪ੍ਰੈਸ਼ਰ ਵੀ ਆਪਣਾ ਚੈੱਕ ਕਰਕੇ ਉਹਨੂੰ ਮੋਨੀਟਰ ਕਰੋ। ਡਾਈਟ ਆਪਣੀ ਨੂੰ ਤੁਹਾਨੂੰ ਵਾਚ ਕਰਨਾ ਪੈਣਾ, ਫਿਰ ਰੈਗੂਲਰ ਵੇਟ ਤੁਹਾਨੂੰ ਵਾਚ ਕਰਨਾ ਪੈਣਾ। ਇਹ ਸਾਰੀਆਂ ਫਿਜ਼ੀਕਲ ਐਕਟੀਵਿਟੀਜ਼ ਦਾ ਇਹਨਾਂ ਦੀ ਇੱਕ ਫਾਈਲ ਬਣਾਓ, ਕਿਉਂਕਿ ਇਹ ਵੇਖਿਆ ਗਿਆ ਕਿ ਅਸੀਂ ਲੋਕ ਕਿਉਂਕਿ ਡਾਕਟਰ ਕੋਲ ਜਾ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਤੇ ਕਹਿੰਦੇ ਆ ਬਈ ਠੀਕ ਠਾਕ ਹੈ, ਪਰ ਉਹਨਾਂ ਨੂੰ ਕਹੋ ਵੀ ਮੈਨੂੰ ਜਿਹੜੇ ਮੇਰੇ ਰਿਜ਼ਲਟ ਆਏ ਨੇ ਉਹਦੀ ਮੈਨੂੰ ਕਾਪੀ ਦਿਓ ਪ੍ਰਿੰਟ ਕਰਕੇ, ਮੈਂ ਉਹਦੀ ਇਨਫੋਰਮੇਸ਼ਨ ਕੋਲ ਰੱਖੋ ਆਪਣੀ ਜਿਹੜੀਆਂ ਨਾ ਉਹਨੂੰ ਆਪਣੀ ਫਾਈਲ ਬਣਾਓ। ਤੇ ਜਿਹੜਾ ਫਾਈਲ ਬਹੁਤ ਕ੍ਰੂਸ਼ੀਅਲ ਹੈ। ਫਿਰ ਜਦੋਂ ਤੁਹਾਨੂੰ ਉਹਨਾਂ ਨੇ ਹਸਪੀਟਲ ਤੋਂ ਘਰ ਭੇਜਣਾ, ਉਹਦੇ ਨਾਲ ਜਿਹੜਾ ਨਾ ਤੁਹਾਨੂੰ ਰੈੱਡ ਕਰਾਸ ਤੇ ਪਹਿਲਾਂ ਤੁਹਾਨੂੰ ਫਾਰਮ ਭਰ ਕੇ ਤੁਹਾਡੇ ਡਾਕਟਰ ਦੇਣਗੇ, ਤੁਹਾਨੂੰ ਜਾ ਕੇ ਉਹ ਤੁਹਾਨੂੰ ਫਿਰ OT ਵਾਲੇ ਤੁਹਾਡੇ ਘਰ ਆਉਣਗੇ, ਵਿਜ਼ਿਟ ਕਰਨਗੇ, ਉਹ ਤੁਹਾਨੂੰ ਐਕਸਪਲੇਨ ਕਰਨਗੇ ਵੀ ਵੀਲ ਚੇਅਰ ਕਿਹੜੀ ਤੁਹਾਨੂੰ ਜ਼ਰੂਰਤ ਪੈਣੀ ਹੈ, ਵਾਸ਼ਰੂਮ ਦੇ ਵਿੱਚ ਕਿਹੜੀ ਚੇਂਜਸ ਕਰਨੀਆਂ ਨੇ, ਤੁਹਾਨੂੰ ਬਲੱਡ ਪ੍ਰੈਸ਼ਰ ਦਾ ਜਿਹੜਾ ਇੰਸਟਰੂਮੈਂਟ ਚੰਗਾ ਕੰਮ ਕਰੇਗਾ, ਤੁਹਾਡਾ ਗਲੂਕੋਮੀਟਰ ਜਾਂ ਜੋ ਵੀ ਬਲੱਡ ਟੈਸਟ ਕਰਨ ਵਾਲੀਆਂ ਗੱਲਾਂ ਨੇ ਉਹ ਬਹੁਤ ਕ੍ਰੂਸ਼ੀਅਲ ਨੇ। ਉਹਨਾਂ ਗੱਲਾਂ ਨੂੰ ਜਿਹੜਾ ਵੀ ਤੁਹਾਡਾ ਹੋਮ ਮੈਨੇਜਮੈਂਟ ਦਾ ਪ੍ਰੋਗਰਾਮ ਹੈ ਉਹਨਾਂ ਨਾਲ ਤੁਸੀਂ ਧਿਆਨ ਰੱਖੋ। ਤੇ ਮੈਂ ਸਮਝਦਾ ਵੀ ਇਹ ਛੋਟੀਆਂ ਗੱਲਾਂ ਨੇ ਪਰ ਬਹੁਤ ਇੰਪੋਰਟੈਂਟ ਨੇ। ਤੇ ਮੈਂ ਹੁਣ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇਸ ਤਰੀਕੇ ਨੂੰ ਵਾਚ ਕੀਤਾ ਤੇ ਨੋਟ ਕਰੋ ਤੇ ਫਿਰ ਬਾਅਦ ਦੇ ਵਿੱਚ ਸਾਨੂੰ ਸਵਾਲ ਪੁੱਛਿਓ। ਥੈਂਕ ਯੂ। ਓਕੇ, ਡਾਕਟਰ ਚੀਮਾ ਦੇ ਪ੍ਰੈਜੈਂਟੇਸ਼ਨ ਤੋਂ ਬਾਅਦ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਇੰਨੀ ਵਧੀਆ ਜਾਣਕਾਰੀ ਦਿੱਤੀ ਉਹਨੇ ਥੋੜੇ ਸਮੇਂ ਦੇ ਵਿੱਚ। ਤੇ ਫਿਰ ਇਸ ਤੋਂ ਬਾਅਦ ਨੈਕਸਟ ਸਾਡੇ ਪ੍ਰੈਜ਼ੈਂਟਰ ਨੇ ਡਾਕਟਰ ਸੱਜਲ ਜੈਨ, ਜਿਹੜੇ ਕਿ ਜਨਰਲ ਇੰਟਰਨਿਸਟ ਨੇ। ਇਹ ਸਾਡੇ ਪ੍ਰੋਗਰਾਮ ਦੇ ਵਿੱਚ ਪਿਛਲੇ 10 ਸਾਲਾਂ ਤੋਂ ਇਹਨਾਂ ਨੇ ਐਜ਼ ਅ ਵਲੰਟੀਅਰ ਕੰਮ ਕੀਤਾ। ਸੋ ਇਹ ਸਾਡੇ ਨਾਲ ਡਿਸਕਸ ਕਰਨਗੇ ਕਿ ਜਿਹੜੀਆਂ ਟਿਪਸ ਨੇ ਰਿਡਿਊਸਿੰਗ ਜਿਹੜੇ ਰਿਸਕ ਫੈਕਟਰ ਨੇ ਸਟ੍ਰੋਕ ਵਾਲੇ। ਸੋ ਡਾਕਟਰ ਸੱਜਲ ਜੈਨ। हेलो, नमस्कार सब लोगों को और सत श्री अकाल। जय जिनेंद्र। मैं डॉक्टर जैन बोल रहा हूँ आज, और आज के टॉपिक है लकवा के बारे में, और आप अपने लिए या अपने परिवार वालों के लिए क्या कर सकते हो जिनको ये उस वक्त रिस्क है या जिसको ये कोई सिम्टम्स आए तो क्या करना चाहिए। होपफुली ये जो टॉपिक है हम सब लोगों को हेल्प करेगा और हमारे परिवार को भी हेल्प करेगा। सॉरी, मेरे स्लाइड का थोड़ा प्रेजेंटेशन में कुछ थोड़ा सा नुक्स था, जिसकी वजह से प्रेजेंटेशन इस तरह से करना पड़ रहा है। तो सबसे पहले हम लोग शुरू करते हैं कि कॉमन टाइप स्ट्रोक्स का के कौन से हैं। तो 3 किस्म के हैं जो 90% से ज़्यादा लकवा के कॉजेज होते हैं। एक तो है
हेमरेजिक, जिसमें खून की नस फट जाती है दिमाग में और खून जम जाता है, जिसकी वजह से लकवा हो जाता है लोगों को। दूसरा नंबर है इश्कीमिक स्ट्रोक, जिसमें ब्लड क्लॉट बन जाता है ब्रेन के नस में और वहाँ पर ब्लड फ्लो जाना बंद हो जाता है। और ये दोनों जो होते हैं एकदम हो जाते हैं, इसमें इंसान बिल्कुल ठीक होता है और एकदम हो जाता है, इन अ मैटर ऑफ सेकंड्स या मिनट्स ये चीज हो जाती है। जो लास्ट वाला है वो सबसे कॉमन है, उसको एथेरोस्क्लेरोसिस बोलते हैं, या कुछ लोग जो कहते हैं प्लैक। जैसे दिल में प्लैक हो सकता है वैसे दिमाग के नसों में प्लैक हो सकता है, और इसको बनने में कई साल लग जाते हैं, और ये सबसे कॉमन टाइप होता है। तो लकवा में होता क्या है? तो सबसे पहले कुछ लोगों में होता है जो चेहरे में ड्रूपिंग, एसिमेट्री, इनके जो होंठ है थोड़े नीचे की तरफ आ जाते हैं, इनकी बाजुओं कमजोर हो जाती है, टांगे कमजोर हो जाती है, बोलने में इनको तकलीफ होती है, थोड़ा ड्रूपिंग होता है। तो हम लोग क्या कहते हैं? हम कहते हैं फास्ट, FAST। F यानी फेस, चेहरा, A आर्म्स यानी बाजू, S स्पीच यानी बोलना, और T इज टाइम। टाइम का ये मतलब है कि आपको 911 फटाफट बुलाना चाहिए, इसलिए कि अगर ये पहले आधे घंटे में इसका इलाज हो जाए तो फुल रिकवरी हो सकती है, एंड अगर पहले 2 घंटे में हो जाए तो काफ़ी लोगों को फुल रिकवरी हो सकती है। तो 911 बता के उनको कह देना कि पेशेंट को इस वक्त पे ये सारा हुआ है, वो जल्दी आ जाते हैं, इमरजेंसी ले जाते हैं और वहाँ पर इलाज फटाफट होके पूरी रिकवरी हो सकती है। अब ये कैसे होता है? ये कुछ हमारे ब्रेन के हिस्से हैं जिसकी वजह से हमें वो चीजें होती हैं। तो सबसे बड़ा वाला हिस्सा है जो आगे की तरफ, फ्रंटल लोब। इसमें क्या होता है कि आदमी की पर्सनालिटी चेंज हो जाती है। कुछ लोग वो थोड़ा बहुत गुस्से या पैरानॉइड, या हो सकता है कुछ बड़बड़ाने लगते हैं और उनको समझ नहीं आ पा रहा, वो कहना कुछ और चाह रहे हैं और करते कुछ और है। जो सबसे कॉमन जो लोग जानते हैं वो है पाइटल लोब, और ये बीच वाला हिस्सा है राइट और लेफ्ट साइड पे। और इसमें क्या होता है कि बाजू टांगे कमजोरी हो जाती है, जो आम इंसान को पता लग जाता है जल्दी से। तीसरा हिस्सा है ऑक्सीपिटल लोब, ये जो पिंक में है, ये है आंखों के, और ये करीब 1/3 पीछे वाला हिस्सा होता है, जिसकी वजह से आंखों में प्रॉब्लम हो जाती है, निगाह में एकदम दिखाई नहीं देता, जैसे सफेद पर्दा आ जाता है, या ऊपर आदमी देखता है उसको काला काला दिखता है, या नीचे देखता है काला काला दिखता है, उस तरह से। चौथी जगह है टेम्पोरल लोब, ये है याददाश्त, मेमोरी का। इसमें वो भी आ जाता है कि कभी कभार जैसे टेम्परेचर वगैरह, इसमें पता नहीं लगेगा जल्दी से कि ये प्रॉब्लम हो रही है, और ये जनरली होता है एथेरोस्क्लेरोटिक डिजीज में या प्लैक में। तो धीरे धीरे इन लोगों को याददाश्त की प्रॉब्लम हो जाती है, सटिया जाते हैं। जो दूसरा 5वां हिस्सा ये नीचे वाला है जो ग्रे में है, इसको सेरेबेलम बोलते हैं, और ये करता है बैलेंस। तो आदमी बार बार गिरता है जब ये जगह इन्वॉल्व हो जाती है। तो रिस्क फैक्टर्स क्या होते हैं स्ट्रोक के? स्ट्रोक के रिस्क फैक्टर जैसे हार्ट के रिस्क फैक्टर वही चीजें होती हैं। तो ये जिन लोगों को हार्ट की बीमारी हो जाती है उनके चांसेस ऑफ स्ट्रोक 2-3 गुना बढ़ जाते हैं या उससे भी ज्यादा। एंड जिन लोगों को ऑलरेडी हार्ट अटैक हो चुका है उनका 8 या 9 टाइम्स द रिस्क होता है कंपेयर टू नॉर्मल पीपल। जिन लोगों का कोलेस्ट्रॉल ज्यादा हाई है, जिन लोगों का ब्लड प्रेशर हाई है, जैसे मैंने पहले बोला था कि नस फट जाती है और इसमें खून जम जाता है, और जिन लोगों का ब्लड प्रेशर थोड़ा सा ही हाई रहता है, वेरी हाई नहीं रहता है, उनको एथेरोस्क्लेरोसिस या प्लैक बन जाता है। वो मैं आपको आगे समझाऊंगा। तो जिन लोगों को पेट ज्यादा है, मोटापापन, जो एक्सरसाइज कम करते हैं,
सबसे इम्पोर्टेंट जो आजकल हम चेक कर रहे हैं स्लीप एपनिया, जो खराटे ज्यादा लेते हैं, जिनका ऑक्सीजन कम हो जाता है उनको है, जिनको शुगर की बीमारी है। लकली जो हमारे कम्युनिटी में सिगरेट लोग ज्यादा नहीं पीते, ड्रग यूज थोड़ा बढ़ने लग गया है खासकर यंग जनरेशन में, तो उनको मैं कहना चाहता हूँ ये चीजें अवॉइड करें, इसमें स्ट्रोक के चांसेस बढ़ जाते हैं। बाकी जो हमारे पंजाबी कम्युनिटी में जो सबसे ज्यादा खतरनाक चीज जो चल रही है जो रिस्क फैक्टर में, वो है शराब पीना। तो शराब पीने की वजह से काफी नुकसान हो जाता है, उसमें ब्लड प्रेशर भी हो जाता है, शुगर भी हो जाता है, कोलेस्ट्रॉल भी बढ़ जाता है और स्ट्रोक के भी चांसेस बढ़ जाते हैं। काफी लोग कहते हैं कि शराब पीने से खून पतला होता है, लोग कहते हैं कि बड़ा अच्छा होता है पीने से 1-2 बारी, इसलिए हम लोगों ने कहा ये हैवी ड्रिंकिंग। और ये कैसे करता है, क्यों करता है, ये मैं अभी समझाने वाला हूँ। ये कैसे करता है, जो लोग शराब ज्यादा पीते हैं उनका रिस्क बढ़ जाता है कि दिल फड़कने के लिए, और एक किस्म का एक फड़कने का दिल होता है, उसको हम बोलते हैं एट्रियल फिब्रिलेशन। तो कुछ शराब पीने वाले लोगों को एट्रियल फिब्रिलेशन हो जाती है दिल चौड़ा होने की वजह से। इसमें रिस्क होता है ब्लड क्लॉट, जैसे हम कहते हैं खून जम जाता है और वो ऊपर चला जाता है। तो आप देखिए ये जो नॉर्मल हार्ट बीट है, आप देखो यहाँ पर, और उसके बाद एक और हार्ट बीट आता है। तो ऊपर वाला जो हिस्सा है वो एक बारी स्क्वीज करता है, फिर नीचे वाला एक बारी स्क्वीज करता है। एट्रियल फिब्रिलेशन में क्या होता है कि ये ऊपर वाला हिस्सा 1 मिनट में 400 से लेके 600 बारी बचता है, मगर जो नीचे वाला हिस्सा है वो इतना नहीं बच सकता, तो वो कम बचता है, 50, 100, 120, 150। तो उसकी वजह से जो ब्लड फ्लो है वो नॉर्मल नहीं रहता, और जब ब्लड फ्लो नॉर्मल नहीं रहता है तो कभी कभार क्लॉट बनने के चांसेस होते हैं। तो ये जो एट्रियल फिब्रिलेशन है 40% लोगों में हमें क्यों हो रहा है हमें पता नहीं है। कुछ लोगों को ये शराब पीने की क्रॉनिक की वजह से, कुछ लोगों को ऑब्स्ट्रक्टिव स्लीप एपनिया, जैसे वो खराटे ज़्यादा लेते हैं उसके कारण होता है, कुछ लोगों को ये होता है ब्लड प्रेशर बढ़ने की वजह से, कुछ लोगों को होता है थायराइड के कारण, कुछ लोगों को होता है इन्फेक्शन के बाद, खासकर जो हमारे बुजुर्ग हैं उनको यूरिन इन्फेक्शन के बाद या निमोनिया के बाद काफ़ी हुआ है। जो ये कोरोना वायरस चल रहा था, मैंने काफ़ी लोग देखे जिनको एट्रियल फिब्रिलेशन भी हो गया। सबसे कॉमन होता है जिन लोगों की ओपन हार्ट सर्जरी हुई है। जिन लोगों की ओपन हार्ट सर्जरी हुई है 10 में से कम मैंने देखा है 3-4 लोगों में एट्रियल फिब्रिलेशन हो जाता है। वो टेम्पररी होता है मगर उनका रिस्क स्ट्रोक का रहता है। इसलिए मैं कहता हूँ जिन लोगों को ब्लॉकेज होती है हार्ट में उनको रिस्क ऑफ स्ट्रोक बढ़ जाता है, और कुछ और वजह के कारण भी होता है, पोस्ट प्रेगनेंसी वगैरह। तो एट्रियल फिब्रिलेशन में होता क्या है, जैसे मैंने कहा था ये जो ऊपर वाला हिस्सा है, एक जगह है उसको हम बोलते हैं लेफ्ट एट्रियल अपेंडेज, जो मेरे कर्सर में दिख रहा है आपको। तो यहाँ पर क्या हो रहा है, ये ब्लड क्लॉट बन गया, खून यहाँ जम गया, आगे बढ़ नहीं सका। जो खून जो जम गया फिर वो धीरे धीरे ब्लड क्लॉट बन जाता है। जब ये ज्यादा बढ़ जाता है तो फिर ये मेन जगह पे आ जाता है और ये फिर आगे चला जाता है। जब ये आगे चले जाता है तो ये ऊपर जाके ब्रेन में कहीं पे जाके लकवा कर देता है, और जैसे मैंने आपको पहले कहा था लकवा वहीं पे जो रीजन पे है उसी हिसाब से आदमी इफेक्ट होता है। अगर पीछे वाले हिस्से में होता है तो आंखों की प्रॉब्लम, अगर बीच वाले हिस्से में होता है तो बाजुओं और टांगों की प्रॉब्लम, अगर आगे वाले हिस्से में होता है तो पर्सनालिटी चेंज हो जाती है। अब हम जाते हैं ब्लड प्रेशर पे और पता लगाते हैं ब्लड प्रेशर में क्या होता है जिसकी वजह से लकवा हो जाता है। तो ब्लड प्रेशर में सबसे पहले क्या होता है, जो नस है जैसे आप देख रहे हो यहाँ खुली है, ये धीरे धीरे टाइट हो जाती है।
और जब ये छोटा हो जाता है, जैसे यहाँ दिखता है, ब्लड प्रेशर बढ़ जाता है, ऊपर वाला भी और नीचे वाला भी जो हम कहते हैं। तो ऊपर वाला जो ब्लड रीडिंग है उसको हम सिस्टोलिक ब्लड प्रेशर बोलते हैं, और जो नीचे वाला है वो डायस्टोलिक ब्लड प्रेशर बोलते हैं। दोनों खतरनाक हैं। डायस्टोलिक का जो विंडो है जिसमें लकवा के चांसेस है वो छोटा है, तो वो थोड़े से भी बढ़ने से आपका रिस्क बहुत बढ़ जाता है। जो ऊपर वाला है उसमें फिर भी थोड़ा टाइम है। तो नस को क्या होता है, जैसे मैंने आपको कहा था, जो ये ब्लड फ्लो हो रहा है बहुत अच्छे से हो रहा है, बाद में नस थोड़ी नैरो हो जाती है, और उसके कारण ब्लड फ्लो मेंटेन करने के लिए ब्लड प्रेशर बढ़ जाता है। उस बढ़ने की वजह से, जो प्रेशर बढ़ने की वजह से कोलेस्ट्रॉल बिल्डअप हो जाता है दीवारों में, जैसे ये पीले वाला हिस्सा दिख रहा है। और ये जो ब्लैक जो बिल्डअप होता है उसी को हम एथेरोस्क्लेरोटिक डिजीज करते हैं, और वो जो नस को और नैरो करता है, और नैरो होने की वजह से ब्लड प्रेशर और बढ़ता है, और बढ़ने की वजह से और डिपॉजिट होते हैं, और एथेरोस्क्लेरोसिस में और हालत खराब हो जाती है। तो ब्लड प्रेशर जब बहुत ज्यादा बढ़ जाता है तो नस, मैंने जैसे कहा था, फट जाती है, और आप ये देख रहे हो नस फट जाती है। यहाँ पर मैंने एक डायग्राम और भी दिया है, ये ब्रेन एन्यूरिज्म, ये जेनेटिक बीमारी है, और ये हम लोग तब सस्पेशन होते हैं अगर कोई 35 या 40 इयर्स के एज से कम में उनको ब्रेन हेमरेज हो जाए, और उनको ज्यादा ब्लड प्रेशर की बीमारी नहीं थी, थोड़ी सी थी। अगर इनको, जैसे आप देख रहे हो यहाँ पर, ये बिल्कुल गुब्बारे की तरह नस थोड़ी बढ़ गई है, और ये जो नस जो गुब्बारा की तरह बढ़ी हुई है ये जेनेटिक है, ये खानदानी चलती आती है, और हमें सारे खानदान को, आपके बेटे को, भाई को, बहन को, सबको चेक करना पड़ता है कि उनको पास ये तो नहीं है, बिकॉज आज इसका इलाज है। तो जिन लोगों का ये एन्यूरिज्म होता है, और वो उसका साइज के हिसाब से हम देख के उसी हिसाब से इलाज कर सकते हैं नस फटने से पहले। तो ये बहुत ज़रूरी है। अगर आपके फैमिली में कोई भी 40 साल से उम्र में कम है तो प्लीज़ आप ये इसके लिए ज़रूर चेक करा लेना, अगर उनकी जिनका नस फटा है। तो ब्लड प्रेशर के अलग अलग चेंजेस होते हैं। सबसे इम्पोर्टेंट होता है ब्लड प्रेशर जो नॉर्मल है वो है 120 से 80 से कम। हम लोग इसलिए कहते हैं ये वाला ब्लड प्रेशर लो नॉर्मल बट सबसे बढ़िया है, बिकॉज ये आपके शरीर में किसी जगह कोई डैमेज नहीं करता, और सबसे इम्पोर्टेंट जगह होती है आंखें और गुर्दे। वो सबसे पहले निशानी होती है जहां आदमी को शक होता है ब्लड प्रेशर के लिए। इसलिए हम आपके आंखें भी चेक कराते हैं, और जब टेस्ट करते हैं खून का और पेशाब का, पता लग जाता है ब्लड प्रेशर है या नहीं। तो ये अलग अलग स्टेजेस पे जाता है, जैसे आप ये नंबर देख रहे हो। जब ये स्टेज 3 से ऊपर पहुंच जाता है तब नस फटने की रिस्क रहता है। तो आप क्या कर सकते हैं, आपको अपना हफ्ते में एक बारी ब्लड प्रेशर चेक करना चाहिए। ये नहीं कि दिन में 10 बारी चेक करो। आप प्लीज अपने डॉक्टर से बात करना, अगर शक है उनको ब्लड प्रेशर के लिए तो आप चाहे एक हफ्ते के लिए रोज चेक कर लो, उसके बाद हफ्ते में 2 बारी। आप कैसे चेक करोगे वो सबसे इम्पोर्टेंट है। तो कैसे करना चाहिए, जैसे इस आदमी को दिखा रखा है, ये कुर्सी पे बैठा हुआ है, ब्लड प्रेशर कफ यहाँ बाजू में है, करीब 2 फिंगर्स इस जगह से ऊपर, और ज्यादा टाइट ना हो, और लेवल कौन से है, बिल्कुल आपके दिल के लेवल पे होना चाहिए। आदमी को चुपचाप बैठना चाहिए 2 मिनट के लिए, पहले वाला ब्लड प्रेशर चेक करें, उसको देखें ना कितना है, फिर दोबारा चेक करें और दूसरे वाले का चेक करना चाहिए। और जो मुट्ठी है खुली होनी चाहिए, ये नहीं कि मुट्ठी बंद करके करो, उससे ब्लड प्रेशर बढ़ जाएगा। और जो टांगे हैं वो क्रॉस नहीं करनी चाहिए, वहां पर दोबारा नुस्खा है। ये है आर्म ब्लड प्रेशर के लिए। कुछ यंग लोगों का रिस्ट प्रेशर होता है। जनरली जो जिनकी उम्र 60-65 से कम है, मैं रेकमेंड करता हूँ वो रिस्ट वाला ना यूज करें,
अगर उनको प्लैक है तो रिस्ट वाला एक्यूरेट होता नहीं है। मगर जिन लोगों चेक कर रहे हैं, बेस्ट है या वो बाजू ऐसे रखें या कुर्सी पे बैठ के डाइनिंग टेबल पे थोड़ा सा ऊंचा करके हार्ट लेवल पे चेक करना चाहिए। ये बेस्ट तरीका होता है चेक करने के लिए ब्लड प्रेशर। और इसका बेस्ट तरीका है अपना लॉग बना के रखो, सबसे इम्पोर्टेंट। और अगर आपको अपने डॉक्टर को हेल्प करनी है, आप हफ्ते में 1 या 2 बारी ब्लड प्रेशर सुबह उठने के बाद या रात को सोने से पहले मेक श्योर कि आपने खाना नहीं खाया पिछले 2 घंटे में, वरना ब्लड प्रेशर बढ़ता है, वो नॉर्मल है। इसके बाद हम टॉपिक पे जा रहे हैं कोलेस्ट्रॉल। यहाँ पर मैंने इंटरनेशनल यूनिट्स यूज किए हैं जिसमें 200 लिखा हुआ है। अगर आप कैनेडियन वाला फॉलो कर रहे हो तो इसको आप 40 से डिवाइड कर लो तो वो 5 पे आ जाता है। ठीक है जी। तो कोलेस्ट्रॉल लेवल हमारा बहुत इंपॉर्टेंट है। नॉर्मल होता है 5 से कम या बिलो 200। बॉर्डरलाइन हम कहते हैं करीब 5 to 5.5 के आसपास। एंड अगर 5.5 या 240 से ऊपर है तो हम कहते हैं ये एलिवेटेड है। अब जो कोलेस्ट्रॉल है वो क्या करता है वो मैंने आपको पहले कह दिया है। ये जो सारे पीले पीले दाने हैं ये कोलेस्ट्रॉल के हैं और ये दीवारों के साथ चिपक जाते हैं। जब दीवारों के साथ चिपक गए तो इनका जो ब्लड फ्लो है, आप देखो नस अंदर से नैरो हो रही है और जो ब्लड फ्लो है वो कम होता जा रहा है। और जब ये 80% से ज्यादा बंद हो जाता है तो नस इतनी इफेक्ट हो जाती है कि जहां पर वो जा रहा था उसको खून की कमी महसूस हो जाती है। 70-80% के आसपास तब जाके ये होता है। अगर बहुत छोटी नस है तो 90% तक भी हो सकता है। अब आप ये प्रोफाइल देखिए और इसमें आपको समझ आ जाएगा कि ब्लड फ्लो कैसे रिड्यूस हो रहा है। तो जब कोलेस्ट्रॉल को हम देखते हैं तो मैंने एक एक्रोनिम यूज कर रखा है, द गुड, द बैड एंड द अगली। जब हम कोलेस्ट्रॉल प्रोफाइल देखते हैं उसमें HDL होता है, LDL होता है और ट्राइग्लिसराइड होता है। मैंने ये तस्वीर इसलिए रखी है, जो HDL है ये हमारा अच्छा वाला कोलेस्ट्रॉल है और इससे आग बुझती है, या जो एथेरोस्क्लेरोटिक प्लैक है वो थोड़ा कम हो जाता है। जो LDL है ये आग है, ये हमारा जो प्लैक है इसी से बनता है, LDL से। और जो ट्राइग्लिसराइड है ये तेल है जो आग में लगता है और आग को बढ़ाता है। ये इम्पोर्टेंट इसलिए है, आजकल हम लोग जब प्रोफाइल चेक करते हैं हम थोड़ा रेंज रखते हैं। तो जिन लोगों का HDL 1.5 से ज्यादा हो या 60, अगर इंटरनेशनल नंबर जो देखा जाए, अगर 60 से ज्यादा हो तो वो हमें प्रोटेक्ट करता है। जैसे आग बुझाने वाला फायरमैन होता है वैसे वो ब्लैक पकड़ के थोड़ा कम करता है। अब जो खराब वाला है वो है ट्राइग्लिसराइड एंड LDL। जो ट्राइग्लिसराइड है वो थोड़ा हमारे खाने के बारे में बताता है कि हमने पिछले 2-3 दिन क्या खाया है जिसकी वजह से कोलेस्ट्रॉल बढ़ा है, या कितनी शराब पी है, शराब में भी ये बढ़ता है। कुछ जेनेटिक फेमिलियल होता है, जिन लोगों का ये ज्यादा होता है उनको रिस्क रहता है एथेरोस्क्लेरोटिक प्लैक के लिए, ऑल्सो रिस्क रहता है पैंक्रेटाइटिस के लिए जब ये 10 से ज्यादा हो। अब सबसे खतरनाक वाला है LDL, जिसकी वजह से जो जमता है नसों में और जिनकी वजह से हार्ट अटैक हो जाता है, स्ट्रोक हो जाता है। तो ये जब 5, 4.5 या 5 से बड़ा होता है, हम लोग कहते हैं डाइट से कंट्रोल करो या दवाइयों से। मगर इसमें हम लोग देखते हैं कि आपके रिस्क क्लासिफिकेशन क्या है। अगर आपको कोई बीमारी नहीं है और आपके फैमिली में कोई बीमारी नहीं है तो हम कहते हैं आपका रिस्क लो है,
तो हमको इसको 4.5-5 से कम रखना चाहिए। जिन लोगों को शुगर की बीमारी है तो हम लोग उनको कहते हैं ये 3.5 से कम रखना चाहिए। और जिन लोगों को हार्ट अटैक हो चुका है या फैमिली में जिनकी बहुत स्ट्रॉन्ग हिस्ट्री हो या जिनको स्ट्रोक हो चुका है, तो हम कहते हैं इसको 1.2 से कम रखना चाहिए या 1.7 से कम रखना चाहिए। तो ये हमारा गेज है, जिस गाइडलाइन है, रूलर है, जो हम फॉलो करते हैं एज अ डॉक्टर। तो जैसे मैंने आपको कहा था हम लोग कैसे अवॉइड कर सकते हैं, डाइटिशियन और बताएगा, तो मैं इसके ऊपर ज़्यादा समय नहीं लेऊंगा। मगर सबसे इम्पोर्टेंट है हम फ्रूट्स, वेजिटेबल, होल ग्रेन्स खाएं, और हम जो तली हुई चीज़ें हैं या जिनमें शुगर ज़्यादा है या शराब, इसको अवॉइड करें। हमारा अगले रिस्क फैक्टर है शुगर की बीमारी, डायबिटीज़। ये हमारे साउथ ईस्ट एशियन में बहुत प्रेवलेंट है, बल्कि सारी दुनिया में जो परसेंटेज अगर देखा जाए तो साउथ ईस्ट एशियंस का सबसे ज़्यादा है। डायबिटीज क्यों इम्पोर्टेंट है? आम इंसान से रिस्क कम से कम 3 गुना ज़्यादा होता है स्ट्रोक के लिए या हार्ट के लिए, तो इससे कंट्रोल करना बहुत ज़रूरी है। तो कॉजेस क्या हैं डायबिटीज़ के लिए, वो तो हमने आप लोगों से पहले भी बात कर चुके हैं, पर मेन है वही ओबेसिटी, ब्लड प्रेशर, जिन लोगों का डाइट बहुत ख़राब है, जो एक्सरसाइज नहीं करते, और कुछ हद तक उम्र के साथ, और फैमिली। तो चक्कर क्या होता है डायबिटीज़ में, हमारा जो खून है वो पानी की तरह चलना चाहिए। जब शुगर बढ़ जाता है तो वो पानी की तरह नहीं, वो हनी या सिरप या की तरह चलता है, तो वो थोड़ा स्लो हो जाता है और थोड़ा खून गाढ़ा हो जाता है। उस गाढ़े होने के चक्कर में क्या हो जाता है, हमारे या प्लैक बन जाता है या ब्लड क्लॉट के रिस्क बन जाता है। और ये जब प्लैक या थ्रोम्बस बनता है तो रिस्क स्ट्रोक का बढ़ जाता है। तो बॉडी क्या करता है, इसमें कुछ केमिकल्स इन्वॉल्व होते हैं। जैसे आप यहाँ देख रहे हो शुगर वाले का वो रिस्क बढ़ जाता है ब्लड प्रेशर के लिए, रिस्क बढ़ जाता है कोलेस्ट्रॉल ऊपर जाने के लिए, थोड़ा शरीर के अंदर सूजन भी हो जाती है, जो हमारी नसें हैं वो थोड़ी स्टिफ हो जाती हैं, तो उसके कारण ये सारा हो जाता है। ये प्रोसेस है जो शरीर के अंदर होता है। एथेरोस्क्लेरोसिस और जो ब्लड क्लॉट का कुछ लोग वो ठीक से नहीं समझ पा रहे, तो मैंने थोड़ी ये स्लाइड रखी है यहाँ। एथेरोस्क्लेरोसिस या प्लैक जो है, इसको बनने में 2, 3, 5 साल, 10 साल, 15 साल लग जाते हैं। मतलब ये ओवरनाइट नहीं हो जाता। जो थ्रोम्बस है वो किसी के कारण ब्लड जो है ना ज़्यादा गाढ़ा हो जाता है और एकदम ब्लड क्लॉट जैसे बन जाता है। ये चीज़ बन जाती है कुछ घंटों में, कुछ मिनट्स में, या 1-2 दिन के अंदर अंदर। ये फर्क है। तो शुगर के लिए हम लोग कैसे एनालाइज करते हैं? शुगर जो है उसके कई तरीके होते हैं। जो सबसे कॉमन और जो सबसे गाइडलाइन जो फॉलो करते हैं वर्ल्ड वाइज, वो है हीमोग्लोबिन A1C। हम लोग ये कहते हैं जिनका शुगर 6 से कम है उनको बिटवीन 5.7 6.2 हम उससे कहते हैं प्री डायबिटिक। मतलब आपको शुगर की बीमारी होने वाली है, अभी डाइट से कंट्रोल कर लो, थोड़ा एक्सरसाइज से कंट्रोल कर लो, तो ये नॉर्मल की तरफ आ जाएगा। अगर नहीं कंट्रोल करोगे ये शुगर की तरफ, डायबिटीज की तरफ चला जाता है। फिर हमें दवाइयाँ शुरू करनी पड़ती है। दवाइयाँ कब शुरू करते हैं? जब 7 से ऊपर हो। अगर कुछ लोग जो थोड़े ज़्यादा शरीर से चौड़े हैं, मोटे हैं, हम 6.5 के ऊपर भी दवाइयाँ शुरू कर सकते हैं और उनके लिए ये अच्छा रहेगा। अब शुगर जो हीमोग्लोबिन A1C है वो तो इंटरनेशनल है, सब लोग वही फॉलो करते हैं जो नंबर्स मैंने बताए हैं। जो हम लोग शुगर चेक करते हैं वो थोड़ा अलग है। हम यहाँ पर स्केल के हिसाब से 6, 7 या जो भी है उस हिसाब से
इंडिया में, यूएस में हम लोग नंबर यूज करते हैं जैसे 100, 110, 120, 200, 250। तो फर्क क्या है, जो हम कनाडा में यूज करते हैं उसको मल्टीप्लाई आप कर दो 18 से, तो 18 से मल्टीप्लाई करोगे आपको इंटरनेशनल वो दूसरा नंबर मिल जाएगा कितना है। फॉर एग्जांपल अगर आपकी शुगर फास्टिंग 10 है तो यूएस के हिसाब से 180 हो गया, या इंडिया के हिसाब से 180 हो जाता है। ये है कन्वर्शन। अब आपको शुगर की बीमारी है या नहीं, हम लोग 4 तरीके से हैं जिसमें हम चेक कर सकते हैं और कह सकते हैं आपको शुगर की बीमारी है। तो सबसे पहले है हीमोग्लोबिन A1C, जो मैंने कहा सबसे ज्यादा फॉलो करते हैं, और जैसे मैंने आपको बताया था 6 या 6.5, ठीक है जी। 6 पे हम लोग कनाडा में कहते हैं कि भाई आपको डायबिटीज है, डाइट कंट्रोल में है। 6.5 पे कहते हैं दवाइयां शुरू कर सकते हैं। दूसरा तरीका है फास्टिंग ब्लड शुगर। अगर आपका फास्टिंग ब्लड शुगर 7 से ज्यादा आता है, 7 पॉइंट, कुछ लोग ये भी कह देते हैं 8.3, अगर वो 8.3 से ज्यादा है हम कह देते हैं सीधा कि भाई आपको है फास्टिंग। तीसरा तरीका है ओरल ग्लूकोज टॉलरेंस टेस्ट। तो इसमें हम लोग क्या करते हैं, आपको शुगर का पानी देते हैं, फिर आपके आधे घंटे बाद पहले शुगर चेक करते हैं, पानी देंगे जिसमें चीनी मिलाई हुई है, फिर उसको हम लोग आधे घंटे बाद चेक करेंगे, फिर दोबारा 2 घंटे बाद चेक करेंगे। अगर 2 घंटे के बाद आपका शुगर 10.3 या 200 से ज्यादा है, तब हम कहते हैं आपको शुगर की बीमारी है। चौथा तरीका ये है रैंडम। अगर आपका रैंडम शुगर 10.5 से और 10.3 से ज्यादा आता है, फिर हम कहते हैं आपको मोस्ट लाइकली शुगर की बीमारी है। तो इसमें हम लोगों को क्या करना चाहिए, बेस्ट तरीका है शुगर आप अपना सुबह सुबह चेक करो फास्टिंग, अगर आपको लगता है। तो एक है फिंगर डिवाइस जो बहुत अच्छा है, मगर उससे ज्यादा अच्छा है ये जो नया सिस्टम आया है, वो है ग्लूकोज कंटिन्यूअस मॉनिटरिंग। इसमें क्या होता है, आप अपने फोन के साथ, या ये जो काला पाम है, ये आपको 24 घंटे बता देगा कि शुगर कैसे चल रहा है। तो ये एक पैच होता है जो सफेद नजर आ रहा है यहाँ, ये आपकी बाजू में जा सकता है, पेट के ऊपर जा सकता है, पीठ के ऊपर भी जा सकता है। ये वहाँ 1 हफ्ते तक रहता है, और ये जब भी आप अपने फोन के साथ ऐसे छेड़ लगाओगे या पाम के साथ ऐसे करोगे, वो आपको उस वक्त का शुगर बता देगा। तो ये मतलब नहीं कि आप 24 घंटे अपनी शुगर चेक करते रहो, आप सुबह चेक करना। जब भी आप कुछ खाओगे आप देख सकते हो कि 2 घंटे बाद शुगर कितनी चल रही है। तो इसमें मेरे पेशेंट्स जिनके मैंने इस्तेमाल किया काफ़ी अच्छा उनको महसूस लगा, इसलिए कि उन्होंने देखा कि आज मैंने ये खाया, मेरी शुगर इतनी बढ़ी है और इतनी देर के लिए बढ़ी है। तो वो अपने आप को स्टिक कर देते हैं कि हाँ मुझे ये चीज़ अवॉइड करनी चाहिए, ये चीज़ नहीं खानी चाहिए, या ये चीज़ खाने से 1 घंटे बाद मेरा शुगर एकदम ऊपर हो जाता है, या 15-20 मिनट के बाद एकदम ऊपर हो जाता है। इससे ये भी होता है जब शुगर लो है वो चेक करते हैं। ये डिवाइस अलग अलग कंपनीज के आती हैं। इस वक्त जो यहाँ लगा हुआ है फ्रीस्टाइल लिब्रा है, दूसरा भी आता है डेक्सकॉम। ये धीरे धीरे ये टेक्नोलॉजी बेटर हो रही है और काफी एक्यूरेट हो रही है। ब्लड शुगर चार्ट बेस्ट है, या अगर आप कंटिन्यूस मॉनिटर नहीं है तो आप प्लीज वो चार्ट बनाओ। आप सुबह फास्टिंग का लिखो 3 दिन के लिए, अगले 3 दिन के बाद आप लंच के बाद 2 घंटे बाद कितना आ रहा है, या नाश्ते के बाद 2 घंटे बाद कितना आ रहा है, या डिनर के 2 घंटे बाद कितना आ रहा है। और डॉक्टर का काम होगा हर 3 महीने चेक करने के लिए कि आपका हीमोग्लोबिन A1C कितना है। जिन लोगों को शुगर की बीमारी है हर 3 महीने चेक होता है, जिनका प्री डायबिटिक है हम हर 6 महीने चेक करते हैं। तो नॉर्मल क्या होता है, जो चीज हम खाते हैं कैसे पता लगे कि वो ठीक है हमारे लिए या नहीं। 2 घंटे के बाद नॉर्मल जो शुगर होती है वो आ जाती है 120 या
140 पे, या आप समझ लीजिए करीब 6 और 7 के बीच में। इमीडिएटली खाना खाने के बाद ये 10 के आसपास होती है। जिन लोगों को प्री डायबिटिक है या इम्पेयर्ड ग्लूकोज जो कहते हैं, उनका आ जाता है 10 से ऊपर, और इनका आता है करीब 8 के आसपास 2 घंटे बाद। जिन लोगों को शुगर की बीमारी है तो इनका आता है करीब 12 से लेके 15 तक, और उस 2 घंटे के बाद इनकी शुगर तब भी ये 10 से ऊपर होती है। इसका मतलब जो उन्होंने खाया उसमें शुगर ज़्यादा है, उनको वो अवॉइड करना चाहिए। और जो लोग टीका लगा रहे हैं, इसका मतलब है वो टीका जो है या कम है या उनको दूसरा टीका की ज़रूरत है। इस चीज़ के लिए आप उनको अपने डॉक्टर से बात करनी चाहिए। तो आप अपने डॉक्टर को कैसे हेल्प कर सकते हो? अपने आप को हेल्प करके ये इसका चार्ट बना के, जैसे मैंने कहा था आपको। हमें क्या टारगेट करना चाहिए? फास्टिंग 100 से कम या 7 से कम होना चाहिए। हमें खाना खाने के बाद ये होना चाहिए 10 से कम 2 घंटे बाद, और रात को सोने के वक्त ये 7.5 से कम होना चाहिए, और जो 3 महीने का एवरेज है 7 से कम। अगर हम नहीं रखते हैं तो फिर कॉम्प्लिकेशन बढ़ेंगे। कॉम्प्लिकेशन कहाँ बढ़ेंगे? रेटिनोपैथी, मतलब आंख के अंदर। काफ़ी आपके जानकार होंगे जिनकी आंखों की नस शायद फट गई होगी, उनके विजन में प्रॉब्लम हो गई, या कैटरैक्ट जल्दी से हो गया। कुछ लोगों के गुर्दे खराब हो जाते हैं, कुछ लोगों के टांगों में वो सुन हो जाती हैं, या उनको लगता है कि जैसे जल रहा है। ये सारे कॉम्प्लिकेशंस हैं शुगर के। जो लोग शुगर कंट्रोल करते हैं उनको ये बीमारी हो जाती है 10, 15, 20 साल बाद। जो लोग शुगर नहीं कंट्रोल कर पाते उनको हो जाती है 5 साल के अंदर अंदर। तो इसके लिए हमें क्या करना चाहिए? अवॉइड डायबिटिक कॉम्प्लिकेशन, जिसकी वजह से स्ट्रोक हो सकता है, हार्ट अटैक हो सकता है, आंखों में प्रॉब्लम हो सकती है, गुर्दों के प्रॉब्लम हो सकती है, जिसकी वजह से डायलिसिस पे जाना पड़े। लोगों को फुट के अल्सर्स हो जाते हैं, फिर वो हील होने में कई महीने लग जाते हैं। तो ये सारी चीज़ें आप अवॉइड कर सकते हो ठीक खाने पीने से, एक्सरसाइज करने से। और बाकी जो रेस्ट ऑफ माय कॉलीग्स जो आए हुए हैं आज, आपको और भी समझाएंगे। मैं सबको धन्यवाद, थैंक यू बोलना चाह रहा हूँ। और प्लीज़ आप अपना सेहत का ख्याल रखिए और अपनी डॉक्टर को हेल्प करिए बाय लुकिंग आफ्टर योरसेल्फ। ਤੇ ਡਾਕਟਰ ਚੀਮਾ ਇਹਨਾਂ ਦੀ ਇੰਟਰੋਡਕਸ਼ਨ ਕਰੋਗੇ। ਸਾਡੇ ਅਗਲੇ ਪ੍ਰੈਜ਼ੈਂਟਰ ਨੇ ਪ੍ਰੀਤੀ ਸੂਰੀ, ਜਿਹੜੇ ਕਿ ਸਾਡੇ ਨਾਲ ਪਿਛਲੇ ਤਕਰੀਬਨ 10 ਸਾਲਾਂ ਤੋਂ ਜੁੜੇ ਨੇ। ਇਹਨਾਂ ਨੇ ਹਮੇਸ਼ਾ ਹੀ ਸਾਰੀ ਪ੍ਰੈਜ਼ੈਂਟੇਸ਼ਨ ਸਾਡੇ ਨਾਲ ਡਾਇਬਟੀਜ਼ ਜਾਂ ਬਾਕੀ ਸਾਰੇ ਇਸ਼ੂਜ਼ ਦੇ ਵਿੱਚ ਬਹੁਤ ਪ੍ਰੋਗਰਾਮ ਰਿਕਾਰਡ ਕੀਤੇ ਨੇ। ਸੋ ਇਹ ਹੁਣ ਐਕਸਪਲੇਨ ਕਰਨਗੇ ਕਿ ਰੋਲ ਆਫ ਡਾਈਟ ਦਾ ਕੀ ਰੋਲ ਹੈ ਇਹਦੀ ਪ੍ਰੀਵੈਂਸ਼ਨ ਵਾਸਤੇ ਤੇ ਸਟ੍ਰੋਕ ਨੂੰ ਮੈਨੇਜ ਕਰਨ ਵਾਸਤੇ। ਸੋ ਪਲੀਜ਼ ਧਿਆਨ ਨਾਲ ਸੁਣੋ। ਥੈਂਕ ਯੂ। थैंक यू। हुण मैं तुहाडे नाल अपनी थोड़ी इन्फॉर्मेशन सांझी करांगी एंड शेयर करांगी कि खाने दा की रोल हैगा स्ट्रोक तो बचन दे लई, ते जे तां स्ट्रोक हो गया उहदे बाद उहनूं मैनेज करन दे विच खाने दा की रोल आंदा है। नेक्स्ट प्लीज। ओके, सो साडे महाराणा जिन्हां ने मेरा पहलों गल कीती है, डॉक्टर चीमा ने ते डॉक्टर साजल जैन ने, उन्होंने तुहाडे नाल साझा कीता है कि स्ट्रोक दे जिहड़े रिस्क फैक्टर्स ने, जिहड़े कंडीशंस दे वजह दे नाल स्ट्रोक हो सकता है, वो हैगे ने हाई ब्लड प्रैशर, मोटापा या वजन ज्यादा होना, होर दूजी बीमारियां जिवें कि कोलेस्ट्रॉल ज्यादा होना या डायबिटीज, या जिहड़े लोग स्मोक या अल्कोहल ज्यादा पींदे ने, या फिजिकल एक्टिविटी ना होना। ये सारे जिहड़े ने रिस्क फैक्टर्स ने जिहदे नाल स्ट्रोक होने दी चांसेस ज्यादा बढ़ सकते हैं। हुण ਇਹ ਜਿਹੜੀ ਸਾਡੀ ਲਿਸਟ ਹੈਗੀ ਹੈ ਕਿ ਕਿਹੜੇ ਰਿਸਕ ਫੈਕਟਰਸ ਨੇ ਜਿਹਦੇ ਨਾਲ ਸਟ੍ਰੋਕ ਹੋ ਸਕਦਾ ਹੈ, ਉਹਦੇ ਵਿੱਚੋਂ ਤੁਸੀਂ ਵੇਖੋਗੇ ਕਿ ਕਾਫੀ ਸਾਰੇ ਰਿਸਕ ਫੈਕਟਰਸ ਤੇ ਸਾਡੇ ਕਾਬੂ ਵਿੱਚ ਨੇ, ਸਾਡੇ ਕੰਟਰੋਲ ਵਿੱਚ ਨੇ। ਇਹਨਾਂ ਨੂੰ ਅਸੀਂ ਸਹੀ ਖਾਣੇ ਦੇ ਨਾਲ, ਸਾਡੇ ਡਾਈਟ ਦੇ ਨਾਲ ਕਾਬੂ ਵਿੱਚ ਕਰ ਸਕਦੇ ਹਾਂ, ਜਿਵੇਂ ਕਿ ਸਾਡਾ ਵਜ਼ਨ, ਸਾਡਾ ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜ਼ਿਆਦਾ ਹੋਣਾ,
डायबिटीज़, ਇਹ ਸਾਰੇ ਜਿਹੜੇ ਕੰਡੀਸ਼ਨਸ ਨੇ ਇਹਦੇ ਉੱਤੇ ਸਾਡੇ ਖਾਣੇ ਦਾ ਡਾਇਰੈਕਟ ਇੰਪੈਕਟ ਪੈਂਦਾ ਹੈ ਤੇ ਅਸੀਂ ਆਪਣਾ ਕੰਟਰੋਲ ਕਰ ਸਕਦੇ ਹਾਂ ਸਹੀ ਖਾਣਾ ਖਾ ਕੇ। डॉक्टर जैन ने काफ़ी वधिया स्लाइड्स विखाइयां ने ते कॉन्सेप्ट्स काफ़ी क्लियर करके उन्होंने एक्सप्लेन किए ने, पर मैं खाने दे नाल जरा सा लिंक करने की कोशिश करांगी कि जिहड़ी उन्होंने कोलेस्ट्रॉल दी या नाड़ियां तंग हो जाण दी आर्थरोस्क्लेरोसिस जिहड़ा उन्होंने नाम लिता सी ओदी गल कीती है, ओदा डायरैक्ट इंपैक्ट्स असी किन्ना खाना फैट वाला खांदे आ या जिहड़ी उन्होंने ट्राइग्लिसराइड्स की गल कीती सी ते डायरैक्ट फैट साडा खाने विच किन्ना है ओदे उत्ते डिपेंड करता है। सो अगेन खाने दे नाल आपां ओ करैक्ट कर सकते हैं। हाइपरटेंशन या हाई ब्लड प्रेशर डायरैक्टली साडे खाने तो रिलेटेड है, तुसी किन्ना लून खांदे हो, किन्ना हायर कैलोरीज खांदे हो, ओ अगेन साडे खाने दे नाल कंट्रोल हो सकता है। डायबिटीज आपां पहला एयो आइकॉन दे थ्रू प्रेजेंटेशन कर चुके हैं जिथे जिथे आप डायबिटीज बारे पहला गल की सी कि यू नो आप सही खाना खा के अपनी डायबिटीज कंट्रोल कर सकते हैं। एंड सेम फॉर हार्ट डिजीज, जिन्होंने दिल की बीमारी है वो भी डायरैक्टली इंपैक्ट फूड के थ्रू होती है, तां करके आज डाइट की गल करनी बड़ी इंपॉर्टेंट बन जाती है। सो दो पर्टिकुलर न्यूट्रिएंट या तत्व के उत्ते मैं आज फोकस करांगी, जिहड़ा एक है सॉल्ट जिहड़ा लून एंड दूजा हैगा फैट्स, द टाइप ऑफ फैट्स साडे खाने विच पाए जांदे ने। ओ पहला लून की गल करिए। हुण आई थिंक मैं 80% ऑफ द लोकां जिन्हां दे नाल मैं गल करदी हां ओह मैनूं हमेशा एं कहंदे मैं तो बहुत घट लून खांदे आ अपने खाने विच, सब्जी च भी घट लून, यू नो दाल विच भी घट लून, लून ते असीं सैलड विच पांदे ही नहीं है, एंड आई कंप्लीटली गेट इट। पर लून साडे खाने विच होर काफ़ी तरीके दे नाल आ सकता है। इस सब तो वड्डा सोर्स हैगा जिहड़ी पैकेज फूड्स होंदे ने उन्हां दे विचों जिहड़ा लून साडे खाने च आंदा है। फॉर एग्जाम्पल जिहड़ी ब्रेड हैगी है, मोस्ट सारे घरां च ब्रेड यूज होंदी है, 2 स्लाइस ब्रेड दे विच 10% 100% जिहड़ा दिन विच अलाउड हुंदा है उहदे विच 2 स्लाइसिस ब्रेड दे विच 10% लून पाया जाता है। हुण मोस्ट पीपल एज अ सैंडविच या एज अ टोस्ट बना के शाम नूं कदों भुख लगी है ब्रेड का कोई स्नैक बना के बड़ी नॉर्मल तरीके दे नाल 2 ब्रेड स्लाइस खाई जाती है, राइट। एंड 10% इज राइट देयर। हुण कहण नूं सानूं लगदा है 10% बड़ा छोटा नंबर है, पर दीज पूरे दिन विच जदों तुसीं 10% किते होर तो 7% किसी होर तो ऐड करदे हो, यह नंबर वधदा ही जांदा है। दूजी मैं चीज दिखाई है चिप्स का पैकेट में विखाया 15 चिप्स, मैनू नहीं लगता साडे विच कोई भी 15 चिप्स गिन के खांदा होना, ये छोटी कोली फड़दा होना चिप्स दा पाण दे विच। चिप्स एक एहो जी चीज है कि हमेशा ज्यादा खाई जाती है, एंड सिर्फ 15 चिप्स जिहड़ी कि एक बिल्कुल छोटी जी कोली है उहदे विच 7% लून पाया जाता है। सेम थिंग ड्रम स्टिक्स या चिकन ड्रम स्टिक या चिकन लेग्स जिहड़ी आपां बाहरों लेके हुण एयर फ्रायर विच बनांदे या पहला ओवन विच बनांदे सी, दे हैव अ लॉट ऑफ सॉल्ट एज वेल। नेक्स्ट स्लाइड प्लीज। केचप ते मसाले दे पैकेट, ਇਹ ਜਿਹੜੀ ਕੰਡੀਮੈਂਟਸ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਆ, ਇਹ ਇੱਕ ਬਹੁਤ ਬੜਾ ਕਲਪ੍ਰਿਟ ਨੇ। ਇੱਥੇ ਇਹਨਾਂ ਦੇ ਵਿੱਚ ਕਾਫੀ ਸਾਰਾ ਲੂਣ, ਕਈ ਵਾਰੀ ਬਹੁਤ ਜ਼ਿਆਦਾ ਮਿੱਠਾ ਵੀ ਪਾਇਆ ਜਾਂਦਾ ਹੈ, ਇਹਨਾਂ ਸਾਨੂੰ ਅੰਦਾਜ਼ਾ ਨਹੀਂ ਰਹਿੰਦਾ ਕਿ ਇਹ ਜਿਹੜੀ ਸਿਰਫ ਸਵਾਦ ਵਾਲੀ ਜਿਹੜੀ ਚੀਜ਼ਾਂ ਹੈ ਉਹ ਆਪਾਂ ਕਿੰਨੀ ਯੂਜ਼ ਕਰਕੇ ਆਪਣਾ ਨੋਰਮਲ ਸਿਹਤ ਦੇ ਉੱਤੇ ਇੰਪੈਕਟ ਕਰਦੇ हैं। जिवें कि कैचअप जिहड़ी है इत्थे मैं लूण लिखिया उहदे अंदर 2 चम्मच विच 6% लूण हैगा। कैचअप एट द सेम टाइम इहदे अंदर बहुत ज़्यादा मिठा भी पाया जाता है, जिन्हां नूं डायबिटीज़ है उन्हां नूं भी इहदे नाल परहेज़ करना जरूरी है। सेम जिहड़े मसाले दे पैकेट ने इन्हां दे विच बहुत ज़्यादा लूण हुंदा है। समोसे, कोई भी गैदरिंग होए कुछ भी होए, समोसे इज अ वेरी वेरी नॉर्मली साडे घरां च यूज हुंदा है। एक समोसे दे विच 32% लूण हैगा, तो जे तुसी 100 खाना सी दिन विच उहदे विच 32% एक समोसे विच ही खाया जाता है, तो इहदे नाल मैं हले चटनी ते गिनी ही नहीं है, राइट। इहदे नाल कोई ना कोई नमकीन सर्व किया जाता है, कुकीज सर्व कीतियां जांदियां ने, सो यू कैन इमेजिन कि एक स्नैक दे विच ही साडा लूण कितना हाई हो जाता है। सेम थिंग भटूरा, भटूरे दे विच भी लूण पाया जाता है। जदों तो आप सोचते हैं कि एक भटूरा खा के इट्स ओके, बट बाय द टाइम तुसी 2 भटूरे खादे 4% लूण तुहाडा उत्थे आ गया। तुसी नाल छोले खादे, उहदे अंदर तुसी छोले मसाला पाया सी which again is high in salt. Next slide please. पकौड़े दा लूण लिखिया है मैं इत्थे कि 3 पकौड़े, सिर्फ 3 पकौड़े दे पीसेस विच 30% लूण पाया जाता है। ना चंगी गल है कि लड्डू विच कोई लूण नहीं, नेक्स्ट टू नथिंग, पर ਇਹਦਾ मतलब है नहीं कि लड्डू फ्री फूड हो गया। पर लड्डू विच लूण नहीं है, पर लड्डू विच मिठा ते फैट है, एंड फैट के बारे में आगे चल के होर गल करांगे।
ਹੁਣ ਜਿਵੇਂ ਮੈਂ ਕਿਹਾ ਸੀ ਫੈਟ ਬਾਰੇ ਹੋਰ ਗੱਲ ਕਰਾਂਗੀ ਹਰ ਕੋਈ ਕਹਿੰਦਾ ਫੈਟ ਘੱਟ ਖਾਓ ਤੇਲ ਘੱਟ ਪਾਓ ਘਿਓ ਘੱਟ ਪਾਓ ਬਟਰ ਘੱਟ ਖਾਓ ਪਰ ਕਿੰਨਾ ਖਾਓ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿੱਥੇ ਜਾ ਕੇ ਤੁਸੀਂ ਬਸ ਕਰਨੀ ਹੈ that is something that is important to know ਤੇ most females ਦੇ ਲਈ 3 ਜਾਂ 5 ਬੜੇ ਚਮਚ ਦਿਨ ਵਿੱਚ total fat and ਬੰਦਿਆਂ ਦੇ ਲਈ 4 ਤੋਂ 7 ਵੱਡੇ ਚਮਚ ਫੈਟ ਦਾ ਪਰਹੇਜ਼ ਹੋਣਾ ਚਾਹੀਦਾ ਹੁਣ ਫੈਟ ਜਿੱਦਾਂ ਡਾਕਟਰ ਜੈਨ ਨੇ ਵੀ ਬਹੁਤ ਲਾਈਟਲੀ ਟੱਚ ਕੀਤਾ ਸੀ ਕਿ ਬਹੁਤ ਤਰੀਕੇ ਦੇ ਫੈਟ ਪਾਏ ਜਾਂਦੇ ਨੇ ਰਾਈਟ ਹੁਣ ਜਿਵੇਂ ਘਿਓ ਹੋ ਗਿਆ ਬਟਰ ਹੋ ਗਿਆ ਤੇਲ ਹੋ ਗਿਆ ਇਹ ਸਾਰੇ ਟਾਈਪਸ ਆਫ ਫੈਟ ਨੇ ਐਟ ਦ ਸੇਮ ਟਾਈਮ ਕਈ ਫੂਡਸ ਦੇ ਅੰਦਰ ਨੈਚੁਰਲੀ ਕੁਦਰਤੀ ਤਰੀਕੇ ਦੇ ਨਾਲ ਫੈਟ ਪਾਇਆ ਜਾਂਦਾ ਹੈ ਸੋ ਰਿਸਰਚ ਕਰਕੇ ਹੁਣ ਵੀ ਨੋ ਕਿ ਇਹਦੇ ਅੰਦਰ ਕਿਸ ਤਰੀਕੇ ਦਾ ਫੈਟ ਹੈ ਸੋ ਅੱਛੇ ਤਰੀਕੇ ਦਾ ਫੈਟ ਖਾਣਾ ਜ਼ਰੂਰੀ ਹੈ ਵਿਦਿਨ ਜੋ ਆਪਾਂ 4 ਤੋਂ 7 ਸਪੂਨਸ ਦੀ ਗੱਲ ਕੀਤੀ ਸੀ ਉਹਦੇ ਅੰਦਰ ਵੀ ਚੰਗਾ ਫੈਟ ਖਾਣਾ ਜ਼ਰੂਰੀ ਹੈ ਜੇ ਤੁਸੀਂ ਅਨਹੈਲਥੀ ਫੈਟ ਜ਼ਿਆਦਾ ਖਾਓਗੇ ਤੇ ਉਹ ਥੋੜਾ ਵੀ ਖਾਓਗੇ ਤਾਂ ਵੀ ਇਟ ਇਜ਼ ਗੋਇੰਗ ਟੂ ਉਹ ਜਾ ਕੇ ਤੁਹਾਡੀ ਨਾੜੀਆਂ ਵਿੱਚ ਜੰਮ ਜਾਣਾ ਹੈ ਤੇ ਅਗੇਨ ਉਹ ਨਾੜੀਆਂ ਟਾਈਟ ਹੋ ਜਾਣਗੀਆਂ ਛੋਟੀਆਂ ਹੋ ਜਾਣਗੀਆਂ ਐਂਡ ਦੈਨ ਤੁਹਾਡਾ ਬਲੱਡ ਨਾਰਮਲੀ ਉਹਦੇ ਵਿੱਚੋਂ ਫਲੋ ਨਹੀਂ ਹੋ ਪਾਏਗਾ ਸੋ ਇੱਥੇ ਮੈਂ ਟ੍ਰੈਫਿਕ ਲਾਈਟ ਦੀ ਤਰ੍ਹਾਂ ਵਿਖਾਇਆ ਹੈ ਕਿ 3 ਤਰੀਕੇ ਦੇ ਫੈਟਸ ਨੇ ਜਿਹੜਾ ਰੈਡ ਹੈਗਾ ਸੈਚੂਰੇਟਡ ਫੈਟ ਹੈਗਾ ਇਹਦੇ ਐਗਜ਼ਾਮਪਲਸ ਮੈਂ ਹੋਰ ਅੱਗੇ ਚੱਲ ਕੇ ਦੇਵਾਂਗੀ ਪਰ ਰੈਡ ਤਾਂ ਕਰਕੇ ਕਿਹਾ ਕਿਉਂਕਿ ਇਹਦੇ ਨਾਲ ਤੁਸੀਂ ਥੋੜਾ ਧਿਆਨ ਨਾਲ ਖਾਣਾ ਹੈ ਜ਼ਿਆਦਾ ਖਾਣ ਤੋਂ ਨੁਕਸਾਨ ਹੈ ਪਰ ਥੋੜਾ ਜਿਹਾ ਖਾਣਾ ਜ਼ਰੂਰੀ ਵੀ ਹੈਗਾ ਕਿਉਂਕਿ ਤੁਹਾਡੇ ਸਰੀਰ ਨੂੰ ਇਹਦੀ ਲੋੜ ਹੈਗੀ ਦੂਜਾ ਜਿਹੜਾ orange ਜਾਂ yellow ਸੈਕਸ਼ਨ ਵਿੱਚ ਆਉਂਦਾ ਉਹਨੂੰ ਅਸੀਂ ਪੂਫਾ ਕਹਿੰਦੇ ਆ ਸਾਇੰਟਿਫਿਕ ਟਰਮਸ ਵਿੱਚ ਤੇ ਜਿਹੜਾ ਗ੍ਰੀਨ ਜਿਹੜਾ ਸਭ ਤੋਂ ਜ਼ਿਆਦਾ ਹੈਲਥੀ ਮੰਨਿਆ ਜਾਂਦਾ that is ਮੂਫਾ ਹੁਣ ਆਪਾਂ ਕਿਹੜਾ ਫੈਟ ਹੈਗਾ ਇਹ 3 ਤਰੀਕੇ ਨਾਲ ਇਹਦੀ ਗੱਲ ਕਰੀਏ ਤੇ ਜਿਹੜਾ ਸੈਚੂਰੇਟਡ ਫੈਟ ਹੈਗਾ ਰੈਡ ਜਿਹਦੀ ਆਪਾਂ ਥੋੜੀ ਜਿਹੀ ਧਿਆਨ ਦੇ ਨਾਲ ਕੰਜ਼ੰਪਸ਼ਨ ਕਰਨੀ ਹੈ ਧਿਆਨ ਦੇ ਨਾਲ ਖਾਣਾ ਹੈ ਉਹ ਫੈਟ ਨਾਰਮਲ ਜਿਹੜੇ ਤੁਸੀਂ ਰੂਮ ਟੈਂਪਰੇਚਰ ਤੇ ਛੋੜ ਦਿੰਦੇ ਹੋ ਇਹ ਥੋੜਾ ਸਟਿਕੀ ਤੇ ਜੰਮਿਆ ਵਿੱਚ ਹੁੰਦਾ ਹੈ ਸੋਲਿਡ ਟੈਂਪਰੇਚਰ ਤੇ ਜਿਵੇਂ ਕਿ ਕੋਕੋਨਟ ਆਇਲ ਜਾਂ ਘਿਓ ਜਾਂ ਬਟਰ ਇਹ ਸਾਰੇ ਸੋਲਿਡ ਸਟੇਟਸ ਵਿੱਚ ਹੁੰਦੇ ਨੇ ਜਦੋਂ ਤੁਸੀਂ ਰੂਮ ਟੈਂਪਰੇਚਰ ਤੇ ਰੱਖਦੇ ਹੋ ਐਂਡ ਉਹ ਸਾਰੇ ਸੈਚੂਰੇਟਡ ਫੈਟ ਹੁੰਦੇ ਮੋਸਟਲੀ ਉਹ ਸਾਰੀ ਜਿਹੜੀ ਚਰਬੀ ਹੈ ਉਹ ਐਨੀਮਲ ਸੋਰਸ ਤੋਂ ਆਉਂਦੀ ਹੈ ਮਤਲਬ ਜਿਵੇਂ ਕਿ ਡੇਰੀ ਤੋਂ ਨਿਕਲੇਗੀ ਬਟਰ ਹੋ ਗਿਆ ਘਿਓ ਹੋ ਗਿਆ ਪਹਿਲਾ ਜ਼ਮਾਨੇ ਵਿੱਚ ਜਾਂ ਹੁਣ ਵੀ ਕਈ ਲੋਕ ਯੂਜ਼ ਕਰਦੇ ਨੇ ਲਾਰਡ ਹੋ ਗਈ ਇਹ ਸਾਰੀ ਜਿਹੜੀ ਐਨੀਮਲ ਸੋਰਸ ਤੋਂ ਜਿਹੜੇ ਫੈਟ ਆਉਂਦੇ ਨੇ ਰੂਮ ਟੈਂਪਰੇਚਰ ਤੇ ਸੋਲਿਡ ਹੁੰਦੇ ਨੇ ਉਹਦੇ ਨਾਲ ਥੋੜਾ ਜਿਹਾ ਪਰਹੇਜ਼ ਕਰਨਾ ਜ਼ਰੂਰੀ ਹੈ ਇਹ ਜਿਹੜਾ ਹੈ ਜਿਵੇਂ ਮੈਂ ਕਿਹਾ ਸੀ ਕਿ ਇਹ ਜਾ ਕੇ ਨਾੜੀਆਂ ਵਿੱਚ ਜੰਮਣ ਦਾ ਚਾਂਸ ਜ਼ਿਆਦਾ ਹੈਗਾ ਤਾਂ ਕਰਕੇ ਇਸ ਤੋਂ ਅਸੀਂ ਥੋੜਾ ਜਿਹਾ ਪਰਹੇਜ਼ ਕਰਦੇ ਹਾਂ ਹੋਰ ਥੋੜੇ ਐਗਜ਼ਾਮਪਲਸ ਫੂਡ ਜਿਹਦੇ ਵਿੱਚੋਂ ਇਹ ਸੈਚੂਰੇਟਡ ਫੈਟ ਪਾਇਆ ਜਾਂਦਾ ਉਹ ਮੈਂ ਇੱਥੇ ਵਿਖਾਏ ਨੇ ਕਿ ਅੰਡਾ ਹੁਣ ਜਾਣਨਾ ਜ਼ਰੂਰੀ ਹੈ ਕਿ ਅੰਡੇ ਦੀ ਜਿਹੜੀ ਯੋਕ ਹੈ ਜਿਹਦਾ ਜਰਦੀ ਹੈਗੀ ਉਹਦੇ ਵਿੱਚ ਇਹ ਫੈਟ ਪਾਇਆ ਜਾਂਦਾ ਜਿਹੜਾ ਕਿ ਜ਼ਿਆਦਾ ਹੈਲਥੀ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਅੰਡੇ ਦੀ ਜਰਦੀ ਨਹੀਂ ਖਾਣੀ ਉਹਦੇ ਵਿੱਚ ਇਹ ਜਿਹੜਾ ਫੈਟ ਹੈ ਇਹ ਗੁੱਡ ਹੈ ਅੰਡੇ ਦੀ ਜਰਦੀ ਵਿੱਚ ਵਿਟਾਮਿਨਸ ਪਾਏ ਜਾਂਦੇ ਨੇ ਤੇ ਦਿਨ ਵਿੱਚ ਮੋਸਟ ਸਾਡੇ ਸੀਨੀਅਰਸ ਵੀ ਜੇ ਇੱਕ ਅੰਡਾ ਖਾਂਦੇ ਨੇ 7 in a week ਉਹਦਾ ਕੋਈ ਹਰਜ਼ ਨਹੀਂ ਹੋਏਗਾ ਸੇਮ ਥਿੰਗ ਹੋਮੋ ਮਿਲਕ ਜਿਹੜਾ ਹੋਮੋ ਮਿਲਕ ਹੈ ਉਹਦੇ ਅੰਦਰ ਆਪਾਂ ਉਹ ਫੈਟ ਦਾ ਤੁਸੀਂ ਟੇਸਟ ਵੀ ਕਰ ਸਕਦੇ ਹੋ ਮਲਾਈ ਵੀ ਉਤਰਦੀ ਉਹਦੇ ਉੱਤੋਂ that is the fat ਜਿਹੜਾ ਆਪਾਂ ਅਵੋਇਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੀਟ ਦੇ ਉੱਤੇ ਜਿਹੜੀ ਸਕਿਨ ਹੁੰਦੀ ਹੈ ਜਿਹੜੀ ਚਮੜੀ ਚਿਕਨ ਦੇ ਉੱਤੇ ਹੁੰਦੀ ਹੈ ਉਹਦੇ ਵਿੱਚ ਇਹ ਫੈਟ ਪਾਇਆ ਜਾਂਦਾ ਹੈ ਕਿਉਂ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿਉਂ is a saturated fat ਪਨੀਰ ਕਿਉਂਕਿ ਇਹ ਮੋਸਟਲੀ ਫੁੱਲ ਫੈਟ ਦੁੱਧ ਤੋਂ ਬਣਾਇਆ ਜਾਂਦਾ ਹੈ that is again saturated fat ਜਿਹੜਾ ਚੀਜ਼ ਹੈਗਾ ਫੁੱਲ ਫੈਟ ਚੀਜ਼ ਉਹਦੇ ਵਿੱਚ ਇਹ ਫੈਟ ਪਾਇਆ ਜਾਂਦਾ ਐਂਡ ਕਰੀਮ ਆਫ ਕੋਰਸ ਸੇਮ ਫੈਟ ਹੈਗਾ ਹੁਣ ਆਪਾਂ ਕਰੀਏ ਸੈਕੰਡ ਤਰੀਕੇ ਦੇ ਫੈਟ ਦੀ ਗੱਲ ਜਿਹੜਾ ਪੂਫਾ ਹੈਗਾ ਇਹ ਹੈਲਥੀ ਫੈਟ ਹੈਗਾ ਇਹ ਤੁਸੀਂ ਖਾਓ ਇਹਦੇ ਵਿੱਚ ਕੋਈ ਹਰਜ਼ ਨਹੀਂ ਪਰ ਅਗੇਨ ਹਮੇਸ਼ਾ ਧਿਆਨ ਵਿੱਚ ਰੱਖਣਾ ਕਿ ਦਿਨ ਵਿੱਚ 4 ਤੋਂ 7 ਵੱਡੇ ਚਮਚ ਦੀ ਲਿਮਿਟ ਜ਼ਰੂਰ ਆਪਣੀ ਤੁਸੀਂ ਰੱਖਣੀ ਜਿਵੇਂ ਕਿ ਅਲਸੀ ਹੋ ਗਈ ਇਹ ਗੁੱਡ ਫੈਟ ਮੰਨਿਆ ਜਾਂਦਾ ਹੈ ਤੁਹਾਡੇ ਦਿਲ ਦੇ ਲਈ ਤੁਹਾਡੀ ਨਾੜੀਆਂ ਦੇ ਲਈ ਇਹ ਹੈਲਥੀ ਹੈਗਾ ਫਿਸ਼ ਕਈ ਤਰੀਕੇ ਦੀ ਜਿਹੜੀ ਫੈਟੀ ਫਿਸ਼ ਨੇ ਜਿਵੇਂ ਕਿ ਸੈਲਮਨ ਮੈਕਰਲ ਸਰਡੀਨਸ ਇਹ ਸਾਰੀ ਚੰਗੀ ਤਰੀਕੇ ਦੀ ਫਿਸ਼ ਨੇ ਇਹ ਖਾਓ ਕਿਉਂਕਿ ਦੇ ਆਰ ਗੁੱਡ ਫॉर योर ਹਾਰਟ ਪੀਕਨਸ ਹੋ ਗਏ ਵਾਲਨਟਸ ਹੋ ਗਏ ਇਹ ਚੰਗੇ ਤਰੀਕੇ ਦੇ ਫੈਟਸ ਇਹ ਨਟਸ ਵਿੱਚ ਪਾਏ ਜਾਂਦੇ ਨੇ ਤਾਂ ਯੂ ਕੈਨ ਈਟ ਦੋਸ ਟ੍ਰਾਂਸ ਫੈਟ ਦੀ ਮੈਂ ਥੋੜੀ ਗੱਲ ਕਰਾਂਗੀ ਇਹ ਫੈਟ ਜਿਹੜਾ ਮੈਂ ਟ੍ਰੈਫਿਕ ਲਾਈਟ ਬਤਾਈ ਸੀ ਉਹਦੇ ਵਿੱਚ ਨਹੀਂ ਹੈ ਕਿਉਂਕਿ ਇਹ ਤੁਹਾਨੂੰ ਬਿਲਕੁਲ ਅਵੋਇਡ ਕਰਨ ਦੀ ਕੋਸ਼ਿਸ਼ ਹੈ ਕ੍ਰਿਸਕੋ ਜਿਵੇਂ ਵੈਜੀਟੇਬਲ ਜਿਹੜੇ ਇੰਡੀਆ ਵਿੱਚ ਪਹਿਲਾਂ ਡਾਲਡਾ ਮਿਲਿਆ ਹੁੰਦਾ ਸੀ ਯੂਜ਼ ਕਰਨ ਦੇ ਲਈ ਇਹ ਜਿਹੜੇ ਫੈਟਸ ਨੇ ਇਹ ਸਿੰਥੇਸਾਈਜ਼ਡ ਫੈਟਸ ਨੇ ਇਹ
ਸਾਡੀ ਬੋਡੀ ਨੂੰ ਬਿਲਕੁਲ ਜ਼ਰੂਰਤ ਨਹੀਂ ਹੈ ਇਹਦੀ। ਇਹ ਰਾਈਟ ਅਵੇ ਜਾ ਕੇ ਸਾਡੀ ਨਾੜੀਆਂ ਨੂੰ ਜੰਮ ਕੇ ਉਹਨੂੰ ਟਾਈਟ ਕਰਕੇ ਉਹਨਾਂ ਦੇ ਵਿੱਚ ਬਲੱਡ ਪ੍ਰੈਸ਼ਰ ਵਧਾਉਂਦੇ ਨੇ। ਸੋ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਅਵੋਇਡ ਕਰੋ। ਜਿਹੜੇ ਫਾਸਟ ਫੂਡਸ ਜਾਂ ਫਰਾਈਡ ਫੂਡਸ ਨੇ ਜਿਹੜੇ ਆਪਾਂ ਖਾਂਦੇ ਆ, ਇਹ ਜੇ ਈਵਨ ਇਫ ਜਿਹੜੀ ਦੁਕਾਨਾਂ ਤੋਂ ਆਪਾਂ ਲੈਂਦੇ ਆ ਇਹ ਚੰਗਾ ਵੀ ਅਗਰ ਆਇਲ ਯੂਜ਼ ਕਰਕੇ ਇਹ ਚੀਜ਼ਾਂ ਬਣਾਉਂਦੇ ਨੇ, ਬਟ ਸਟਿਲ ਉਹ ਜਿਹੜਾ ਫਰਾਇਰਸ ਵਿੱਚ ਜਿਹੜਾ ਤੇਲ ਹੈਗਾ ਉਹ ਡੇ ਇਨ ਐਂਡ ਡੇ ਆਊਟ ਗਰਮ ਬਾਰ-ਬਾਰ ਉਹ ਤੇਲ ਨੂੰ ਗਰਮ ਕੀਤਾ ਜਾਂਦਾ, ਯੂਜ਼ ਕੀਤਾ ਜਾਂਦਾ, ਉਹ ਬਾਰ-ਬਾਰ ਗਰਮ ਕਰਕੇ ਉਹਦੀ ਤਸੀਰ ਇਹੋ ਜਿਹੀ ਹੋ ਜਾਂਦੀ ਕਿ ਉਹ ਟਰਾਂਸ ਫੈਟ ਕੈਟੇਗਰੀ ਵਿੱਚ ਆ ਜਾਂਦਾ ਹੈ। ਤੇ ਤਾਂ ਕਰਕੇ ਇਹ ਜਿਹੜੀ ਬਾਹਰੋਂ ਆਪਾਂ ਜਿਹੜੀ ਫਰਾਈਡ ਫੂਡਸ ਖਰੀਦਦੇ ਆ ਇਹਨਾਂ ਨੂੰ ਅਵੋਇਡ ਕਰਨਾ ਜ਼ਰੂਰੀ ਹੈ। ਸੇਮ ਫॉर ਬੇਕਡ ਗੁੱਡਸ, ਕਿਉਂਕਿ ਇਹ ਜਿਹੜੀ ਖਸਤਾ ਆਪਾਂ ਕਚੋਰੀ ਜਾਂ ਖਸਤਾ ਕੁਕੀਜ਼ ਜਿਹੜੀ ਬਿਸਕੁਟਸ ਵਗੈਰਾ ਖਰੀਦਦੇ ਆ ਉਹਨਾਂ ਦੇ ਵਿੱਚ ਜਿਹੜੀ ਸ਼ਾਰਟਨਿੰਗ ਹੈ, ਜਿਹੜਾ ਤੇਲ ਜਾਂ ਘਿਓ ਪਾਇਆ ਜਾਂਦਾ ਹੈ ਉਹ ਮੋਸਟਲੀ ਲੈਸ ਗੁੱਡ ਕੁਆਲਿਟੀ ਦਾ ਹੁੰਦਾ ਹੈ। ਤਾਂ ਕਰਕੇ ਇਹਨਾਂ ਨੂੰ ਅਵੋਇਡ ਕਰਨਾ ਜ਼ਰੂਰੀ ਹੈ। ਕੋਲੇਸਟ੍ਰੋਲ ਦੀ ਗੱਲ ਕਰੀਏ ਥੋੜੀ ਜੀ, ਡਾਕਟਰ ਜੈਨ ਨੇ ਕਾਫੀ ਡਿਟੇਲ ਵਿੱਚ ਸਾਨੂੰ ਸਮਝਾਇਆ ਕਿ ਕਿਵੇਂ ਜਾ ਕੇ ਸਾਡੀ ਨਾੜੀਆਂ ਵਿੱਚ ਜੰਮ ਜਾਂਦਾ ਹੈ ਐਂਡ ਇਟਸ ਵੈਰੀ ਅਨਹੈਲਥੀ। ਇੱਕ ਚੀਜ਼ ਸਮਝਣਾ ਜ਼ਰੂਰੀ ਹੈ ਕਿ ਕੋਲੇਸਟ੍ਰੋਲ ਜਿਹੜਾ ਹੈਗਾ ਉਹ ਸਿਰਫ ਐਨੀਮਲ ਫੈਟ ਤੋਂ ਹੀ ਮਿਲਦਾ ਹੈ, ਪਲਾਂਟ ਫੈਟ ਤੋਂ ਕੋਲੇਸਟ੍ਰੋਲ ਨਹੀਂ ਮਿਲਦਾ। ਬਟ ਪਲਾਂਟ ਫੈਟ ਜਿਹੜਾ ਵੈਜੀਟੇਰੀਅਨ ਸੋਰਸਸ ਆਫ ਫੈਟ ਨੇ ਜਿਵੇਂ ਕਿ ਆਇਲਸ ਵਗੈਰਾ, ਉਹਦੇ ਵਿੱਚ ਜਿਹੜਾ ਫੈਟ ਮਿਲਦਾ ਉਹ ਸਾਡੇ ਕੋਲੇਸਟ੍ਰੋਲ ਲੈਵਲ ਨੂੰ ਉਹ ਜਿਹੜਾ ਜਿਵੇਂ ਡਾਕਟਰ ਜੈਨ ਨੇ ਕਿਹਾ ਸੀ ਤੇਲ ਪਾਉਂਦਾ ਫਾਇਰ ਦੇ ਉੱਤੇ, ਰਾਈਟ, ਉਹ ਜ਼ਰੂਰ ਕੰਮ ਕਰ ਸਕਦਾ। ਬਟ ਡਾਇਰੈਕਟਲੀ ਜਿਹੜਾ ਕੋਲੇਸਟ੍ਰੋਲ ਹੈ ਉਹ ਸਿਰਫ ਐਨੀਮਲ ਸੋਰਸ ਸਾਨੂੰ ਮਿਲਦਾ ਹੈ, ਜਿਵੇਂ ਕਿ ਮੀਟ ਹੋ ਗਿਆ ਜਿਹਦੇ ਵਿੱਚ ਫੈਟ ਹੁੰਦਾ ਹੈ, ਬਟਰ ਹੋ ਗਿਆ, ਹੋਮੋ ਮਿਲਕ ਹੋ ਗਿਆ, ਘਿਓ ਹੋ ਗਿਆ, ਪਨੀਰ ਹੋ ਗਿਆ, ਇਹ ਸਾਰੇ ਕੋਲੇਸਟ੍ਰੋਲ ਦੇ ਸੋਰਸਸ ਨੇ। ਹੁਣ ਮੈਂ ਥੋੜਾ ਐਗਜ਼ਾਮਪਲਸ ਦਿੱਤੇ ਨੇ ਕਿ ਕਿੱਥੋਂ ਸਾਰਾ ਫੈਟ ਆਉਂਦਾ, ਕਿਉਂਕਿ ਆਪਾਂ ਤੜਕਾ ਲਗਾਉਣ ਦੇ ਵਿੱਚ ਘਰੇ ਜਾਂ ਫੁਲਕਾ ਜਾਂ ਪਰੌਂਠੇ ਦੇ ਉੱਤੇ ਬਟਰ ਲਗਾਉਣ ਦੇ ਵਿੱਚ, ਘਿਓ ਲਗਾਉਣ ਦੇ ਵਿੱਚ ਪਰਹੇਜ਼ ਕਰ ਸਕਦੇ ਹਾਂ, ਪਰ ਫੈਟ ਹੋਰ ਵੀ ਤਰੀਕੇ ਦੇ ਨਾਲ ਸਾਡੀ ਡਾਇਟ ਵਿੱਚ ਆਉਂਦਾ ਹੈ, ਜਿਵੇਂ ਕਿ ਸਮੋਸਾ ਤਲਿਆ ਹੋਇਆ ਹੈਗਾ। ਇੱਕ ਤਾਂ ਤੁਸੀਂ ਯਾਦ ਰੱਖਣਾ ਹੈ ਕਿ ਉਹ ਤੇਲ ਪਤਾ ਨਹੀਂ ਕਿੰਨੇ ਦਿਨਾਂ ਤੋਂ ਦੁਬਾਰਾ ਉਹ ਕੜਾਈ ਗਰਮ ਹੁੰਦੀ ਜਾਂਦੀ ਹੈ, ਤੇ ਤਾਂ ਕਰਕੇ ਉਹ ਤੇਲ ਦੀ ਕੁਆਲਿਟੀ ਵਧੀਆ ਨਹੀਂ ਹੈ। ਤੇ ਨਾਲ ਦੇ ਨਾਲ ਇੱਕ ਸਮੋਸੇ ਵਿੱਚ 18 ਗ੍ਰਾਮ ਫੈਟ ਹੈਗਾ, ਜਿਹੜਾ ਇਜ਼ ਆਲਮੋਸਟ ਇੱਕ ਚਮਚ is closer to 18 grams of fat। ਤੇ ਤੁਹਾਡੀ ਜਿਹੜੀ 5 ਜਾਂ 7 ਚਮਚ ਤੁਸੀਂ ਤੇਲ ਇੱਕ ਦਿਨ ਵਿੱਚ ਖਾਣਾ ਸੀ, ਉਹਦੇ ਵਿੱਚੋਂ ਇੱਕ ਚਮਚ ਤੋਂ ਇੱਕ ਸਮੋਸੇ ਵਿੱਚ ਹੀ ਯੂਜ਼ ਹੋ ਜਾਂਦਾ ਹੈ। ਸੇਮ ਇੱਕ ਭਟੂਰੇ ਵਿੱਚ ਆਲਮੋਸਟ ਇੱਕ ਵੱਡੀ ਚਮਚ ਥੋੜਾ ਜਿਹਾ ਘੱਟ, ਕਿਉਂਕਿ 15 ml is 1 spoon oil ਪਾਇਆ ਜਾਂਦਾ ਹੈ। ਪਕੌੜੇ ਅਗੇਨ ਹਾਈ ਇਨ ਫੈਟ। ਸੇਮ ਲੱਡੂ ਦੀ ਗੱਲ, ਕਿਉਂਕਿ ਜਦੋਂ ਉਹ ਬੂੰਦੀ ਬਣਾ ਕੇ ਉਹਨਾਂ ਨੂੰ ਤਲਦੇ ਨੇ, ਅਗੇਨ ਯਾਦ ਰੱਖਣੀ ਹੈ ਦੋ ਗੱਲਾਂ ਕਿ ਇੱਕ ਤਾਂ ਉਹ ਤੇਲ ਕਿਹੜਾ ਸੀ ਜਿਹਦੇ ਅੰਦਰ ਤਲਿਆ ਗਿਆ ਸੀ, ਤੇ ਨਾਲ ਦੇ ਨਾਲ ਉਹ ਤੇਲ ਇਨ ਜਨਰਲ ਤੁਸੀਂ ਉਹਦੇ ਅੰਦਰ ਇੱਕ ਵੱਡੀ ਚਮਚ ਇੱਕ ਲੱਡੂ ਚ ਪਾਇਆ ਜਾਂਦਾ ਤੇਲ। ਇੰਨਾ ਤੇਲ ਖਾਣਾ ਚੰਗੀ ਗੱਲ ਨਹੀਂ ਹੈ। ਦੂਜੀ ਗੱਲ ਕਿ ਕੁਆਲਿਟੀ ਬਿਲਕੁਲ ਵੀ ਚੰਗੀ ਨਹੀਂ ਸੀ। ਹੁਣ ਕੀ ਖਾਣਾ ਚਾਹੀਦਾ ਦੀ ਗੱਲ ਵੀ ਕਰ ਲਈਏ, ਇੰਨੀ ਸਾਰੀ ਚੀਜ਼ਾਂ ਜਿਹੜੀਆਂ ਪਰਹੇਜ਼ ਕਰਨਾ ਚਾਹੀਏ ਉਹਦੀ ਗੱਲ ਵੀ ਕਰ ਦਿੱਤੀ ਹੈ। ਤਾਂ ਕਾਫੀ ਸਾਰੇ ਤੱਤ ਨੇ ਜਿਹੜੀ ਸਾਡੇ ਸਰੀਰ ਨੂੰ ਜ਼ਰੂਰੀ ਨੇ ਨੋਰਮਲ ਫੰਕਸ਼ਨ ਕਰਨ ਦੇ ਨੇ, ਜਿਵੇਂ ਕਿ એનર્ਜੀ ਹੋ ਗਈ, ਪ੍ਰੋਟੀਨ ਹੋ ਗਿਆ, ਫਾਈਬਰ ਹੋ ਗਿਆ, ਵਿਟਾਮਿਨ ਹੋ ਗਿਆ, ਕੈਲਸ਼ੀਅਮਸ ਹੋ ਗਏ। ਇਹ ਸਾਰੀ ਵਰਡਸ ਆਪਾਂ ਯੂਜ਼ ਕਰਦੇ ਆ, ਸਮਝਦੇ ਆ, ਪਰ ਇਹ ਸਾਰੀ ਚੀਜ਼ਾਂ ਖਾਣੀ ਇਹਦੇ ਵਿੱਚੋਂ ਐਟਲੀਸਟ 3 ਹਰ ਮੀਲ ਵਿੱਚ ਖਾਣੀ ਜ਼ਰੂਰੀ ਹੈਗੇ ਨੇ। ਪ੍ਰੈਕਟੀਕਲ ਐਗਜ਼ਾਮਪਲਸ ਗੱਲ ਕਰਾਂਗੇ ਨੈਕਸਟ ਫਿਊ ਸਲਾਈਡਸ ਵਿੱਚ। ਹੁਣ ਤੁਸੀਂ ਦੇਖੋਗੇ ਕਿ ਮੋਸਟ ਜਿਹੜੀ ਮੈਂ ਤੱਤਾਂ ਦੀ ਗੱਲ ਕੀਤੀ ਕਿ ਜਿਹੜੀ ਸਾਨੂੰ ਖਾਣੇ ਚਾਹੀਦੇ ਨੇ, ਉਹ ਤੱਤ ਫੂਡਸ ਲਾਈਕ ਮਫਿਨਸ, ਕੇਕਸ, ਗੁਲਾਬ ਜਾਮੁਨ, ਪੰਜੀਰੀ, ਕੋਕ ਇਹਦੇ ਵਿੱਚ ਨਹੀਂ ਪਾਏ ਜਾਂਦੇ ਨੇ, ਬਟ ਅਦਰ ਨੋਰਮਲ ਫੂਡਸ ਵਿੱਚ ਪਾਏ ਜਾਂਦੇ ਨੇ। ਪਰ ਮੈਂ ਕਿਤੇ ਵੀ ਇਹ ਨਹੀਂ ਕਹਿੰਦੀ ਕਿ ਤੁਸੀਂ ਇੰਜੋਏ ਨਾ ਕਰੋ, ਪੰਜੀਰੀ ਖਾਣੀ ਵੀ ਜ਼ਰੂਰੀ ਹੈ, ਪਰ ਪਰਹੇਜ਼ ਦੇ ਨਾਲ ਖਾਓ। ਹੁਣ એનર્ਜੀ ਕਿਸ ਫੂਡਸ ਵਿੱਚੋਂ ਮਿਲਦੀ ਹੈ, ਤੇ ਜਿਵੇਂ ਕਿ ਫੁਲਕੇ ਹੋ ਗਏ, ਹੋਲ ਵੀਟ ਦਾ ਜਿਹੜਾ ਫੁਲਕਾ ਆਪਾਂ ਘਰੇ ਬਣਾਉਂਦੇ ਹਾਂ, ਦੋਸ ਹੋਲ ਵੀਟ ਬ੍ਰੈਡ, ਓਟਸ, ਰਾਈਸ, ਦਲੀਆ, ਖਿਚੜੀ, ਕੋਈ ਵੀ ਹੋਰ ਬ੍ਰੈਕਫਾਸਟ ਸੀਰੀਅਲਸ, ਆਲੂ, ਇਹ ਸਾਰੇ ਜਿਹੜੇ ਹੈਗੇ ਨੇ ਇਹ ਸਾਰੇ એનર્ਜੀ ਦੇ ਸੋਰਸ ਹੈਗੇ ਨੇ। ਇਹਨੂੰ ਆਪਾਂ ਸਟਾਰਚ ਸੋਰਸਸ ਵੀ ਕਹਿੰਦੇ ਆ, ਸਪੈਸ਼ਲੀ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਸਟਾਰਚ ਸੋਰਸਸ ਨੇ, ਐਂਡ ਇਹਦੇ ਨਾਲ ਸ਼ੂਗਰ ਦੇ ਉੱਤੇ ਜ਼ਿਆਦਾ ਇੰਪੈਕਟ ਪਾਇਆ ਜਾਂਦਾ ਹੈ, ਬਟ ਐਟ ਦ ਸੇਮ ਟਾਈਮ ਇਹ ਸਾਡੇ ਸਰੀਰ ਨੂੰ એનર્ਜੀ ਦਿੰਦੇ ਨੇ। ਮੋਸਟ ਆਫ ਦ ਗ੍ਰੇਨਸ ਜਿਹੜੇ ਨੇ ਅਨਾਜ, ਉਹਦੇ ਵਿੱਚ ਸਾਨੂੰ એનર્ਜੀ ਮਿਲਦੀ ਨੇ। ਨਾ ਕੋਸ਼ਿਸ਼ ਇਹ ਕਰਨਾ ਹੈ ਕਿ ਜਿੱਥੇ ਤੱਕ ਹੋ ਸਕੇ ਮੋਟਾ ਪਿਸਿਆ ਹੋਇਆ ਜਾਂ ਪੂਰਾ ਅਨਾਜ ਖਾਓ, ਜਿਵੇਂ ਕਿ ਹੋਲ ਵੀਟ ਦਾ ਆਟਾ, ਨਾ ਕਿ ਮੈਦਾ, ਕਿਉਂਕਿ ਮੈਦੇ ਵਿੱਚ ਜਿਹੜਾ
ਕਣਕ ਦਾ ਜਿਹੜਾ ਦਾਣਾ ਹੁੰਦਾ ਹੈ ਉਹਦੇ ਵਿੱਚ ਜਿਹੜੇ ਉੱਤੇ ਦਾ ਫਾਈਬਰ ਜਾਂ ਛਿੱਲਣ ਹੁੰਦਾ ਹੈ ਉਹ ਲਾ ਕੇ ਮੈਦਾ ਬਣਾਇਆ ਜਾਂਦਾ ਹੈ, ਰਾਈਟ। ਸੋ ਜਿਹੜਾ ਫਾਈਬਰ ਹੈਗਾ, ਜਿਹੜਾ ਰੇਸ਼ਾ ਹੈਗਾ, ਉਹ ਸਾਡੇ ਸਰੀਰ ਦੇ ਲਈ ਜ਼ਰੂਰੀ ਹੈ। ਤਾਂ ਕਰਕੇ ਹੋਲ ਗ੍ਰੇਨ ਵਾਲਾ ਆਟਾ ਯੂਜ਼ ਕਰਨ ਦੀ ਕੋਸ਼ਿਸ਼ ਕਰੋ, ਨਾ ਕਿ ਜਿਹੜਾ ਪ੍ਰੋਸੈਸਡ ਐਂਡ ਮੈਦਾ ਐਂਡ ਵਾਈਟ ਫਲਾਵਰ ਐਂਡ ਉਹ ਸਭ ਕੁਝ ਹੈਗਾ। ਐਂਡ ਨੈਕਸਟ ਸਲਾਈਡ ਪਲੀਜ਼। प्रोटीन की गल करिए, क्योंकि प्रोटीन्स जेडे ने ये साडी मसल्स नु बिल्ड करते हैं एंड दे आर ऑलमोस्ट लाइक, मैं अपने बच्चे ने हमेशा ये समझाती कि दे आर लाइक लेगोस, छोटे लेगो दे पीस ने। ए लेगो बिल्ड करांगे तो साडे मसल्स बनेंगे एंड स्पेशली जिवें आप उम्र वधदी है ए मसल्स नु कंजर्व करना बहुत ज्यादा जरूरी हैगा। ते चिकन इज अ गुड सोर्स ऑफ प्रोटीन जेले लोग खाते हैं, पर अगेन एदा उत्ते दा जिहड़ा स्किन हैगी ओदे विच अनहेल्थी फैट हुंदा है ते ओह कट दो। टोफू, दालां हुण स्पेशली नई रिसर्च शो करती है कि जिथे तक हो सके वेजिटेरियन प्रोटीन सोर्सेज जिवें कि दालां हो गई या टोफू हो गया या सोया हो गया, ए काफी हेल्थी ने, इवन मोर दैन मीट समटाइम्स। तो जिथे तक हो सके वेजिटेरियन प्रोटीन खाने की कोशिश करो। अंडिया विच भी अगेन लॉट्स ऑफ प्रोटीन, नट्स गुड सोर्स ऑफ प्रोटीन, सोया दी या दाल दी बनी हुई बड़ियां खाओ, इट्स दैट्स अ गुड सोर्स ऑफ प्रोटीन। Peanut butter, जिथे quick simple source चाहिए protein ना, that again is a good protein source. Protein ਦੇ sources which mostly कई बारी ਜਿਹੜੀ animal protein sources ने उन्हां दे विच fat भी पाया जाता है, जबकि ਜਿਹੜੇ vegetarian protein sources ने दालां, टोफू, उन्हां दे विच घट फैट पाया जाता है। तां करके इट इज समटाइम्स जरूरी हो जाता है कि तुसी वेजिटेरियन प्रोटीन सोर्सेज भी इंक्लूड करो ताकि थोड़ा फैट इनटेक भी बैलेंस हो जाए। अगेन आप नट्स की गल की, नट्स विच पीकैन्स, आमंड्स, वॉलनट्स ज्यादा अच्छे नट्स है क्योंकि जिस तरीके का फैट इन्हां दे विच पाया जाता है वो ज्यादा अच्छा है। हुण ए जिहड़े मैं प्रोटीन के सोर्स इत्थे विखाए ने ए भी प्रोटीन्स ने, but at the same time इनू मैं मोस्टली येलो कैटेगरी, जिवें आप वापस उस स्टॉप लाइट दी बारे गल करिए तो ये मोर येलो कैटेगरी विच आ जांदे ने, क्योंकि थोड़ा जिहा ध्यान दे नाल खाओ, क्योंकि प्रोटीन जरूर ने पर इहदे अंदर फैट ज्यादा हैगा। फॉर एग्जांपल पनीर, टोफू खाओ, पनीर घट खाओ। स्वाद नहीं पसंद टोफू दा ते मिक्स कर लो दोनों नू इकट्ठे सब्जी विच, ताकि केड़ा पीस आएगा कई बारी ध्यान नहीं रहिंदा, क्योंकि पनीर विच फैट ज्यादा है, टोफू विच फैट घट है। सेम चिकन सॉसेज दे बदले रियल चिकन खाओ, चिकन ब्रेस्ट या चिकन लेग, दैट वुड बी बेटर, क्योंकि चिकन सॉसेज विच एक तो केड़े तरीके दा चिकन मिक्स करके सॉसेज फिल किया है पता नहीं है तुहानू, एंड उहदे अंदर मोस्टली फ्लेवरिंग दे नाल फैट पाया जाता है। चिकन नगेट्स कोटिंग दे विच की पाया गया तुहानू पता नहीं है, तां करके थोड़ा परहेज नाल अगे पढ़ो। सेम लास्ट एग्जांपल इत्थे हैगा जिहड़ा है पनीर फिश पकौड़े। फिश तुहाडे लई बहुत अच्छी है, पर जे तुसी उहदे उत्ते बैटर लगा के लूण वाला स्वाद लगा के तुसी फ्राई कर दोगे, तुसी अपना ऑयल कंजम्पशन, फैट कंजम्पशन बहुत ज्यादा बढ़ा लेंदे हो। फाइबर एंड वाइटामिन रिच फूड, नाउ वेरी कलरफुल जिहड़ी ये पिक्चर हैगी है, क्योंकि असी काफ़ी ब्लैसड है कि असी BC विच रहिंदे हां। इत्थे मोस्टली हुण तो शुरू होके अगले 3-4 महीने 6 महीने तक ऑलमोस्ट काफ़ी फ्रैश सानू सब्जियां ते फ्रूट्स मिलणगे, एंड इहदे विचों सानू फाइबर मिलदा है, भरपूर वाइटामिन्स मिलदे ने, एंड ए साडे बॉडी फंक्शनिंग दे लई एक्सट्रीमली इंपॉर्टेंट ने। जिथे तक हो सके नैचुरल फॉर्म विच इन्हां नू खाओ, फ्रैश अपने ग्रो करो, बाहर लो, डजंट मैटर, पर पैकेज नालों वधिया नैचुरल खाओ इज गुड। बट दैट डजंट मीन, मेरा कहने दा किथे भी मतलब ऐ नहीं है कि जेडे फ्रोजन ने वो खराब ने। फ्रोजन विच भी जे नैचुरल पीस, सिर्फ पीस फ्रीज किते गए ने, यूज करने विच कोई हर्ज नहीं। सेम चीज जे नॉर्मल पीस पानी विच कैन किते गए ने, ओदे विच कोई हर्ज नहीं, पर एट द सेम टाइम जे कोई भी फ्रूट या वेजिटेबल कैन या टिन विच तुसी लैंदे हो ते टिन ते उत्ते रीड करो, जे ते ओ चीज लूण वाले पानी विच या फिर मिठे पानी विच टिन कीती गई है ओदा परहेज करो, पर जे ओ सिर्फ पानी विच या नमक लेमन जूस वाले पानी विच टिन कीती गई है, ओ यूज करन दा कोई हर्ज नहीं। जूस जां तक तुसी खुद नहीं बनाया ते खुद बना के ओदा रेशा नहीं सिटिया, ओही जूस आपा पीना है। जे तुसी स्टोर बॉट जूस पींदे हो, तुसी निरा मिठा पींदे पे हो, वो अवॉइड करो। ते जे तुसी खुद भी जूस बनांदे हो पर ओदा जेड़ा रेशा, जेड़ा साड़ा पल्प निकलदा, ओ तुसी सिट दिंदे हो, तुसी
ਜਿਹੜਾ ਬੈਨੀਫਿਟ ਤੁਹਾਨੂੰ ਤੁਹਾਡੇ ਸਰੀਰ ਨੂੰ ਜੂਸ ਤੋਂ ਮਿਲਣਾ ਸੀ ਉਹ ਤੁਸੀਂ ਸਾਰਾ ਸਿੱਟਤਾ, ਬਾਕੀ ਤੁਸੀਂ ਤੇ ਸਾਰਾ ਸਵਾਦ ਦੇ ਲਈ ਪੀਂਦੇ ਪਏ ਹੋ। ਤੇ ਜਾਂ ਤੇ ਪੂਰਾ ਫਰੂਟ ਵੈਸੇ ਹੀ ਖਾ ਲਓ ਕੱਟ ਕੇ ਜਾਂ ਨੋਰਮਲ, ਜਾਂ ਫਿਰ ਉਹਦੇ ਰੇਸ਼ੇ ਦੇ ਸਮੇਤ ਉਹਦਾ ਜੂਸ ਪੀਓ। ਕੈਨ ਫਰੂਟ ਦੀ ਮੈਂ ਗੱਲ ਕੀਤੀ, ਪਾਣੀ ਵਿੱਚ ਕੈਨ ਕਿਆ ਜਾਣਾ ਚਾਹੀਦਾ ਹੈ, ਨਾ ਕਿ ਮਿੱਠੇ ਵਿੱਚ। ਐਂਡ ਸੇਮ ਫॉर ਫਰੋਜ਼ਨ ਵੈਜੀਟੇਬਲਸ ਯੂਜ਼ ਕਰਨ ਵਿੱਚ ਕੋਈ ਹਰਜ਼ ਨਹੀਂ ਹੈ। ਦੇ ਆਰ ਹੈਲਥੀ, ਦੇ ਆਰ ਗੁੱਡ, ਐਂਡ ਕਈ ਵਾਰੀ ਈਜ਼ੀ ਵੀ ਲੱਗਦੇ ਨੇ ਕਿਉਂਕਿ ਕੱਟਨੇ ਸਾਫ਼ ਕਰਨੇ ਨਹੀਂ ਪੈਂਦੇ, ਬਟ ਦੇ ਆਰ ਇਕੁਅਲੀ ਹੈਲਥੀ ਜਿਵੇਂ ਕਿ ਫਰੈਸ਼ ਵੈਜੀਟੇਬਲਸ ਹੁੰਦੇ ਨੇ। ਕੈਲਸ਼ੀਅਮ ਦੀ ਗੱਲ ਕਰੀਏ, ਕਿਉਂਕਿ ਸਪੈਸ਼ਲੀ ਯੰਗਰ ਏਜ ਵਿੱਚ ਤੇ 올ਡਰ ਏਜ ਵਿੱਚ। ਯੰਗ ਏਜ ਦੇ ਵਿੱਚ ਕਿਉਂਕਿ ਸਾਡੀ ਹੱਡੀਆਂ ਸਟਰੋਂਗ ਬਣਦੀਆਂ ਪਈਆਂ ਨੇ, ਕੈਲਸ਼ੀਅਮ ਜ਼ਰੂਰੀ ਹੈ। ਐਟ ਦ ਸੇਮ ਟਾਈਮ 올ਡਰ ਏਜ ਵਿੱਚ ਕਿਉਂਕਿ ਸਾਡੀ ਹੱਡੀਆਂ ਹੋਰ ਕੈਲਸ਼ੀਅਮ ਯੂਜ਼ ਨਹੀਂ ਕਰ ਪਾਉਂਦੀਆਂ ਤੇ ਆਪਣੀ ਹੱਡੀਆਂ ਨੂੰ ਮੇਨਟੇਨ ਕਰਨਾ ਜ਼ਰੂਰੀ ਹੋ ਜਾਂਦਾ ਹੈ। ਤੇ ਨਾਲ ਦੇ ਨਾਲ ਕੈਲਸ਼ੀਅਮ ਬਲੱਡ ਪ੍ਰੈਸ਼ਰ ਮੇਨਟੇਨੈਂਸ ਵਿੱਚ ਵੀ ਹੈਲਪ ਕਰਦਾ ਹੈ, ਤਾਂ ਕਰਕੇ ਇਹ ਇੰਪੋਰਟੈਂਟ ਹੈ। ਬਟ ਲੋ ਫੈਟ ਮਿਲਕ ਯੂਜ਼ ਕਰੋ। ਇੱਥੇ ਮੈਂ 1% ਦੀ ਪਿਕਚਰ ਬਤਾਈਏ ਕਿਉਂਕਿ ਜਦੋਂ ਵੀ ਮੈਂ ਸਕਿਮ ਮਿਲਕ ਦੀ ਗੱਲ ਕਰਦੀ ਹਾਂ ਸਾਰੇ ਮੈਨੂੰ ਐਵੇਂ ਵੇਖਦੇ ਨੇ ਕਿ ਮੈਂ ਪਤਾ ਨਹੀਂ ਕਿਹੜੇ ਏਲੀਅਨ ਦੀ ਗੱਲ ਕਰਤੀ। ਪਰ 1% ਯੂਜ਼ ਕਰੋ, ਸਕਿਮ ਮਿਲਕ ਯੂਜ਼ ਕਰੋ, ਬਟ ਇਸ ਤੋਂ ਵੱਧ I would recommend that you should ਪਰਹੇਜ਼ ਕਰਨ ਦੀ ਜ਼ਰੂਰਤ ਹੈ। ਕਿ ਸੇਮ ਚੀਜ਼ ਦੀ ਗੱਲ, ਲੋ ਫੈਟ ਚੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕਰੋ। ਐਂਡ ਜੇ ਦਹੀਂ ਤੁਸੀਂ ਬਾਹਰੋਂ ਖਰੀਦਦੇ ਹੋ ਤੇ ਮਿੱਠੇ ਬਿਨਾ ਤੇ ਲੋ ਫੈਟ ਵਾਲਾ ਦਹੀਂ ਖਰੀਦੋ। ਮੋਸਟ ਆਫ ਦ ਚੀਜ਼ਾਂ ਜਿਹੜੀ ਮੈਂ ਗੱਲ ਕੀਤੀ ਹੈ ਸਲਾਈਡ ਤੇ ਉਹ ਮੈਂ ਕਵਰ ਕਰ ਚੁੱਕੀ ਹਾਂ। ਮਿੱਠਾ ਵਾਲਾ ਨਾ ਹੋਵੇ ਦਹੀਂ। ਸੇਮ ਥਿੰਗ ਜੇ ਤੁਸੀਂ ਸਮੂਦੀਜ਼ ਵੀ ਘਰੇ ਬਣਾਉਂਦੇ ਹੋ, ਜਿਹੜੀ ਅੱਜ ਕੱਲ੍ਹ ਕਾਫੀ ਟ੍ਰੈਂਡ ਚੱਲਦਾ ਪਿਆ, ਉਹਦੇ ਵਿੱਚ ਮਿੱਠਾ ਨਾ ਪਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਫਰੂਟ ਦਾ, ਦਹੀਂ ਦਾ, ਦੁੱਧ ਦਾ ਆਪਣਾ ਹੀ ਸਵਾਦ ਇੰਨਾ ਟੇਸਟੀ ਹੁੰਦਾ ਹੈ ਕਿ ਤੁਸੀਂ ਜਦੋਂ ਇਹ ਚੀਜ਼ਾਂ ਮਿਕਸ ਕਰਕੇ ਬਣਾਓਗੇ ਤੁਸੀਂ ਨੈਚੁਰਲੀ ਫਲੇਵਰ ਇੰਜੋਏ ਕਰ ਪਾਓਗੇ। ਪਰ ਜੇ ਤੁਸੀਂ ਮਿੱਠਾ ਪਾਤਾ ਉਹ ਸਾਰਾ ਕੁਝ ਕਵਰ ਹੋ ਜਾਂਦਾ ਹੈ। ਇੱਥੇ ਮੈਂ ਥੋੜੇ ਐਗਜ਼ਾਮਪਲਸ ਵਿਖਾਏ ਨੇ ਕਿ ਕਿਹੜੇ ਤੁਹਾਡੇ ਆਪਸ਼ਨਸ ਹੈਗੇ ਨੇ। ਫਲੇਵਰਡ ਯੋਗਰਟ ਤੁਸੀਂ ਬਾਹਰੋਂ ਖਰੀਦ ਸਕਦੇ ਹੋ, ਪਰ ਤੁਸੀਂ ਅਗੇਨ ਇਹਦੇ ਵਿੱਚ ਕਿੰਨਾ ਫੈਟ ਹੈ ਉਹ ਚੈੱਕ ਕਰਨਾ ਹੈ, ਐਂਡ ਮਿੱਠਾ ਪਾਇਆ ਹੈ ਕਿ ਨਹੀਂ ਚੈੱਕ ਕਰਨਾ ਹੈ। ਯੋਗਰਟ ਡਰਿੰਕਸ ਸਪੈਸ਼ਲੀ ਬੱਚੇ ਕਾਫੀ ਪਸੰਦ ਕਰਦੇ ਨੇ, ਪਰ ਇਹ ਮੋਸਟਲੀ ਮਿੱਠੇ ਹੁੰਦੇ ਨੇ ਤੇ ਉਹ ਚੈੱਕ ਕਰਨਾ ਜ਼ਰੂਰੀ ਹੈ। ਪ੍ਰੋਸੈਸਡ ਚੀਜ਼ ਕਾਫੀ ਤਰੀਕੇ ਦੇ ਤੁਸੀਂ ਮਾਰਕੀਟ ਵਿੱਚ ਵੇਖੋਗੇ ਅੱਜ ਕੱਲ੍ਹ, ਪਰ ਜਿਹੜੀ ਚੀਜ਼ ਸਲਾਈਸਿਸ ਹੁੰਦੇ ਨੇ ਮੋਸਟਲੀ ਇੰਡੀਵਿਜੂਅਲੀ ਰੈਪਡ ਆਉਂਦੇ ਨੇ, ਉਹ ਹਾਈਲੀ ਪ੍ਰੋਸੈਸਡ ਹੁੰਦੇ ਨੇ ਤੇ ਇਹਨਾਂ ਦੇ ਵਿੱਚ ਲੂਣ ਕਾਫੀ ਜ਼ਿਆਦਾ ਹੁੰਦਾ ਹੈ। ਸੋ ਲੇਬਲ ਪੜ੍ਹਨ ਦੀ ਕੋਸ਼ਿਸ਼ ਕਰੋ, ਐਂਡ ਨਾਨ ਪ੍ਰੋਸੈਸਡ ਚੀਜ਼ ਜਿਹੜਾ ਇਹਦਾ ਪੂਰਾ ਬਲੌਕ ਮਿਲਦਾ ਹੈ ਜਾਂ ਦੂਜੇ ਦੀ ਸਲਾਈਸਿਸ ਥੋੜੀ ਜਿਹੀ ਥਿਕ ਹੁੰਦੀਆਂ ਨੇ ਐਂਡ ਇੰਡੀਵਿਜੂਅਲੀ ਰੈਪਡ ਨਹੀਂ ਹੁੰਦੀਆਂ ਨੇ, ਉਹ ਮੋਸਟਲੀ ਘੱਟ ਲੂਣ ਵਾਲਾ ਚੀਜ਼ ਹੁੰਦਾ ਹੈ, ਉਹ ਲੈਣ ਦੀ ਕੋਸ਼ਿਸ਼ ਕਰੋ। ਬਟਰ ਖਾਓ ਪਰ ਥੋੜਾ ਜਿਹਾ ਪਰਹੇਜ਼ ਦੇ ਨਾਲ। ਸੇਮ ਚੀਜ਼ ਘਿਓ ਦੇ ਬਾਰੇ। ਹੁਣ ਇੱਕ ਨਾਰਮਲ ਮੀਲ ਬਣਾਉਣ ਦੀ ਕੋਸ਼ਿਸ਼ ਕਰੀਏ। ਮੋਸਟ ਡਾਇਟੀਸ਼ੀਅਨਸ ਇਹੋ ਜਿਹਾ ਇੱਕ ਡਾਇਗਰਾਮ ਜ਼ਰੂਰ ਅਸੀਂ ਵਿਖਾਉਂਦੇ ਹਾਂ, ਬਟ ਇਟ ਬ੍ਰਿੰਗਸ ਇਨਟੂ ਪਰਸਪੈਕਟਿਵ, ਥੋੜਾ ਜਿਹਾ ਵਿਜ਼ੂਅਲ ਆ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਆਪਣੇ ਖਾਣੇ ਦੇ ਵਿੱਚ ਆਪਾਂ ਹੈਲਥੀ ਪਲੇਟ ਬਣਾ ਸਕਦੇ ਹਾਂ। ਐਨਰਜੀ ਦੇਣ ਵਾਲਾ ਅਨਾਜ ਵਾਲਾ ਖਾਣਾ ਜ਼ਰੂਰੀ ਹੈ 1/4 ਪੋਰਸ਼ਨ, ਪ੍ਰੋਟੀਨ ਵਾਲਾ ਪੋਰਸ਼ਨ ਜ਼ਰੂਰੀ ਹੈ 1/4, ਤੇ ਬਾਕੀ ਅੱਧੀ ਪਲੇਟ ਹਮੇਸ਼ਾ ਫਾਈਬਰ ਦੇ ਵਿਟਾਮਿਨ ਵਿੱਚ ਫਰੂਟਸ ਐਂਡ ਵੈਜੀਟੇਬਲਸ ਨਾਲ ਭਰੀ ਹੋਣੀ ਚਾਹੀਦੀ ਹੈ। ਐਂਡ ਕੈਲਸ਼ੀਅਮ ਤੇ ਬਿਲਕੁਲ ਹੀ ਵੱਖ ਆਪਾਂ ਇੱਕ ਡਰਿੰਕ ਜਾਂ ਅਲੱਗ ਹੀ ਕੋਲੀ ਵਿੱਚ ਵਿਖਾਇਆ ਗਿਆ। ਐਗਜ਼ਾਮਪਲ ਬ੍ਰੇਕਫਾਸਟ ਦਾ ਮੈਂ ਦਿੱਤਾ ਹੈ, ਇੱਕ ਪਰੌਂਠੀ, ਸਮਾਲ ਪਰੌਂਠੀ ਦੀ ਗੱਲ ਕੀਤੀ ਹੈ। ਹੁਣ ਹਮੇਸ਼ਾ ਨੱਪ ਤੋਲ ਕੇ ਪੇੜਾ ਆਟੇ ਦਾ ਤੇ ਨਹੀਂ ਲਿਆ ਜਾਂਦਾ, ਪਰ ਨੋਰਮਲ ਸਮਾਲ ਪਰੌਂਠੀ ਦਾ ਅੰਦਾਜ਼ਾ ਹੁੰਦਾ ਹੈ ਕਿ ਇੱਕ ਜੇ ਤੁਹਾਡੇ ਕੋਲ ਪੈਨ ਹੈਗਾ ਤੇ ਪੈਨ ਜਿੰਨਾ ਡਾਇਮੀਟਰ ਹੋਏ ਤੁਹਾਡੀ ਪਰੌਂਠੀ ਦਾ ਜਾਂ ਫੁਲਕੇ ਦਾ, ਦੈਟ ਇਜ਼ ਅ ਗੁੱਡ। ਜੇ ਤੁਹਾਡਾ ਪਰੌਂਠਾ ਜ਼ਿਆਦਾ ਵੱਡਾ ਹੈ ਦੈਨ ਯੂ ਨੋ ਕਿ ਵੱਡੀ ਹੋ ਗਈ ਤੁਹਾਡੀ ਪਰੌਂਠੀ। ਇੱਕ ਸਮਾਲ ਪਰਾਂਠਾ, 2 ਅੰਡੇ ਐਂਡ ਇੱਕ ਐਪਲ ਦੇ ਨਾਲ ਇੱਕ ਗਲਾਸ ਆਫ ਮਿਲਕ ਇਜ਼ ਅ ਵੈਰੀ ਬੈਲੈਂਸਡ ਬ੍ਰੇਕਫਾਸਟ। ਲੰਚ ਦੀ ਗੱਲ ਕਰੀਏ, ਫੁਲਕੇ ਹੁਣ ਮੈਂ ਕਾਫੀ ਸਾਰੇ ਇੱਥੇ ਪਿਕਚਰ ਵਿੱਚ ਵਿਖਾਏ ਨੇ ਕਿਉਂਕਿ ਮੈਨੂੰ ਦੂਜੀ ਪਿਕਚਰ ਲੱਭੀ ਨਹੀਂ, ਪਰ 2 ਫੁਲਕੇ, 2 ਤੋਂ 3 ਜੇ ਤੁਹਾਡਾ ਛੋਟਾ ਫੁਲਕਾ ਹੁੰਦਾ ਹੈ, 1 ਕੋਲੀ ਦਾਲ, 1 ਕੋਲੀ ਸਬਜ਼ੀ ਤੇ ਥੋੜਾ ਜਿਹਾ ਸੈਲਡ। ਸੈਲਡ ਕੋਈ ਚੀਜ਼ ਫੈਂਸੀ ਨਹੀਂ ਹੈਗੀ, ਬਹੁਤ ਸਿੰਪਲ ਹੈ ਸੈਲਡ ਬਣਾਉਣਾ। ਸਿੰਪਲ ਸਬਜ਼ੀਆਂ ਕੱਟੀਆਂ ਹੋਈਆਂ ਤੇ ਨਾਲ ਦੇ ਨਾਲ ਇੱਕ ਦਹੀਂ ਦੀ ਜਾਂ ਰਾਇਤੇ ਦੀ ਕੋਲੀ। ਸਨੈਕ ਸਿੰਪਲ ਐਗਜ਼ਾਮਪਲ ਦਿੱਤਾ ਹੈ, 2 ਸਲਾਈਸਿਸ ਬ੍ਰੈਡ ਨੇ, ਇੱਥੇ ਮੀਟ ਪਾਇਆ ਅੰਦਰ। ਮੀਟ ਨਹੀਂ ਪਾਉਣਾ ਤੇ ਤੁਸੀਂ ਨੋਰਮਲ ਕੋਈ ਹੋਰ ਪ੍ਰੋਟੀਨ ਦੀ ਸੋਰਸ ਵੀ ਪਾ ਸਕਦੇ ਹੋ ਤੇ ਨਾਲ ਦੇ ਨਾਲ ਵੈਜੀਟੇਬਲਸ ਪਾਏ ਨੇ। ਜਦ ਕਿ ਸਾਡਾ ਖਾਣਾ ਮੋਸਟਲੀ ਬ੍ਰੇਕਫਾਸਟ ਦੀ ਆਪਾਂ ਗੱਲ ਕਰੀਏ ਤਾਂ ਹੁੰਦਾ ਹੈ ਆਲੂ ਵਾਲੇ ਪਰੌਂਠੇ। ਆਲੂ એનર્ਜੀ ਦਾ ਸੋਰਸ ਹੈ,
ਜਿਹੜਾ ਆਟਾ ਹੈਗਾ ਉਹ ਵੀ એનર્ਜੀ ਦਾ ਸੋਰਸ ਹੈ ਐਂਡ ਬਟਰ ਜਿਹੜਾ ਪਰਹੇਜ਼ ਵਾਲਾ ਸੋਰਸ ਹੈ। ਤੇ 3 એનર્ਜੀ ਦੀ ਸੋਰਸ ਹੋ ਗਈ ਤੇ ਨਾਲ ਦੇ ਨਾਲ ਸਿਰਫ ਦਹੀਂ ਹੁੰਦਾ ਤੇ ਇਹਦੇ ਵਿੱਚ ਪ੍ਰੋਟੀਨ ਮੋਸਟਲੀ ਮਿਸਿੰਗ ਹੁੰਦਾ ਹੈ। ਤਾਂ ਕਰਕੇ ਮੈਂ ਵਿਜ਼ੂਅਲ ਦੋਨੋਂ ਚੀਜ਼ਾਂ ਦਾ ਵਿਖਾਇਆ ਕਿ ਕਿੱਥੇ ਤੁਸੀਂ ਚੇਂਜ ਕਰ ਸਕਦੇ ਹੋ। That's about it from me. Thank you ਸਾਰਿਆਂ ਦਾ ਸੁਣਨ ਦੇ ਲਈ presentation and that's it. ਓਕੇ ਹੁਣ ਮੈਂ ਪ੍ਰੀਤੀ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਨਾ ਮੰਗਦੀ ਹਾਂ। ਉਹਨਾਂ ਨੇ ਇੰਨੇ ਵਧੀਆ ਐਗਜ਼ਾਮਪਲ ਦਿੱਤੇ ਸੀਗੇ ਪ੍ਰੈਜੈਂਟੇਸ਼ਨ ਦੇ ਵਿੱਚ ਤੇ ਫਿਰ ਇਹਨਾਂ ਦੇ ਪ੍ਰੈਜੈਂਟੇਸ਼ਨ ਕਰੋਗੇ। ਸਾਡੇ ਆਖਰੀ ਤੇ ਮੋਸਟ ਇੰਪੋਰਟੈਂਟ ਸਪੀਕਰ ਜਿਹੜੇ ਡਾਕਟਰ ਕੈਂਡਲ ਹੋ, ਇਹ ਸਾਡੇ ਲੀਡ ਨੇ ਇਸ ਪ੍ਰੋਗਰਾਮ ਦੇ ਤੇ ਇਹਨਾਂ ਤੋਂ ਅਸੀਂ ਟਿਪਸ ਲਾਂਗੇ ਐਮਰਜੈਂਸੀ ਐਜ਼ ਏ ਐਮਰਜੈਂਸੀ ਫਿਜ਼ੀਸ਼ੀਅਨ ਤੇ ਜਿਹੜਾ ਇਹ ਸਾਰਾ ਉਸ ਚੀਜ਼ ਬਾਰੇ ਐਕਸਪਲੇਨ ਕਰਨਗੇ ਕਿ ਆਪਾਂ ਨੂੰ ਆਪਣਾ ਘਰ ਜਿਹੜਾ ਕਿਸ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਕਿ ਜਿਹੜੀ ਵਰਚੁਅਲ ਕੇਅਰ ਤੁਹਾਡੀ ਠੀਕ ਹੋ ਜੇ। ਤੇ ਹੁਣ ਮੈਂ ਡਾਕਟਰ ਕੈਂਡਲ ਹੋ ਨੂੰ ਕਹਾਂਗਾ ਕਿ ਆਪਣੀ ਪ੍ਰੈਜੈਂਟੇਸ਼ਨ ਕਰਨ। ਹੈਲੋ, ਮੇਰਾ ਨਾਮ ਕੈਂਡਲ ਹੋ ਹੈ। ਮੈਨੂੰ ਅੱਜ ਇੱਥੇ ਆ ਕੇ ਆਪਣੀ ਵਰਚੁਅਲ ਕੇਅਰ ਦੇ ਬਾਰੇ ਪ੍ਰੈਜੈਂਟੇਸ਼ਨ ਦੇਣ ਦੇ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ, ਜਿਹੜੀ ਕਿ ਅਸੀਂ ਡਾਕਟਰ ਨੂੰ ਕੰਪਿਊਟਰ ਦੇ ਰਾਹੀਂ ਦਿਖਾਉਂਦੇ ਹਾਂ, ਜਿਸ ਤਰ੍ਹਾਂ ਕਿ ਅਸੀਂ ਹੁਣ ਦਿਖਾ ਰਹੇ ਹਾਂ। ਜੇ ਕੋਈ ਤੁਹਾਡਾ ਪਰਿਵਾਰ ਵਾਲਾ ਜਾਂ ਤੁਸੀਂ ਜਾਂ ਤੁਹਾਡਾ ਕੋਈ ਪਰਿਵਾਰ ਦਾ ਮੈਂ ਕੋਈ ਦੋਸਤ ਡਾਕਟਰ ਨੂੰ ਦਿਖਾਉਣਾ ਚਾਹੁੰਦਾ ਹੈ ਵਰਚੁਅਲੀ ਕੰਪਿਊਟਰ ਦੇ ਰਾਹੀਂ, ਤੇ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਮੈਂ ਕੁਝ ਸਲਾਈਡਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ, ਜਿਹਦੇ ਬਾਰੇ ਕਿ ਆਪਾਂ ਇਸ ਏਰੀਏ ਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਹੁਣ ਉਹਦੇ ਬਾਅਦ। ਸੋ ਇਹ ਜਿਹੜੀ ਪ੍ਰੈਜੈਂਟੇਸ਼ਨ ਹੈ ਵਰਚੁਅਲ ਦੇਖਭਾਲ ਬਾਰੇ, ਉਹਦੇ 'ਚ ਹੁੰਦਾ ਹੈ ਕਿ ਆਪਾਂ ਆਮ ਤੌਰ 'ਤੇ ਇਹਦੇ 'ਚ ਮੁਸ਼ਕਿਲ ਇਹ ਹੈ ਕਿ ਮੈਂ ਤੁਹਾਨੂੰ ਉਸ ਤਰ੍ਹਾਂ ਚੈੱਕ ਨਹੀਂ ਕਰ ਸਕਦਾ ਜਿੱਦਾਂ ਕਿ ਡਾਕਟਰ ਤੁਹਾਨੂੰ ਚੈੱਕ ਕਰਦਾ ਹੈਗਾ। ਇਹਦੇ 'ਤੇ ਸਿਰਫ ਸਕਰੀਨ ਦੇ ਉੱਪਰ ਮੈਂ ਤੁਹਾਨੂੰ ਚੈੱਕ ਕਰਾਂਗਾ। ਇਹਦੇ 'ਚ ਮੁਸ਼ਕਿਲ ਇਹ ਆਉਂਦੀ ਹੈ ਕਿ ਤੁਹਾਡੇ ਨਾਲ ਮੈਂ ਸਿਰਫ ਗੱਲਬਾਤ ਹੀ ਕਰ ਸਕਦਾ, ਤੁਹਾਨੂੰ ਮੈਂ ਸਰੀਰਕ ਤੌਰ 'ਤੇ ਤੁਹਾਨੂੰ ਚੈੱਕ ਨਹੀਂ ਕਰ ਸਕਦਾ। ਅਤੇ ਉਹਦੇ ਵਿੱਚ ਅਸੀਂ 4 ਜਿਹੜੇ ਏਰੀਏ ਹੁੰਦੇ ਆ ਜਿਹਦੇ ਵਿੱਚ ਅਸੀਂ ਤੁਹਾਨੂੰ ਮੁਸ਼ਕਿਲ ਮਹਿਸੂਸ ਹੁੰਦੀ ਹੈ। ਅਤੇ ਜੇ ਤੁਸੀਂ ਘਰ ਦੇ ਵਿੱਚ ਇਸ ਦੇ ਬਾਰੇ ਤਿਆਰੀ ਕੀਤੀ ਹੈ ਅਤੇ ਉਹ ਸਾਨੂੰ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਪਹਿਲੀ ਚੀਜ਼ ਇਹ ਹੁੰਦੀ ਹੈ ਕਿ ਜੇ ਤੁਹਾਡਾ ਅਸੀਂ ਤਾਪਮਾਨ ਜਾਂ ਟੈਂਪਰੇਚਰ ਜੇ ਚੈੱਕ ਕਰਨਾ ਹੈ, ਇਸ ਸਕਰੀਨ ਦੇ ਉੱਪਰ ਜੇ ਖੱਬੇ ਪਾਸੇ ਤੁਸੀਂ ਦੇਖੋਗੇ ਤੇ ਇੱਕ ਪੁਰਾਣਾ ਜਿਸ ਤਰ੍ਹਾਂ ਸਾਡਾ ਥਰਮੋਮੀਟਰ ਹੁੰਦਾ ਸੀ ਉੱਦਾਂ ਦਾ ਥਰਮੋਮੀਟਰ ਤੁਹਾਨੂੰ ਦਿਖ ਰਿਹਾ, ਜਿਹੜਾ ਕਿ ਅਸੀਂ ਜੀਭ ਦੇ ਵਿੱਚ ਥੱਲੇ ਰੱਖਦੇ ਸੀ ਅਤੇ ਉਹ ਸਾਡਾ ਮੂੰਹ ਤੋਂ ਟੈਂਪਰੇਚਰ ਜਿਹੜਾ ਸਾਨੂੰ ਚੈੱਕ ਕਰਕੇ ਦਿਖਾ ਦਿੰਦਾ ਸੀ। ਜਾਂ ਬੱਚਿਆਂ ਦੇ ਵਿੱਚ ਇੱਕ ਗੋਲਾਕਾਰ ਜਾਂ ਟਿਪ ਵਾਲਾ ਇੱਕ ਥਰਮੋਮੀਟਰ ਹੁੰਦਾ ਸੀ, ਜਿਹੜਾ ਕਿ ਅਸੀਂ ਉਹਦੇ ਚਿੱਤਰਾਂ ਦੇ ਵਿੱਚ ਦੇ ਪਾਸੇ ਅਸੀਂ ਲਗਾ ਦਿੰਦੇ ਸੀ ਅਤੇ ਉਹ ਸਾਨੂੰ ਉਸ ਦਾ ਟੈਂਪਰੇਚਰ ਦੱਸ ਦਿੰਦਾ ਸੀ। ਅਤੇ ਦੂਜੇ ਪਾਸੇ ਤੁਸੀਂ ਦੇਖ ਪਾ ਰਹੇ ਹੋ ਕਿ ਜਿਸ ਤਰ੍ਹਾਂ ਇੱਕ ਸਿਰ ਦੇ ਉੱਪਰ ਲਗਾਉਣ ਵਾਲੀ ਟੇਪ ਜੀ ਹੈਗੀ ਹੈ, ਜਿਹੜਾ ਕਿ ਆਸਾਨੀ ਨਾਲ ਮਿਲ ਜਾਂਦੀ ਹੈ। ਅਤੇ ਜਾਂ ਫਿਰ ਤੁਸੀਂ ਜੇ ਹੋਰ ਵਧੀਆ ਤਰੀਕਾ ਕੋਈ ਦੇਖਣਾ ਹੈਗਾ ਤਾਂ ਤੁਸੀਂ ਇਨਫਰਾਰੈਡ ਦਾ ਜਿਹੜਾ ਮੀਟਰ ਜਿਹਾ ਆਉਂਦਾ ਹੈਗਾ ਉਹ ਵੀ ਲੈ ਸਕਦੇ ਹੋ ਘਰ ਦੇ ਵਿੱਚ ਆਪਣਾ। ਇਹ ਸਾਰੀਆਂ ਚੀਜ਼ਾਂ ਸਾਨੂੰ ਮਦਦ ਕਰਦੀਆਂ ਹੈਗੀਆਂ ਕਿ ਤੁਹਾਡਾ ਟੈਂਪਰੇਚਰ ਜਿਹੜਾ ਉਹ ਸਾਨੂੰ ਪਤਾ ਲੱਗ ਸਕੇ ਅਤੇ ਸਾਨੂੰ ਉਸ ਚੀਜ਼ ਦੇ ਬਾਰੇ ਥੋੜ੍ਹਾ ਜਿਹਾ ਅੰਦਾਜ਼ਾ ਹੋ ਸਕੇ ਕਿ ਤੁਹਾਡਾ ਸਰੀਰ ਦਾ ਤਾਪਮਾਨ ਜਾਂ ਟੈਂਪਰੇਚਰ ਕਿੰਨਾ ਹੈਗਾ। ਇਹ ਜੇ ਘਰ ਵਿੱਚ ਹੋਣ ਤਾਂ ਸਾਨੂੰ ਇਸ ਚੀਜ਼ ਦੀ ਮਦਦ ਹੋ ਜਾਂਦੀ ਹੈ। ਦੂਜਾ ਇਹ ਹੈ ਕਿ ਜੇ ਅਸੀਂ ਸੁਣਨਾ ਚਾਹਾਂਗੇ, ਤੁਹਾਡੇ ਬਾਰੇ ਪਤਾ ਕਰਨਾ ਚਾਹਾਂਗੇ ਕਿ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਕਿੰਨਾ ਹੈ, ਕਿਉਂਕਿ ਤੁਹਾਨੂੰ ਬਿਨਾਂ ਅਸੀਂ ਦੇਖੇ ਅਸੀਂ ਬਲੱਡ ਪ੍ਰੈਸ਼ਰ ਲੈਣਾ ਹੋਵੇ ਅਤੇ ਮੈਂ ਤਾਂ ਉਸ ਤਰ੍ਹਾਂ ਬਲੱਡ ਪ੍ਰੈਸ਼ਰ ਅਸੀਂ ਨਹੀਂ ਦੱਸ ਪਾਵਾਂਗੇ। ਪਰ ਇੱਥੇ ਜਿਸ ਤਰ੍ਹਾਂ ਤੁਸੀਂ ਦੇਖ ਪਾ ਰਹੇ ਹੋ, ਕੁਛ ਪਹਿਲੇ ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਨੂੰ ਚੈੱਕ ਕਰਨ ਵਾਲੇ ਕਫ ਹੈਗੇ ਨੇ, ਉਹ ਜੇ ਤੁਸੀਂ ਸੱਜੇ ਪਾਸੇ ਦੇਖੋ, ਖੱਬੇ ਪਾਸੇ ਉਹਦਾ ਉੱਪਰ ਵਾਲਾ ਜਿਹੜਾ ਨੰਬਰ ਹੈਗਾ ਉਹ ਜਿੰਨਾ ਬਲੱਡ ਪ੍ਰੈਸ਼ਰ ਹੁੰਦਾ ਉੱਪਰ ਵਾਲਾ ਉਹ ਦਿਖਾ ਰਿਹਾ ਹੈਗਾ, ਅਤੇ ਵਿਚਕਾਰ ਕਰਕੇ ਜਿਹੜਾ ਨੰਬਰ ਦਿਖਾਇਆ ਜਾ ਰਿਹਾ ਉਹ ਜਿਹੜਾ ਤੁਹਾਡਾ ਥੱਲੇ ਵਾਲਾ ਬਲੱਡ ਪ੍ਰੈਸ਼ਰ ਹੁੰਦਾ ਉਹ ਦਿਖਾ ਰਿਹਾ, ਅਤੇ ਥੱਲੇ ਜਿਹੜਾ 80 ਨੰਬਰ ਦਿਖਾ ਰਿਹਾ ਉਹਦੇ 'ਤੇ ਉਹ ਤੁਹਾਡਾ ਦਿਲ ਦੀ ਧੜਕਣ ਹੈਗੀ, ਹਾਰਟ ਰੇਟ ਹੈਗਾ, ਜਿਹੜੀ ਕਿ ਮਸ਼ੀਨ ਦੇ ਉੱਪਰ ਅਸੀਂ ਦੇਖ ਪਾ ਰਹੇ ਹਾਂ। ਸਾਰੀ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ। ਆਮ ਕੋਈ ਵੀ ਜਿਹੜੇ
ਕਿਸ ਤਰ੍ਹਾਂ ਦੇ ਵੀ ਜਿਹੜੇ ਆਮ ਤੌਰ ਦੇ ਮਾਡਲ ਹੁੰਦੇ ਆ, ਉਹ ਤੁਸੀਂ ਆਪਣੇ ਫੋਨ ਦੇ ਨਾਲ ਉਹਨੂੰ ਵੀ ਕਨੈਕਟ ਕਰ ਸਕਦੇ ਹੋ ਅਤੇ ਉਸ ਨੂੰ ਤੁਸੀਂ ਸਾਰਾ ਦਿਨ ਉਹਦੇ ਬਾਰੇ ਚੈੱਕਅਪ ਕਰ ਸਕਦੇ ਹੋ। ਆਪਣੇ ਆਪ ਫੋਨ ਦੇ ਉੱਪਰ ਤੁਹਾਨੂੰ ਚੈੱਕ ਕਰਕੇ ਦੱਸਦਾ ਰਹਿੰਦਾ ਹੈ। ਅਤੇ ਜੇ ਤੁਸੀਂ ਹਾਈਪਰਟੈਂਸ਼ਨ ਦੀ Canada.ca ਵੈਬਸਾਈਟ 'ਤੇ ਜਾਂਦੇ ਹੋ, ਉਹਦੇ ਉੱਪਰ ਕਾਫੀ ਤਰ੍ਹਾਂ ਦੇ ਤੁਹਾਨੂੰ ਬਲੱਡ ਪ੍ਰੈਸ਼ਰ, ਕਫ ਜਿਹੜੀ ਉਹਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਹੜੇ ਕਿ ਤੁਸੀਂ ਵਰਤ ਸਕਦੇ ਹੋ, ਜਿਹੜੇ ਕਿ ਤੁਹਾਡੇ ਵਾਸਤੇ ਠੀਕ ਤਰ੍ਹਾਂ ਹੋ ਸਕਦੇ ਨੇ ਤੁਹਾਡੇ ਵਾਸਤੇ। ਜੇ ਤੁਹਾਡਾ ਕੋਈ ਕੁਐਸਚਨ ਹੋਵੇ, ਤੁਸੀਂ ਸਵਾਲ ਕੋਈ ਪੁੱਛਣਾ ਹੈਗਾ ਜਾਂ ਇਹਦੇ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਡਰੱਗ ਸਟੋਰ 'ਤੇ ਜਾਂ ਕਿਸੇ ਫਾਰਮੇਸੀ 'ਤੇ ਜਾ ਕੇ ਫਾਰਮਾਸਿਸਟ ਨਾਲ ਵੀ ਗੱਲ ਕਰ ਸਕਦੇ ਹੋ, ਅਤੇ ਉਹ ਇਸ ਬਾਰੇ ਤੁਹਾਨੂੰ ਦੱਸ ਸਕਦਾ ਕਿ ਕਿਹੜਾ ਬਲੱਡ ਪ੍ਰੈਸ਼ਰ ਕਫ ਜਿਹੜਾ ਉਹ ਤੁਹਾਡੇ ਵਾਸਤੇ ਸਹੀ ਰਹੇਗਾ। ਤੀਜੇ ਆਪਾਂ ਗੱਲ ਕਰਾਂਗੇ ਤੁਹਾਡੇ ਹਾਰਟ ਦੀ, ਕਿ ਹਾਰਟ ਕਿੰਨੀ ਤੇਜ਼ ਚੱਲ ਰਿਹਾ ਹੈਗਾ। ਜਿੱਦਾਂ ਅਸੀਂ ਬਲੱਡ ਪ੍ਰੈਸ਼ਰ ਕਫ ਲੈਂਦੇ ਹਾਂ, ਉਹਦੇ 'ਤੇ ਆਪਾਂ ਪਹਿਲੇ ਹੀ ਗੱਲ ਕੀਤੀ ਹੈ ਕਿ ਹਾਰਟ ਰੇਟ ਵੀ ਦਿਖਾਇਆ ਜਾ ਰਿਹਾ ਹੁੰਦਾ, ਉਹ ਕਾਫੀ ਹੁੰਦਾ ਸਾਡੇ ਵਾਸਤੇ ਵੈਸੇ ਉਹ ਦੇਖ ਪਾਉਣਾ। ਪਰ ਜੇ ਉਹ ਤੁਹਾਡੇ ਕੋਲ ਨਹੀਂ ਹੈਗਾ, ਤਾਂ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਡਿਵਾਈਸ ਹੈਗੇ ਨੇ ਜਿਹਦੇ ਨਾਲ ਕੀ ਮਦਦ ਮਿਲ ਸਕਦੀ ਹੈ, ਕਿ ਜਿਹੜੇ ਕਿ ਇਕੱਲੇ ਹਾਰਟ ਰੇਟ, ਸਿਰਫ ਹਾਰਟ ਰੇਟ ਹੀ ਨਹੀਂ ਦਿਖਾਉਂਦੇ, ਉਹਦੇ ਨਾਲ ਨਾਲ ਤੁਹਾਡਾ ਇਲੈਕਟ੍ਰੋਨਿਕ ਟ੍ਰੇਸਿੰਗ ਵੀ ਕਰਦੇ ਆ ਹਾਰਟ ਦੀ, ਉਹ ਇਕੱਲੀ ਚੀਜ਼ ਦਿਖਾ ਦਿੰਦੇ ਹਾਰਟ ਬਾਰੇ। ਅਤੇ ਜੇ ਤੁਸੀਂ ਹਾਰਟ ਰੇਟ ਵੈਸੇ ਤਾਂ ਤੁਸੀਂ ਆਪਣਾ ਕਲਾਈ ਦੇ ਉੱਪਰ ਸਿਰਫ ਮਹਿਸੂਸ ਕਰਕੇ ਜਾਂ ਆਪਣੀ ਗਰਦਨ ਤੋਂ ਮਹਿਸੂਸ ਕਰਕੇ ਵੀ ਤੁਸੀਂ ਹਾਰਟ ਰੇਟ ਪਤਾ ਕਰ ਸਕਦੇ ਹੈਗੇ ਹੋ ਕਿ ਕਿੰਨਾ ਹਾਰਟ ਰੇਟ ਹੈ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਤੁਸੀਂ ਕਲਾਈ 'ਤੇ ਜਾਂ ਗਰਦਨ 'ਤੇ ਮਹਿਸੂਸ ਕਰਨਾ ਹੈ। ਅਤੇ ਦੂਸਰਾ ਹੋਰ ਵੀ ਇਸ ਤਰ੍ਹਾਂ ਦੀਆਂ ਕੁਛ ਐਪਸ ਆਉਂਦੀਆਂ ਨੇ, ਜਿਸ ਤਰ੍ਹਾਂ ਇੱਕ ਹੈਗੀ ਆ ਜ਼ੂਮੀਓ ਐਪ ਹੈਗੀ, ਉਹ ਖਾਸ ਤੌਰ 'ਤੇ ਇਸ ਕਰਕੇ ਬਣੀ ਹੈ, ਜਿਹੜੀ ਕਿ ਮੋਬਾਇਲ ਫੋਨ ਦੇ ਉੱਪਰ, ਤੁਹਾਡੇ ਫੋਨ ਦੇ ਉੱਪਰ ਫ੍ਰੀ ਡਾਊਨਲੋਡ ਕੀਤੀ ਜਾ ਸਕਦੀ ਹੈ। ਅਤੇ ਉਹਦੇ ਬਾਅਦ ਕੀ ਹੁੰਦਾ ਕਿ ਤੁਸੀਂ ਸਿਰਫ ਉਹਦੇ ਉੱਪਰ ਲਾਈਟ ਜਿਹੜੀ ਆ ਜਾਂਦੀ, ਉਹਦੇ 'ਤੇ ਤੁਸੀਂ ਆਪਣੀ ਉਂਗਲ ਰੱਖਣੀ ਹੈ, ਅਤੇ ਉਹ ਤੁਹਾਨੂੰ ਹਾਰਟ ਰੇਟ ਤੁਹਾਡਾ ਅਤੇ ਨਾਲ ਤੁਹਾਡੀ ਧੜਕਣ ਜਿਹੜੀ ਹੈ ਉਹਦੇ ਬਾਰੇ ਸਾਰਾ ਕੁਛ ਤੁਹਾਨੂੰ ਪਤਾ ਚੱਲ ਜਾਂਦਾ ਹੈ। ਇਹ ਵੀ ਕਾਫੀ ਤੁਹਾਡੇ ਬਾਰੇ ਤੁਹਾਨੂੰ ਇਹਦੇ ਬਾਰੇ ਚੰਗਾ ਡਿਵਾਈਸ ਹੈ ਜਿਹੜਾ ਕਿ ਤੁਹਾਨੂੰ ਮਿਲ ਸਕਦਾ। ਚੌਥੇ ਨੰਬਰ 'ਤੇ ਚੀਜ਼ ਹੈਗੀ ਜਿਹੜੀ ਕਿ ਅਸੀਂ ਤੁਹਾਡੀ ਆਕਸੀਜਨ ਕਿੰਨੀ ਹੈਗੀ ਹੈ ਤੁਹਾਡੇ ਖੂਨ ਦੇ ਵਿੱਚ, ਉਹਦੇ ਬਾਰੇ ਪਤਾ ਲਗਾ ਸਕੀਏ। ਕਿ ਇਹ ਹੁੰਦਾ ਕਿ ਜਿਸ ਤਰ੍ਹਾਂ ਇੱਕ ਉਂਗਲ ਦੀ ਇੱਕ ਕਿਨਾਰਾ ਹੈਗਾ, ਫਿੰਗਰ ਟਿਪ ਜਿਹੜਾ, ਉਸ ਤੋਂ ਤੁਸੀਂ ਥੋੜ੍ਹਾ ਬਹੁਤ ਦੇਖ ਸਕਦੇ ਹੋ। ਤੁਸੀਂ ਇਸ ਤਰ੍ਹਾਂ ਦਾ ਕੋਈ ਇੱਕ ਡਿਵਾਈਸ ਲਗਾ ਕੇ, ਜਿੱਥੇ ਤੁਸੀਂ ਇੱਥੇ ਦੇਖ ਪਾ ਰਹੇ ਹੋ 97 ਲਿਖਿਆ ਹੈ, 97% ਮਤਲਬ ਆਕਸੀਜਨ ਦੀ ਲੈਵਲ ਜਿਹੜਾ ਹੈਗਾ ਤੁਹਾਡੇ ਬਲੱਡ ਦੇ ਵਿੱਚ, ਇਹ ਇੰਨਾ ਇੱਥੇ ਦਿਖ ਰਿਹਾ ਹੈ, ਜਿਹੜਾ ਕਿ ਇਹ ਨੋਰਮਲ ਹੈ, ਆਮ ਤੌਰ 'ਤੇ ਨਹੀਂ ਹੁੰਦਾ। ਅਤੇ ਥੱਲੇ ਵਾਲਾ ਨੰਬਰ ਜਿਹੜਾ 91 ਦਿਖ ਰਿਹਾ, ਉਹ ਹਾਰਟ ਰੇਟ ਹੈਗਾ। ਇੱਕ ਚੰਗਾ ਡਿਵਾਈਸ ਹੈਗਾ ਜਿਹੜਾ ਖਾਸ ਤੌਰ 'ਤੇ ਜੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਸਾਹ ਦੇ ਵਿੱਚ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ, ਅਤੇ ਅਸੀਂ ਉਹਨਾਂ ਵਿੱਚ ਇਹ ਦੇਖਣਾ ਜ਼ਰੂਰ ਚਾਹਾਂਗੇ ਕਿ ਉਹਨਾਂ ਦੇ ਖੂਨ ਦੇ ਵਿੱਚ ਆਕਸੀਜਨ ਕਿੰਨੀ ਹੈਗੀ। ਕੁਛ ਘੜੀਆਂ ਵੀ ਮਿਲ ਜਾਂਦੀਆਂ ਨੇ ਜਿਹੜੀਆਂ ਕਿ ਤੁਸੀਂ ਇੱਥੇ ਲਗਾਓ, ਅਤੇ ਉਹ ਤੁਹਾਨੂੰ ਆਕਸੀਜਨ ਦੀ ਮਾਤਰਾ ਜਿਹੜੀ ਹੈ ਤੁਹਾਡੇ ਖੂਨ ਦੇ ਵਿੱਚ ਉਹ ਸਾਨੂੰ ਦੱਸ ਦਿੰਦੀ ਹੈਗੀ ਹੈ। ਪਰ ਫਿਰ ਵੀ ਮੈਂ ਇਸ ਵੇਲੇ ਉਹ ਘੜੀਆਂ ਨੂੰ ਇੰਨਾ ਜ਼ਿਆਦਾ ਪੱਕਾ ਨਹੀਂ ਮੈਂ ਮੰਨਦਾ ਹੈਗਾ, ਜਦ ਕਿ ਇਹ ਜਿਹੜੀ ਫਿੰਗਰ ਟਿਪ ਹੈਗੀ, ਜਿਹਦੇ ਨਾਲ ਕਿ ਉਂਗਲ ਤੋਂ ਜਿਹੜੀ ਕਿਨਾਰੇ ਤੋਂ ਲਈ ਜਾਂਦੀ ਹੈ, ਉਹ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਪਾਉਂਦੀਆਂ ਨੇ ਇਸ ਬਾਰੇ। ਅਤੇ ਆਖਰ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਇੱਕ ਡਾਕਟਰ ਜਿਹੜਾ ਹੈਗਾ, ਉਹਨੂੰ ਤੁਸੀਂ ਕਿਸ ਤਰ੍ਹਾਂ ਚੈੱਕ ਕਰਾਉਣਾ ਹੈਗਾ ਵਰਚੁਅਲੀ ਜਿਹੜਾ। ਜਿਸ ਤਰ੍ਹਾਂ ਤੁਸੀਂ ਕਾਫੀ ਜ਼ਿਆਦਾ ਪ੍ਰਭਾਵਿਤ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਕਨੈਕਟ ਕਰ ਲੈਂਦੇ ਹੈਗੇ ਉਹ ਡਾਕਟਰ ਦੇ ਨਾਲ, ਪਰ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਕਈ ਹੋਰ ਇਸ ਤਰ੍ਹਾਂ ਦੇ ਵੀ ਚੀਜ਼ਾਂ ਜਿਹੜੀਆਂ ਉਪਲਬਧ ਹਨ, ਜਿਹੜੀਆਂ ਕਿ ਇੱਕ ਟੱਚ ਕਰਦੇ ਹੀ ਵੀਡੀਓ ਕਾਨਫਰੰਸ ਦੇ ਨਾਲ ਤੁਸੀਂ ਜੁੜ ਜਾਂਦੇ ਹੈਗੇ ਡਾਕਟਰ ਦੇ ਨਾਲ, ਜਾਂ ਜਿਹਦੇ ਨਾਲ ਵੀ ਗੱਲ ਕਰਨੀ। ਉਹਦੇ 'ਚ ਕੀ ਕਰਨਾ ਹੁੰਦਾ ਕਿ ਤੁਸੀਂ ਇੱਕ ਸਕਰੀਨ ਖਰੀਦ ਲੈਂਦੇ ਹੋ, ਅਤੇ ਉਹਦੇ 'ਚ ਟੱਚ ਕਰਦੇ ਹੀ ਤੁਸੀਂ ਉਸ ਬੰਦੇ ਦੇ ਨਾਲ ਜੁੜ ਜਾਂਦੇ ਹੋ, ਜਿਹਦੇ ਨਾਲ ਤੁਸੀਂ ਗੱਲ ਕਰਨੀ ਹੁੰਦੀ ਹੈ। ਉਹ ਵੀ ਤੁਸੀਂ ਇੱਕ ਡਿਵਾਈਸ ਜਿਹੜਾ ਹੈ ਉਹ ਸੋਚ ਸਕਦੇ ਹੋ ਉਹਨੂੰ ਲੈਣ ਬਾਰੇ। ਮਿਹਰਬਾਨੀ ਤੁਹਾਡੀ ਇਸ ਬਾਰੇ ਗੱਲਬਾਤ ਕਰਨ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਤੁਹਾਡੇ ਨਾਲ, ਅਤੇ ਜੇ ਕੋਈ ਤੁਹਾਡਾ ਸਵਾਲ ਹੋਵੇ ਮੈਂ ਉਹਨਾਂ ਦਾ ਵੀ ਜਵਾਬ ਦੇ ਸਕਦਾ ਹਾਂ।
बहुत शुक्रिया ਤੁਹਾਡਾ ਇਸ ਨੂੰ ਦੇਖਣ ਵਾਸਤੇ ਤੇ ਮੈਂ ਚਾਹ ਰਿਹਾ ਕਿ ਇਸ ਬਾਰੇ ਹੋਰ ਵੀ ਆਪਾਂ ਗੱਲਬਾਤ ਕਰੀਏ। ਪ੍ਰੈਜ਼ੈਂਟਰ ਨੇ ਜਾਂ ਜਿਹੜੇ ਕੋਆਰਡੀਨੇਟ ਕਰਦੇ ਪਏ ਨੇ ਗੁਰੂ ਨਾਨਕ ਸਿੱਖ ਟੈਂਪਲ ਦੇ ਵਿੱਚ ਮੇਰੇ ਖਿਆਲ 'ਚ ਲੈਟ ਮੀ ਗੋ ਥਰੂ ਦ ਲਿਸਟ ਉੱਥੇ ਕਰਦੇ ਪਏ ਨੇ ਹਰਲੀਨ ਚੌਹਾਨ। ਉਹਨਾਂ ਨਾਲ ਤੁਸੀਂ ਆਪਣਾ ਜਿਹੜਾ ਸਰਵੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਤੇ ਜਿਹੜੇ ਅਨੂਪ ਸਰੰਗ ਨੇ ਉਹ ਮੋਨੀਟਰ ਕਰਦੇ ਪਏ ਨੇ ਆਪਣੇ ਹਿੰਦੂ ਮੰਦਿਰ ਟੈਂਪਲ ਦੇ ਵਿੱਚ ਲక్ష్ਮੀ ਨਾਰਾਇਣ ਟੈਂਪਲ 'ਚ। ਸੋ ਦੋਨਾਂ ਨਾਲ ਤੁਸੀਂ ਆਪਣਾ ਜਿਹੜੇ ਨਾ ਸਰਵੇ ਸ਼ੇਅਰ ਕਰ ਸਕਦੇ ਹੋ। ਨਾਲ ਫਿਰ ਜਿਹੜੇ ਸਾਰੇ ਕਮਿਊਨਿਟੀ ਪਾਰਟਨਰ ਨੇ ਸਾਡੇ ਤੇ ਮੀਡੀਆ ਪਾਰਟਨਰਸ ਕਿੰਨੇ ਆ ਸਾਡੇ ਮੀਡੀਆ ਆਲਮੋਸਟ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਸਾਰੇ ਮੀਡੀਆ ਪਾਰਟਨਰਸ ਨੇ ਸਾਡੀ ਮਦਦ ਕੀਤੀ ਹੈ। ਉਹਨਾਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਨੇ ਆ। ਨਾ ਲਾਂਗੇ ਤੇ ਵਿੱਚੋਂ ਹੋ ਸਕਦਾ ਕਿਸੇ ਨੂੰ ਮਿਸ ਕਰ ਜਾਈਏ, ਪਰ ਸਾਰਿਆਂ ਨੇ ਹਮੇਸ਼ਾ ਦੀ ਤਰ੍ਹਾਂ ਪਿਛਲੇ 10 ਸਾਲਾਂ ਤੋਂ ਸਪੋਰਟ ਕੀਤੀ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਸਪੀਕਰ ਨੇ ਡਾਕਟਰ ਸੱਜਲ ਜੈਨ ਜਿਹੜੇ ਕਿ ਜਨਰਲ ਇੰਟਰਨਿਸਟ ਨੇ, ਪ੍ਰੀਤੀ ਸੂਰੀ ਜਿਹੜੇ ਰਜਿਸਟਰਡ ਡਾਇਟੀਸ਼ੀਅਨ ਨੇ, ਤੇ ਆਫ ਕੋਰਸ ਡਾਕਟਰ ਕੈਂਡਲ ਹੋ ਜਿਹੜੇ ਕਿ ਸਾਡੇ ਲੀਡ ਪ੍ਰੋਗਰਾਮ ਦੇ ਇਸ ਦੇ ਇੰਚਾਰਜ ਨੇ, ਐਮਰਜੈਂਸੀ ਫਿਜ਼ੀਸ਼ੀਅਨ ਨੇ ਤੇ ਡਿਜੀਟਲ ਮੈਡੀਸਨ ਤੇ ਜਿਹੜੀ ਐਮਰਜੈਂਸੀ ਮੈਡੀਸਨ ਦੇ ਪ੍ਰੋਫੈਸਰ ਨੇ। ਇਸ ਤੋਂ ਇਲਾਵਾ ਹਰਲੀਨ ਚੌਹਾਨ ਜਿਹੜੇ ਕਿ ਹੋਸਟਿੰਗ ਕਰਦੇ ਪਏ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਵਿੱਚ, ਤੇ ਅਨੂਪ ਸਰੰਗ ਜਿਹੜੇ ਮੋਨੀਟਰ ਕਰਦੇ ਪਏ ਨੇ ਆਪਣੇ ਮੰਦਿਰ ਦੇ ਵਿੱਚ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ। ਸੋ ਨਾਲ ਜਿਨ੍ਹਾਂ ਨੇ ਸਾਡੀ ਪੰਜਾਬੀ ਜਾਂ ਹਿੰਦੀ ਜਾਂ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕੀਤੀ ਹੈ, ਸੁਰਜੀਤ ਕਲਸੀ, ਪ੍ਰਦੀਪ ਬੈਂਸ, ਅੰਮ੍ਰਿਤ ਚੰਦਨ ਐਂਡ ਸੁਖਵੰਤ ਬਨਮੈਤ, ਇਹਨਾਂ ਦਾ ਅਸੀਂ ਸਾਰਾ ਬਹੁਤ ਧੰਨਵਾਦ ਕਰਨੇ ਆ। ਤੇ ਜਿਹੜੀ ਸਾਰੀ ਰਿਕਾਰਡਿੰਗ ਹੈ ਅਸੀਂ ਆਈਕੌਨ ਪ੍ਰੋਜੈਕਟ ਦੇ ਵਿੱਚ ਤੁਸੀਂ ਸਕਰੀਨ ਤੇ ਵਾਚ ਕਰ ਲੈਣਾ। ਇਹਦੇ ਵਿੱਚ ਅਸੀਂ ਪੋਸਟ ਕਰ ਦੇਣੀ ਹੈ। ਕੁਝ ਟਾਈਮ ਤੋਂ ਬਾਅਦ ਤੁਸੀਂ ਹਮੇਸ਼ਾ ਵਾਚ ਕਰ ਸਕਦੇ ਹੋ। ਪਹਿਲਾਂ ਵੀ ਹਜ਼ਾਰਾਂ ਲੋਕਾਂ ਨੇ ਵਾਚ ਕੀਤੀ ਹੈ ਜਿਹੜੀਆਂ ਬਾਕੀ ਪ੍ਰੋਗਰਾਮ ਕੀਤੇ ਸੀ। ਸੋ ਅਸੀਂ ਕੱਲ ਤੁਹਾਨੂੰ ਫਿਰ ਮਿਲਾਂਗੇ 2 ਵਜੇ ਤੇ 2 ਤੋਂ 4 ਵਜੇ ਤੱਕ ਦੁਬਾਰਾ ਪ੍ਰੋਗਰਾਮ ਹੋਏਗਾ। ਤੇ ਇਹ ਵੀ ਮੈਂ ਸਾਰਿਆਂ ਨੂੰ ਦੱਸਦਾ ਕਿ ਜਿਹੜੇ ਹੱਬ ਨੇ ਉੱਥੇ ਵੀ ਕਾਫੀ ਲੋਕਾਂ ਦੀ ਪਾਰਟਿਸਿਪੇਸ਼ਨ ਆਈ ਹੈ, ਪਲੱਸ ਜਿਹੜੇ ਆਨਲਾਈਨ ਸੀ ਉਹਨਾਂ ਦੇ ਘਰਾਂ ਦੇ ਵਿੱਚ ਵੀ 1 ਨਹੀਂ 2 ਨਹੀਂ 3 4 ਜਿਹੜੇ ਉਹਨਾਂ ਨੇ ਪਾਰਟਿਸਿਪੇਟ ਕੀਤਾ, ਫੈਮਲੀਜ਼ ਨੇ, ਕੇਅਰ ਗਿਵਰਸ ਨੇ। ਸੋ ਜਿਹੜੇ ਤੁਹਾਡੇ ਜਿੰਨੇ ਨੰਬਰ ਨੇ ਉਹ ਵੀ ਸਾਨੂੰ ਤੁਸੀਂ ਭੇਜ ਦਿਓ। ਕਈ ਵਾਰੀ ਹੁੰਦਾ ਵੀ ਆਪਾਂ ਨੰਬਰ ਜਿਹੜੇ ਨਾ ਉਹ ਵੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਪ੍ਰੋਵਿੰਸ ਨੇ ਇਸ ਚੀਜ਼ ਨੂੰ ਫੰਡ ਕੀਤਾ ਤੇ ਉਹਨਾਂ ਦਾ ਇੰਟਰਸਟ ਹੁੰਦਾ ਕਿ ਕਿੰਨੇ ਲੋਕਾਂ ਨੇ ਪਾਰਟਿਸਿਪੇਟ ਕੀਤਾ। ਇਸ ਤੋਂ ਇਲਾਵਾ ਜਿਹੜੀ ਆਈਕੌਨ ਦੀ ਜਿਹੜੀ ਨਿਊ ਟੀਮ ਹੈ ਇੱਥੇ ਡਾਕਟਰ ਕੈਂਡਲ ਹੋ ਦੇ ਆਫਿਸ ਵਿੱਚ, ਉਹਨਾਂ ਦੀ ਸਾਰੀ ਜਿਹੜੀ ਮੈਨੇਜਮੈਂਟ ਟੀਮ ਹੈ ਉਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਕਿ ਉਹਨਾਂ ਨੇ ਬੜੀ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਕੀਤਾ। ਜਿਹੜੀ IT ਟੀਮ ਹੈ ਉਹਨਾਂ ਦਾ ਧੰਨਵਾਦ, ਟ੍ਰਾਂਸਲੇਸ਼ਨ ਕਰਨ ਵਾਲਿਆਂ ਦਾ ਧੰਨਵਾਦ, ਤੇ ਸਭ ਤੋਂ ਇੰਪੋਰਟੈਂਟ ਤੁਹਾਡਾ ਧੰਨਵਾਦ ਕਿ ਤੁਸੀਂ ਪਾਰਟਿਸਿਪੇਟ ਕੀਤਾ, ਆਏ ਹੋ, ਮਿਲੇ ਹੋ ਲੋਕਾਂ ਨੂੰ, ਇਸ ਤਰੀਕੇ ਨਾਲ ਮਿਲੇ ਹੋ, ਕਨਵਰਸੇਸ਼ਨ 'ਚ ਪਾਰਟਿਸਿਪੇਟ ਕੀਤਾ, ਜਿਹੜੀ ਕਿ ਮੋਸਟ ਇੰਪੋਰਟੈਂਟ ਥਿੰਗ ਹੈ COVID-19 ਦੇ ਵਿੱਚ, ਕਿਉਂਕਿ ਮੁਸ਼ਕਲ ਹੋਣ ਦੇ ਬਾਵਜੂਦ ਅਸੀਂ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ। ਤੇ ਅਸੀਂ ਹੋਪ ਕਰਨੇ ਆ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਏਗਾ। ਤੇ ਕੱਲ ਨੂੰ ਫਿਰ ਤੁਹਾਨੂੰ ਮਿਲਾਂਗੇ। ਸਾਰਿਆਂ ਨੂੰ ਗੁੱਡ ਬਾਏ ਤੇ ਫਿਰ ਮਿਲਦੇ ਹਾਂ। ਥੈਂਕ ਯੂ।